ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅੱਜ ਅਸੀਂ ਪੀਐਸ ਟੈਟ ਸੀ ਟੈਟ ਨੂੰ ਲੈ ਕੇ ਇੱਕ ਨਵਾਂ ਲੈਕਚਰ ਲੈ ਕੇ ਹਾਜ਼ਰ ਹੋਏ ਹਾਂ। ਅਗਰ ਤੁਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਜਾਂ ਸੀ ਟੈਟ ਦੇ ਐਗਜ਼ਾਮ ਦੇ ਲਈ ਪੇਪਰ 1 ਜਾਂ ਪੇਪਰ 2 ਦੇ ਵਿੱਚੋਂ ਕਿਸੇ ਵੀ ਐਗਜ਼ਾਮ ਦੀ, ਤਾਂ ਉਸ ਦੇ ਲਈ ਇਹ ਬਹੁਤ ਹੀ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ। ਅੱਜ ਆਪਣਾ ਜਿਹੜਾ 7th ਲੈਕਚਰ ਹੈ ਉਹ ਜੀਨ ਪਿਆਜੇ ਦੀ ਥਿਊਰੀ ਦੇ ਉੱਪਰ ਹੈ। ਅੱਜ ਆਪਾਂ ਜੀਨ ਪਿਆਜੇ ਨੂੰ ਡਿਟੇਲ ਦੇ ਵਿੱਚ ਪੜਾਂਗੇ। ਇਹ ਜਿਹੜਾ ਤੁਹਾਨੂੰ ਮਟੀਰੀਅਲ ਹੈ ਪੰਜਾਬੀ ਐਂਡ ਇੰਗਲਿਸ਼ ਦੇ ਵਿੱਚ ਮਿਲਣ ਵਾਲਾ ਹੈ। ਪੰਜਾਬੀ ਤੇ ਇੰਗਲਿਸ਼ ਦੋਨੋਂ ਹੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤੇ ਇਸ ਦੇ ਨਾਲ ਅਗਰ 6 ਲੈਕਚਰ ਤੁਸੀਂ ਹਜੇ ਤੱਕ ਨਹੀਂ ਦੇਖਿਆ, ਲੇ ਵਾਈਗੋਸਕੀ ਦੀ ਮੈਂ ਥਿਊਰੀ ਡਿਸਕਸ ਕਰ ਚੁੱਕਾ 6 ਲੈਕਚਰ ਦੇ ਵਿੱਚ, ਤੁਸੀਂ ਉਹ ਕੰਪਲੀਟ ਥਿਊਰੀ ਵਾਲੀ ਕਲਾਸ ਦੇਖ ਸਕਦੇ ਹੋ। ਇਹ ਥਿਊਰੀ ਕਲਾਸ ਹੈ ਤੇ ਥਿਊਰੀ ਕਲਾਸ ਦੇ ਵਿੱਚ ਆਪਾਂ ਜੀਨ ਪਿਆਜੇ ਦੇ ਉੱਪਰ ਗੱਲਬਾਤ ਕਰਨ ਵਾਲੇ ਆ ਤੇ ਇਹਦੀਆਂ ਵੱਖ-ਵੱਖ ਸਟੇਜਸ ਦੀ ਗੱਲ ਕੀਤੀ ਗਈ ਆ, ਉਸ ਥਿਊਰੀ ਨੂੰ ਜਾਣਾਂਗੇ। ਸਭ ਤੋਂ ਪਹਿਲਾਂ ਜਾਣ ਲੱਗੇ ਕਿ ਜੀਨ ਪਿਆਜੇ ਨੇ ਕਿਹੜੀ ਥਿਊਰੀ ਦਿੱਤੀ ਹੈ। ਥਿਊਰੀ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿਹੜੀ ਆ। ਜੀਨ ਪਿਆਜੇ ਨੇ ਕਿਹੜੀ ਥਿਊਰੀ ਦੇ ਉੱਤੇ ਫੋਕਸ ਕੀਤਾ ਜਾਂ ਕਿਹੜੀ ਥਿਊਰੀ ਆਪਾਂ ਨੂੰ ਦਿੱਤੀ ਹੋਈ ਹੈ। ਤਾਂ ਕੋਗਨੀਟਿਵ ਡਿਵੈਲਪਮੈਂਟ ਦੇ ਉੱਪਰ ਇੱਕ ਥਿਊਰੀ ਹੈ ਜਿਹੜੀ ਕਿ ਜੀਨ ਪਿਆਜੇ ਦੀ ਆ। ਉਸ ਤੇ ਆਪਾਂ ਡਿਟੇਲ ਦੇ ਵਿੱਚ ਪੜਨ ਵਾਲੇ ਆ ਤੇ ਦੇਖਾਂਗੇ ਕੀ ਕੀ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ, ਜਿਹੜੇ ਕਿ ਐਗਜ਼ਾਮ ਨੂੰ ਲੈ ਕੇ ਕਿਸ ਤਰ੍ਹਾਂ ਦੇ ਐਮਸੀਕਿਊ ਪੁੱਛੇ ਜਾਂਦੇ ਨੇ। ਐਮਸੀਕਿਊ ਨੂੰ ਉਹ ਵੀ ਆਪਾਂ ਨਾਲ ਤੁਹਾਡੇ ਨਾਲ ਡਿਸਕਸ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਤੁਹਾਡੇ ਤੋਂ ਪੁੱਛਿਆ ਜਾਏ ਜੀਨ ਪਿਆਜੇ ਨੇ ਕਿਹੜੀ ਥਿਊਰੀ ਦਿੱਤੀ ਆ, ਤਾਂ ਉਹ ਕਹੋਗੇ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦਿੱਤੀ ਹੋਈ ਹੈ। ਪਹਿਲਾ ਕੁਐਸਚਨ ਸੋਲਵ ਹੋ ਗਿਆ। ਉਸ ਤੋਂ ਬਾਅਦ ਗੱਲ ਕਰਦੇ ਆ ਜੀਨ ਪਿਆਜੇ ਦੇ ਬਾਰੇ। ਥੋੜਾ ਬਹੁਤ ਜੀਨ ਪਿਆਜੇ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਇਹ ਸਵਿਜ ਦੇ ਮਨੋਵਿਗਿਆਨੀ ਸੀਗੇ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ। ਜੀਨ ਪਿਆਜਾ ਇਹ ਜ਼ਿਆਦਾਤਰ ਫੋਕਸ ਕਿਸ ਤੇ ਕਰਦੇ ਨੇ, ਉਹਦਾ ਜ਼ੋਰ ਕਿਸ ਤੇ ਉੱਪਰ ਆ ਕਿ ਬੱਚਾ ਫਿਜ਼ੀਕਲ ਇਨਵਾਇਰਨਮੈਂਟ ਤੋਂ ਸਿੱਖਦਾ ਹੈ। ਸਭ ਤੋਂ ਇੰਪੋਰਟੈਂਟ ਉਸਨੇ ਇਹ ਜ਼ੋਰ ਦੇ ਕੇ ਗੱਲ ਕਹੀ ਹੈ ਜੀਨ ਪਿਆਜੇ ਨੇ ਕਿ ਭੌਤਿਕ ਵਾਤਾਵਰਣ ਦੇ ਵਿੱਚ ਹੀ ਬੱਚਾ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਦਾ ਹੈ। ਭੌਤਿਕ ਵਾਤਾਵਰਣ ਤੇ ਜ਼ਿਆਦਾ ਮਹੱਤਵ ਤੇ ਜ਼ੋਰ ਦਿੱਤੀ ਹੈ। ਮਹੱਤਵਪੂਰਨ ਇਸ ਦੀ ਗੱਲ ਕੀਤੀ ਹੈ ਕਿ ਫਿਜ਼ੀਕਲ ਇਨਵਾਇਰਨਮੈਂਟ ਬਹੁਤ ਜ਼ਰੂਰੀ ਹੈ ਅਗਰ ਕਿਸੇ ਦੀ ਕੋਗਨੀਟਿਵ ਡਿਵੈਲਪਮੈਂਟ ਦੇ ਉੱਪਰ ਗੱਲ ਕੀਤੀ ਗਈ ਹੈ। ਅਗਰ ਆਪਾਂ ਗੱਲ ਕਰੀਏ ਲੇ ਵਾਈਗੋਸਕੀ ਦੀ, ਇਸ ਤੋਂ ਪਹਿਲਾਂ ਆਪਾਂ ਥਿਊਰੀ ਡਿਸਕਸ ਕੀਤੀ ਆ। ਉਸਦੇ ਵਿੱਚ ਕੀ ਸੀਗਾ ਕਿ ਸੋਸ਼ਲ ਕਲਚਰ ਥਿਊਰੀ ਹੈ, ਜਿੱਥੇ ਕਿ ਸੋਸ਼ਲ ਤੇ ਕਲਚਰ ਹੋਣਾ ਚਾਹੀਦਾ। ਜੇ ਇਹਨਾਂ ਵਿੱਚ ਇੱਕ ਵੀ ਚੀਜ਼ ਐਬਸੈਂਟ ਆ ਤਾਂ ਬੱਚੇ ਦਾ ਜਿਹੜਾ ਵਿਕਾਸ ਆ ਉਹ ਨਹੀਂ ਹੋ ਸਕਦਾ। ਪਰ ਇੱਥੇ ਥੋੜਾ ਜਿਹਾ ਹਟ ਕੇ ਗੱਲ ਕੀਤੀ ਆ ਜੀਨ ਪਿਆਜੇ ਨੇ। ਇੱਥੇ ਕਿਹਾ ਕਿ ਭੌਤਿਕ ਵਾਤਾਵਰਨ ਹੋਣਾ ਚਾਹੀਦਾ। ਕਿਤੇ ਨਾ ਕਿਤੇ ਇਹ ਸਿਮਿਲਰ ਹੈ, ਪਰ ਇਹਦੇ ਉੱਤੇ ਇੱਕ ਹੋਰ ਵੀ ਚੀਜ਼ ਗੱਲ ਕੀਤੀ ਹੈ ਜਿਹੜੀ ਕਿ ਲੇ ਵਾਈਗੋਸਕੀ ਨੇ ਨਹੀਂ ਡਿਸਕਸ ਕੀਤਾ। ਇਹਦਾ ਮੇਨ ਫੋਕਸ ਸੀ ਬਾਇਓਲੋਜੀਕਲ ਐਬਿਲਿਟੀ। ਬਾਇਓਲੋਜੀਕਲ ਐਬਿਲਿਟੀ ਦੀ ਗੱਲ ਕਰਦੇ ਆ, ਇਹ ਕਿੱਥੋਂ ਮਿਲਦੀ ਆਪਾਂ ਨੂੰ? ਹੈਰੀਡਿਟੀ ਤੋਂ। ਹੈਰੀਡਿਟੀ ਕੀ ਹੈ? ਆਪਾਂ ਨੂੰ ਜਿਹੜੇ ਲੱਛਣ, ਟ੍ਰੇਡਸ ਜਾਂ ਕਰੈਕਟਰ ਆਪਾਂ ਨੂੰ ਪੇਰੈਂਟਸ ਤੋਂ ਮਿਲਦੇ ਨੇ, ਆਪਣੇ ਤੱਕ ਆਉਂਦੇ ਨੇ, ਪੇਰੈਂਟਸ ਟੂ ਆਫਸਪ੍ਰਿੰਗ ਜਾਂ ਚਾਈਲਡ, ਉਸ ਨੂੰ ਕੀ ਕਵਾਂਗੇ? ਹੈਰੀਡਿਟੀ। ਅਗਰ ਤੁਸੀਂ ਹੈਰੀਡਿਟੀ ਐਂਡ ਇਨਵਾਇਰਨਮੈਂਟ ਵਾਲਾ ਚੈਪਟਰ ਨਹੀਂ ਕੀਤਾ, ਪਹਿਲਾਂ ਤੁਸੀਂ ਉਹ ਕਰ ਲਵੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਪਲੇਲਿਸਟ ਮਿਲ ਰਹੀ ਹੈ, WhatsApp ਗਰੁੱਪ ਤੁਹਾਨੂੰ ਮਿਲ ਰਿਹਾ ਹੈ, ਇੰਸਟਾਗ੍ਰਾਮ ਅਕਾਊਂਟ ਦਾ ਲਿੰਕ ਮਿਲ ਰਿਹਾ ਹੈ ਐਂਡ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਮਿਲ ਰਿਹਾ ਹੈ। ਉਸ ਤੋਂ ਬਾਅਦ ਗੱਲ ਕਰਾਂਗੇ, ਇਹ ਜੈਵਿਕ ਗਤੀਵਿਧੀਆਂ ਦੇ ਉੱਤੇ ਜ਼ਿਆਦਾ, ਜੈਵਿਕ ਉਦਯੋਗਤਾਵਾਂ ਦੇ ਉੱਤੇ ਜ਼ੋਰ ਦੇ ਕੇ ਕਹਿ ਰਿਹਾ, ਪਰ ਇਹਨੇ ਸਮਾਜਿਕ ਪੱਖ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ। ਕਿਵੇਂ ਕਿ ਇਗਨੋਰ ਕੀਤਾ ਹੈ ਕਿਸੇ ਨੂੰ, ਸੋਸ਼ਲ ਐਸਪੈਕਟ ਨੂੰ। ਦੇਖੋ ਸੋਸ਼ਲ ਕਲਚਰ ਦੀ ਗੱਲ ਕਰਦੇ ਆ, ਇਹ ਲੇ ਵਾਈਗੋਸਕੀ ਨੇ ਥਿਊਰੀ ਦਿੱਤੀ ਹੈ, ਪਰ ਇੱਥੇ ਸੋਸ਼ਲ ਦੀ ਗੱਲ ਕਰ ਰਹੇ ਆ, ਸੋਸ਼ਲ ਕਲਚਰ ਦੇ ਬਾਰੇ ਜੀਨ ਪਿਆਜੇ ਦੇ ਬਿਲਕੁਲ ਇਹਨੇ ਇਗਨੋਰੈਂਸ ਕੀਤੀ ਹੈ, ਇਗਨੋਰ ਕੀਤਾ, ਨਜ਼ਰ ਅੰਦਾਜ਼ ਕੀਤਾ, ਜਿਹਦੇ ਉੱਤੇ ਫੋਕਸ ਨਹੀਂ ਕਰਦਾ ਜੀਨ ਪਿਆਜੇ। ਉਸ ਤੋਂ ਬਾਅਦ ਨੈਕਸਟ ਆਪਾਂ ਪੜ੍ਹਦੇ ਹਾਂ। ਅਗਰ ਤੁਹਾਡੇ ਤੋਂ ਕੁਐਸਚਨ ਇਸ ਤਰ੍ਹਾਂ ਦਾ ਐਮਸੀਕਿਊ ਪੁੱਛਣ ਨੂੰ ਮਿਲਦਾ, ਜਿਹੜਾ ਸਾਈਕੋਲੋਜੀ ਦੇ ਉਹ ਫਾਦਰ ਕੌਣ ਨੇ, ਚਾਈਲਡ ਸਾਈਕੋਲੋਜੀ ਦੇ ਫਾਦਰ ਕੌਣ ਨੇ, ਤਾਂ ਫਾਦਰ ਕੌਣ ਨੇ ਚਾਈਲਡ ਸਾਈਕੋਲੋਜੀ ਦੇ, ਜਾਂ ਪਿਤਾਮਹ ਕੌਣ ਨੇ ਮਨੋਵਿਗਿਆਨੀ, ਤਾਂ ਬਾਲ ਮਨੋਵਿਗਿਆਨ ਦੇ, ਤਾਂ ਤੁਸੀਂ ਕਹੋਗੇ ਜੀਨ ਪਿਆਜੇ। ਤਾਂ ਇਹਦਾ ਸਹੀ ਉੱਤਰ ਹੋਏਗਾ ਤੁਹਾਡਾ ਜੀਨ ਪਿਆਜੇ। ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਇਹ ਚੀਜ਼ਾਂ ਨੂੰ ਛੋਟੀਆਂ ਨੂੰ ਸਕਿਪ ਨਾ ਕਰੋ, ਇੱਥੇ ਕੁਐਸਚਨ ਬਣਦੇ ਨੇ ਆਪਣੇ ਨਾਲ ਤੁਹਾਨੂੰ ਕੁਐਸਚਨ ਵੀ ਦੱਸ ਰਿਹਾ ਤੇ ਅੱਗੇ ਵੀ ਦੱਸੂਗਾ ਜਿਵੇਂ ਸਟੇਜਸ ਆਪਾਂ ਪੜਾਂਗੇ, ਵੱਖ-ਵੱਖ ਸਟੇਜਾਂ ਨੂੰ ਆਪਾਂ ਪੜਾਂਗੇ। ਜਦੋਂ ਜੀ ਜੀਨ ਪਿਆਜੇ ਇੱਕ ਰੈਡੀਕਲ ਕੰਸਟਰਕਟਿਵ ਆ। ਹਾਂਜੀ, ਆਪਾਂ ਸੋਸ਼ਲ ਕੰਸਟਰਕਟਿਵ ਦੀ ਗੱਲ ਕੀਤੀ ਲੇ ਵਾਈਗੋਸਕੀ ਦੀ, ਪਰ ਇੱਥੇ ਰੈਡੀਕਲ ਕੰਸਟਰਕਟਿਵ ਦੀ ਗੱਲ ਕਰਦੇ, ਕੱਟੜਵਾਦ, ਕੱਟੜਪੰਥੀ ਦੀ ਗੱਲ ਕਰ ਰਹੇ, ਰਚਨਾਵਾਦ ਦੀ। ਇੱਥੇ ਕੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਬੱਚਾ ਕੰਸਟਰਕਟ ਕਰਕੇ ਆਪਣੀ ਨੌਲੇਜ ਨੂੰ ਤੇ ਆਪਣੇ ਆਪ ਤੋਂ ਹੀ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ। ਕੀ ਕਹਿ ਰਿਹਾ ਇੱਥੇ? ਬੱਚੇ ਦੁਆਰਾ ਗਿਆਨ ਤੇ ਸੁਤੰਤਰ ਨਿਰਮਾਣ ਵਿੱਚ ਵਿਸ਼ਵਾਸ ਕਰਦਾ ਹੈ। ਇਹਦੇ ਵਿੱਚ ਕੀ ਆ? ਇੰਡੀਪੈਂਡੈਂਸ ਆ, ਕੰਸਟਰਕਸ਼ਨ ਆ, ਵੀ ਬੱਚਾ ਜਿਹੜੀ ਕਿ ਨੌਲੇਜ ਨੂੰ ਗੇਨ ਕਰੇਗਾ, ਉਸਨੂੰ ਆਪਣੇ ਆਪ ਵੀ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰੇਗਾ ਹਿਮਸੈਲਫ, ਆਪਣੇ ਆਪ ਹੀ, ਤੇ ਬੱਚਾ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ। ਇਹ ਲੇ ਵਾਈਗੋਸਕੀ ਨੇ ਬਿਲਕੁਲ ਡਿਫਰੈਂਟ ਇਸ ਤੋਂ ਕਹੀ ਹੈ ਗੱਲ, ਕਿ ਬੱਚਾ ਕਹਿ ਰਿਹਾ ਸੀ ਉਸਤੇ ਵੀ ਸੋਸ਼ਲ
ਕਲਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹ ਸੁਸਾਇਟੀ ਤੋਂ ਸਿੱਖਦਾ ਹੈ। ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ, ਕਿਉਂਕਿ ਇਸ ਚੀਜ਼ਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਵੱਖ-ਵੱਖ। ਅਗਰ ਇੰਡੀਪੈਂਡੈਂਸ ਕੰਸਟਰਕਸ਼ਨ ਆਫ ਨੌਲੇਜ ਦੇ ਉੱਤੇ ਕੁਐਸਚਨ ਪੁੱਛਿਆ ਗਿਆ ਤਾਂ ਤੁਸੀਂ ਕਹਿਣਾ ਜੀਨ ਪਿਆਜੇ ਦਾ ਸਹੀ ਉੱਤਰ ਹੋਵੇਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ, ਅਗਰ ਆਪਾਂ ਗੱਲ ਕਰੀਏ ਲੈ ਵੈਗੋਸਕੀ ਦੀ। ਲੈ ਵੈਗੋਸਕੀ ਨੇ ਬਿਲਕੁਲ ਡਿਫਰੈਂਸ਼ੀਏਟ ਕਰਕੇ ਗੱਲ ਕਹੀ ਆ ਕਿ ਉਹ ਸੋਸ਼ਲ ਕਲਚਰ ਦੇ ਵਿੱਚ ਸਿੱਖਦਾ ਹੈ। ਪਰ ਹੁਣ ਇਹਦੀ ਗੱਲ ਕਰਾਂਗੇ ਜੀਨ ਪਿਆਜੇ ਦੀ। ਜੀਨ ਪਿਆਜੇ ਕਹਿ ਰਿਹਾ ਕੋਗਨੀਟਿਵ ਉਸਦੀ ਡਿਵੈਲਪਮੈਂਟ ਹੋ ਰਹੀ ਹੈ। ਕਿਸ ਤਰ੍ਹਾਂ ਹੋ ਰਹੀ ਹੈ? ਉਹ ਸਕੀਮਾਂ ਦੇ ਵਿੱਚ ਹੋ ਰਹੀ ਹੈ, ਕੁਝ ਨਵੀਂ ਚੀਜ਼ ਸਿੱਖ ਰਿਹਾ ਤਾਂ ਉਹ ਕੀ ਹੈ, ਸਕੀਮਾਂ ਦੇ ਵਿੱਚ ਸਿੱਖ ਰਿਹਾ। ਹੁਣ ਦੇਖੋ ਇਹ ਸਕੀਮਾਂ ਕੀ ਹੈ, ਅਗਰ ਤੁਹਾਡੇ ਤੋਂ ਕੁਐਸਚਨ ਐਮਸੀਕਿਊ ਦੇ ਵਿੱਚ ਪੁੱਛਿਆ ਗਿਆ ਇਹ ਸਕੀਮਾਂ ਵਾਲਾ ਜਿਹੜਾ ਕਿ ਟੌਪਿਕ ਆ ਕਿਸ ਦੇ ਅੰਡਰ ਆਉਂਦਾ ਹੈ, ਤਾਂ ਜੀਨ ਪਿਆਜੇ ਦੀ ਥਿਊਰੀ ਦੇ ਅੰਡਰ ਆਉਂਦਾ ਹੈ ਸਕੀਮਾਂ। ਹਾਂਜੀ, ਹੁਣ ਸਕੀਮਾਂ ਨੂੰ ਜਾਣ ਲੈਣੇ। ਸਕੀਮਾਂ ਕੀ ਹੈ? ਇਹ ਸਮਾਂ ਸੂਚੀ ਹੈ ਜਾਂ ਕਾਰਜਕ੍ਰਮ ਹੈ ਜਿਹਦੇ ਵਿੱਚ ਬੱਚਾ ਸਿੱਖਦਾ ਹੈ। ਕਾਰਜਕ੍ਰਮ ਕੀ ਆ? ਸਭ ਤੋਂ ਪਹਿਲਾਂ ਜਿਵੇਂ ਬੱਚਾ ਆਪਣਾ ਸਿਰ ਉਠਾਏਗਾ, ਫਿਰ ਹੌਲੀ ਹੌਲੀ ਰੜਨ ਲੱਗੇਗਾ, ਮਤਲਬ ਉਸ ਤੋਂ ਬਾਅਦ ਚੱਲਣ ਲੱਗੇਗਾ, ਫਿਰ ਬੱਚਾ ਚੱਲਦਾ ਹੋਇਆ ਭੱਜਣ ਲੱਗੇਗਾ, ਭੱਜਣ ਤੋਂ ਫਿਰ ਸਾਈਕਲ ਚਲਾਉਣ ਲੱਗੇਗਾ, ਸਾਈਕਲ ਤੋਂ ਬਾਈਕ ਤੱਕ ਜਾਏਗਾ, ਬਾਈਕ ਚਲਾਏਗਾ, ਮੋਟਰਸਾਈਕਲ ਚਲਾਏਗਾ, ਮੋਟਰਸਾਈਕਲ ਤੋਂ ਕਾਰ ਸਿੱਖੇਗਾ, ਕਾਰ ਤੋਂ ਫਿਰ ਵੱਡੇ ਵਹੀਕਲ ਸਿੱਖ ਲਏਗਾ। ਜਿਸ ਤਰ੍ਹਾਂ ਠੀਕ ਹੈ, ਇਹ ਕ੍ਰਮਵਾਰ ਚੱਲਦਾ ਰਹਿੰਦਾ। ਇਸੇ ਤਰ੍ਹਾਂ ਹੀ ਬੱਚਾ ਕਿਵੇਂ ਸਿੱਖੇਗਾ, ਕੋਗਨੀਟਿਵ ਉਸਦੀ ਡਿਵੈਲਪਮੈਂਟ ਕਿਵੇਂ ਹੋਏਗੀ, ਬੌਧਿਕ ਵਿਕਾਸ ਕਿਵੇਂ ਹੋਗਾ। ਸਭ ਤੋਂ ਵੱਡੀ ਗੱਲ ਹੈ ਕੋਗਨੀਟਿਵ ਦੀ ਗੱਲ ਕਰਾਂਗੇ ਤੇ ਤਾਂ ਉਹਦਾ ਬੌਧਿਕ ਵਿਕਾਸ ਕਿਵੇਂ ਹੋਏਗਾ, ਉਹ ਸਟੇਜਸ ਬਾਈ ਸਟੇਜਸ ਹੋਏਗਾ, ਕ੍ਰਮਵਾਰ ਹੋਏਗਾ। ਉਸ ਕ੍ਰਮ ਨੂੰ ਜੀਨ ਪਿਆਜੇ ਨੇ ਸਕੀਮਾਂ ਦਾ ਨਾਮ ਦਿੱਤਾ ਹੈ। ਤਾਂ ਉਹ ਸਕੀਮਾਂ ਨੂੰ ਪੜ੍ਹਦੇ ਇੱਥੇ ਸਕੀਮਾਂ ਦਾ ਕੀ ਮਤਲਬ ਹੈ। ਅਗਰ ਜੀਨ ਪਿਆਜੇ ਦਾ ਅਗਰ ਤੁਸੀਂ ਸਕੀਮਾ ਪੜ੍ਹਨਾ, ਇਹਦਾ ਪਹਿਲਾਂ ਮਤਲਬ ਜਾਣੋ। ਸਕੀਮਾ ਇਜ਼ ਦਾ ਪੈਟਰਨ, ਇੱਕ ਪੈਟਰਨ ਆ ਜਾਂ ਇੱਕ ਆਰਗੇਨਾਈਜ਼ ਕੈਟਾਗਰੀ ਹੈ ਜਿੱਥੇ ਕਿ ਇਨਫੋਰਮੇਸ਼ਨ ਰਿਲੇਸ਼ਨ ਆਪਾਂ ਨੂੰ ਡਿਫਰੈਂਸ਼ੀਏਟ ਕਰ ਦਿੰਦਾ। ਦੇਖੋ ਇਨਫੋਰਮੇਸ਼ਨ ਜਿੱਥੇ ਮਿਲਦੀ ਆਪਾਂ ਨੂੰ, ਰਿਲੇਸ਼ਨ ਦੇ ਬਾਰੇ ਪਤਾ ਲੱਗਦਾ ਬਿਟਵੀਨ ਥੀਸ ਕੈਟਾਗਰੀ। ਬਹੁਤ ਸਾਰੀਆਂ ਕੈਟਾਗਰੀ ਦੇ ਵਿੱਚ ਹੁਣ ਆਪਾਂ ਦੇਖ ਲਈਏ ਐਗਜ਼ਾਮਪਲ ਵੀ ਦਿੱਤੀ ਹੋਈ ਹੈ, ਜਿਵੇਂ ਆਪਾਂ ਬੁੱਕਸ ਦੇ ਵਿੱਚ ਡਿਫਰੈਂਸ਼ੀਏਟ ਕਰ ਸਕਦੇ ਹਾਂ ਰਿਲੇਸ਼ਨਸ਼ਿਪ, ਉਹ ਤੋਂ ਡਿਵਾਈਸ ਬੱਚੇ ਦੇ ਅੰਦਰ ਮੋਨੂਮੈਂਟਸ, ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੁਝ ਗੱਲਾਂ ਸਕੀਮਾਂ ਦੇ ਵਿੱਚ ਨੇ। ਕਿ ਸਕੀਮਾਂ ਦੇ ਵਿੱਚ ਕੀ ਆ, ਕੋਈ ਬੱਚੇ ਨੇ ਕੁਝ ਚੀਜ਼ ਦੇਖੀ ਆ, ਉਸ ਨੂੰ ਡਿਫਰੈਂਸ਼ੀਏਟ ਕਿਵੇਂ ਕਰੇਗਾ, ਉਸ ਨੂੰ ਕਿਵੇਂ ਪਤਾ ਲੱਗੇਗਾ ਇਹ ਚੀਜ਼ ਇਹ ਚੀਜ਼ ਲਿਵਿੰਗ ਆ ਨॉन ਲਿਵਿੰਗ ਆ, ਨਿਰਜੀਵ ਹੈ ਜਾਂ ਸੰਜੀਵ ਆ, ਉਸ ਦਾ ਕਿਵੇਂ ਪਤਾ ਲੱਗੇਗਾ। ਉਹ ਸਕੀਮਾਂ ਦੇ ਥਰੂ ਇਹ ਪਿਆਜੇ ਨੇ ਦੱਸਿਆ ਹੋਇਆ। ਤੇ ਇਹ ਸਕੀਮਾਂ ਦੇ ਅੰਡਰ ਆਪਾਂ 4 ਟਰਮਾਂ ਨੂੰ ਜਾਣਾਂਗੇ। ਅਸਿਮੀਲੇਸ਼ਨ ਜਿਹੜਾ ਕਿ ਪ੍ਰੋਸੈਸ ਹੈ, ਅਕੋਮੋਡੇਸ਼ਨ, ਇਕੁਇਲਿਬਰੀਅਮ ਐਂਡ ਡਿਸਇਕੁਇਲਿਬਰੀਅਮ, ਇਸ ਨੂੰ ਡਿਟੇਲ ਦੇ ਨਾਲ ਪੜਾਂਗੇ। ਦੇਖੋ ਇਹ ਸਕੀਮਾਂ ਦਾ ਇੱਕ ਪੈਟਰਨ ਹੈ ਜਿਸ ਦੇ ਨਾਲ ਜਾਣਾ। ਦੇਖੋ ਬੱਚਾ ਕੀ ਕਰੇਗਾ, ਸਭ ਤੋਂ ਪਹਿਲਾਂ ਅਸਿਮੀਲੇਸ਼ਨ ਕਰੇਗਾ, ਨਵੀਂ ਚੀਜ਼ ਐਡ ਕਰੇਗਾ, ਫਿਰ ਉਹ ਕੀ ਹੋਏਗਾ, ਅਸਿਮੀਲੇਸ਼ਨ ਕਰੇਗਾ, ਫਿਰ ਉਹ ਡਿਸਇਕੁਇਲਿਬਰੀਅਮ ਦੇ ਵਿੱਚ ਜਾਏਗਾ, ਅਕੋਮੋਡੇਸ਼ਨ ਕਰੇਗਾ, ਇਕੁਇਲਿਬਰੀਅਮ ਦੀ ਜਾਏਗਾ। ਇਸ ਤਰ੍ਹਾਂ ਹੀ ਪ੍ਰੋਸੈਸ ਹੈ। ਸਭ ਤੋਂ ਪਹਿਲਾਂ ਕੀ ਹੈ, ਅਸਿਮੀਲੇਸ਼ਨ ਕਰੇਗਾ, ਉਸ ਤੋਂ ਬਾਅਦ ਇਕੁਇਲਿਬਰੀਅਮ ਹੋਵੇਗਾ, ਉਸ ਤੋਂ ਬਾਅਦ ਨਿਊ ਕੰਡੀਸ਼ਨ ਦੇਖਣ ਨੂੰ ਮਿਲੇਗੀ, ਸਿਚੁਏਸ਼ਨ ਨੂੰ ਦੇਖਣ ਨੂੰ ਮਿਲੇਗੀ, ਨਵੀਂ ਕੰਡੀਸ਼ਨ। ਠੀਕ ਹੈ, ਉਸ ਤੋਂ ਬਾਅਦ ਕੀ ਇਕੁਇਲਿਬਰੀਅਮ ਦੇ ਵਿੱਚ ਜਾਏਗਾ, ਉਸ ਤੋਂ ਬਾਅਦ ਅਕੋਮੋਡੇਸ਼ਨ ਕਰੇਗਾ। ਹੁਣ ਡਿਟੇਲ ਦੇ ਨਾਲ ਪੜ੍ਹਨ ਵਾਲੇ ਆ ਇਸ ਨੂੰ ਡਿਟੇਲ ਦੇ ਨਾਲ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਅਸਿਮੀਲੇਸ਼ਨ ਦੀ ਗੱਲ ਕਰਦੇ ਹਾਂ। ਅਸਿਮੀਲੇਸ਼ਨ ਕੀ ਹੈ, ਸਭ ਤੋਂ ਪਹਿਲਾਂ ਆਪਾਂ ਇਹਦੀ ਡੈਫੀਨੇਸ਼ਨ ਦੇ ਵੱਲ ਨਜ਼ਰ ਮਾਰਦੇ, ਫਿਰ ਸਾਰੀ ਜਿਹੜੀ ਪੂਰੀ ਗੱਲਬਾਤ ਕਰਾਂਗੇ। ਅਸਿਮੀਲੇਸ਼ਨ ਦਾ ਮਤਲਬ ਕੀ ਹੈ? ਅਸਿਮੀਲੇਸ਼ਨ ਦਾ ਪ੍ਰੋਸੈਸ ਆ ਜਿੱਥੇ ਕਿ ਨਿਊ ਇਨਫੋਰਮੇਸ਼ਨ ਦੇਖਣ ਨੂੰ ਮਿਲਦੀ ਆ ਇਨਟੂ ਸਕੀਮਾਸ ਦੇ ਵਿੱਚ। ਦੇਖੋ ਬੱਚਾ, ਅਗਰ ਬੱਚੇ ਕੋਲ ਮੇਰੇ ਕੋਲ ਪੈਨ ਨੇ, ਮੰਨ ਲਓ ਪੈਨ ਹੈ ਇੱਕ ਮੇਰੇ ਕੋਲ ਪੈਨਸਲ ਹੈ ਇਸ ਤਰ੍ਹਾਂ ਦੀ, ਠੀਕ ਹੈ, ਇੱਕ ਮੇਰੇ ਕੋਲ ਪੈਨ ਹੈ ਇਸ ਤਰ੍ਹਾਂ, ਤੇ ਮੈਂ ਬੱਚੇ ਨੂੰ ਕਹਾਂਗਾ ਵੀ ਇਹ ਮੇਰੇ ਕੋਲ ਕੋਈ ਚੀਜ਼ ਹੈ, ਤੂੰ ਪਛਾਣ। ਫਿਰ ਬੱਚਾ ਕੀ ਕਹੇਗਾ, ਬੱਚੇ ਕੋਲ ਜਦੋਂ ਦੇਖੋ ਜਦੋਂ ਛੋਟਾ ਹੋਏਗਾ ਬੱਚਾ, ਆਪਾਂ ਉਸ ਨੂੰ ਕਹਾਂਗੇ ਪੈਨਸਲ ਦੇ ਨਾਲ ਲਿਖਦਾ ਬੱਚਾ, ਪੈਨਸਲ ਦੇ ਨਾਲ ਲਿਖਣਾ ਸਿੱਖਦਾ ਹੈ ਬੱਚਾ। ਤਾਂ ਜਦੋਂ ਛੋਟਾ ਹੋਏਗਾ ਬੱਚਾ ਤਾਂ ਇਹੀ ਕਹੇਗਾ ਨਾ, ਪੈਨਸਲ ਨੂੰ ਵੀ ਦੇਖ ਕੇ ਪੈਨਸਲ ਕਹੇਗਾ ਤੇ ਪੈਨ ਨੂੰ ਦੇਖ ਕੇ ਵੀ ਪੈਨਸਲ ਕਹੇਗਾ, ਪਰ ਉਹਨੂੰ ਡਿਫਰੈਂਸ਼ੀਏਟ ਤਾਂ ਨਹੀਂ ਕਰ ਸਕਦਾ ਨਾ। ਇਸੇ ਕਰਕੇ ਉਹ ਸਿਮੀਲੇਸ਼ਨ ਆ ਕਿ ਉਸ ਚੀਜ਼ ਨੂੰ ਉਹ ਕੀ ਕਹੇਗਾ। ਜਿਸ ਤਰ੍ਹਾਂ ਇੱਕ ਆਪਣੇ ਕੋਲੇ, ਜਿਸ ਤਰ੍ਹਾਂ ਬਹੁਤ ਹੀ ਫੇਮਸ ਉਦਾਹਰਨ ਆ, ਡੌਗ ਦੇਖ ਲਿਆ, ਇੱਕ ਡੌਗ ਦੇਖਿਆ ਬੱਚੇ ਨੇ, ਤਾਂ ਉਹਨੂੰ ਇੱਕ ਉਹਦੇ ਦਿਮਾਗ ਦੇ ਵਿੱਚ ਪਿਕਚਰ ਬਣ ਗਈ ਵੀ ਡੌਗ ਆ, ਇਹਦੀ 4 ਲੱਤਾਂ ਹੁੰਦੀਆਂ, ਇੱਕ ਪੂਛ ਹੁੰਦੀ ਹੈ। ਉਸੇ ਤਰ੍ਹਾਂ ਹੀ ਆਪਾਂ ਇੱਕ ਕਾਊ ਦਿਖਾਤੀ, ਗਾਂ ਦਿਖਾਤੀ, ਤਾਂ ਉਹ ਕਹੇਗਾ ਇੱਕ ਵੱਡਾ ਡੌਗ ਹੈ, ਕੀ ਆ, ਵੱਡਾ ਡੌਗ ਹੈ। ਉਸੇ ਤਰ੍ਹਾਂ ਹੀ ਕਾਊ ਦੇ ਵਿੱਚ ਤੇ ਡੌਗ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਸਕਦਾ, ਅੰਤਰ ਨਹੀਂ ਕਰ ਸਕਦਾ, ਪਰ ਉਹਨੂੰ ਪਤਾ ਲੱਗ ਗਿਆ ਵੀ ਇਹ 4 ਲੱਤਾਂ ਵਾਲੀ ਕੋਈ ਚੀਜ਼ ਹੈ। ਫਿਰ ਆਪਾਂ ਕਹਾਂਗੇ ਇਹ ਇਕੁਇਲਿਬਰੀਅਮ ਦੇ ਵਿੱਚ ਜਾਏਗਾ, ਮਤਲਬ ਕਿ ਉਹ ਦਿਮਾਗ ਦੇ ਉੱਤੇ ਇੱਕ ਜ਼ੋਰ ਪਾਏਗਾ ਵੀ ਹਾਂ ਇਹ ਚੀਜ਼ ਹੈ, ਉਹਦੇ ਅੰਦਰ ਦਿਮਾਗ ਬਣ ਜਾਏਗਾ 4 ਲੱਤਾਂ ਵਾਲਾ ਤੇ ਪੂਛ ਹੈ, ਉਸ ਤਰ੍ਹਾਂ ਚੱਲਦਾ ਹੈ, ਚੱਲਣ ਵਾਲਾ 4 ਲੱਤਾਂ ਤੇ ਚੱਲਦਾ ਹੈ। ਠੀਕ ਹੈ, ਅਸਿਮੀਲੇਸ਼ਨ ਦੀ ਗੱਲ ਕਰੀਏ, ਜਦੋਂ ਕਿ ਇਸ ਨੂੰ ਆਪਾਂ ਡੌਗ ਦਿਖਾਇਆ ਤੇ ਨਾਲ ਕਾਊ ਦਿਖਾਈ, ਉਹ ਕੀ ਆ, ਉਸ ਚੀਜ਼ ਨੂੰ ਐਡ ਕਰ ਲੇਗਾ, ਇਨਫੋਰਮੇਸ਼ਨ ਉਹਨੂੰ ਸਕੀਮਾਂ ਦੇ ਥਰੂ ਮਿਲ ਰਹੀ ਆ, ਉਸ ਨੂੰ ਐਡ ਕਰ ਲੇਗਾ, ਫਿਰ ਉਹ ਇਕੁਇਲਿਬਰੀਅਮ ਦੇ ਵਿੱਚ ਚਲਾ ਜਾਏਗਾ। ਦੇਖੋ ਇੱਕ ਪੈਨਸਲ ਹੈ ਤੇ ਇੱਕ ਉਹਦੇ ਕੋਲ ਪੈਨ ਹੈ, ਫਿਰ ਵੀ ਬੱਚਾ ਦੋਨਾਂ ਦੇ ਵਿੱਚ ਡਿਫਰੈਂਸ਼ੀਏਟ ਤਾਂ ਨਹੀਂ ਕਰ ਸਕਦਾ, ਪਰ ਉਹਨੂੰ ਪਤਾ ਹੈ ਇਸ ਚੀਜ਼ ਦੇ ਬਾਰੇ, ਦੋਨੇ ਆਬਜੈਕਟ ਦੇ ਬਾਰੇ ਪਤਾ ਹੈ ਵੀ ਇਹ ਪੈਨਸਲ ਨੇ, ਇਹਦੇ ਨਾਲ ਲਿਖ ਸਕਦੇ ਆ। ਦੇਖੋ ਨਵੀਂ ਲਿਖਣ ਵਾਲਾ ਪ੍ਰੋਸੈਸ ਹੈ, ਇੱਕ ਲਿਖਣ ਵਾਲਾ ਆਬਜੈਕਟ ਹੈ, ਇੱਥੋਂ ਤੱਕ ਕਿ ਬੱਚੇ ਨੂੰ ਪਤਾ ਲੱਗ ਗਿਆ ਕਿ ਇਸ ਦੇ ਨਾਲ ਆਪਾਂ ਲਿਖ ਸਕਦੇ ਹਾਂ। ਬਟ ਹੁਣ ਇਹ ਨਹੀਂ ਪਤਾ ਲੱਗਿਆ
ਵੀ ਇਹ ਪੈਨਸਲ ਕਿਉਂ ਹੈ, ਇਹ ਪੈਨ ਕਿਉਂ ਹੈ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ, ਨੈਕਸਟ ਆਪਾਂ ਗੱਲ ਕਰਾਂਗੇ ਇਕੁਇਲਿਬਰੀਅਮ ਦੇ ਬਾਰੇ। ਤਾਂ ਹੁਣ ਕੀ ਆ, ਇੱਕ ਨੈਕਸਟ ਪ੍ਰੋਸੈਸ ਆਪਣਾ ਇਕੁਇਲਿਬਰੀਅਮ ਦੇ ਬਾਰੇ। ਹੁਣ ਦੋ ਚੀਜ਼ਾਂ ਜਿਵੇਂ ਆਪਣੇ ਕੋਲੇ ਪੈਨ ਹੈ, ਇੱਕ ਪੈਨਸਲ ਹੈ, ਤਾਂ ਪੈਨ ਤੇ ਪੈਨਸਲ ਦੇ ਵਿੱਚ ਦੇਖੋ ਡਿਫਰੈਂਸ਼ੀਏਟ ਕਿਵੇਂ ਕਰੇਗਾ ਬੱਚਾ। ਹੁਣ ਇਕੁਇਲਿਬਰੀਅਮ ਦੇ ਵਿੱਚ ਚਲਾ ਗਿਆ, ਹੁਣ ਇਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਲੰਮੀ ਚੀਜ਼ ਹੈ ਜਿਸ ਨਾਲ ਆਪਾਂ ਲਿਖ ਸਕਦੇ ਹਾਂ, ਪਰ ਹੁਣ ਇੱਥੇ ਇਹ ਨਹੀਂ ਨਾ ਪਤਾ ਲੱਗਿਆ। ਹੁਣ ਆਪਾਂ ਬੱਚੇ ਨੂੰ ਇੱਥੇ ਇਕੁਇਲਿਬਰੀਅਮ ਦੇ ਵਿੱਚ ਇਹ ਕਵਾਂਗੇ, ਉਹਦੇ ਦਿਮਾਗ ਦੇ ਵਿੱਚ ਜੋ ਵੀ ਸਕੀਮਾ ਬਣਿਆ, ਜੋ ਵੀ ਉਹਦੇ ਅੰਦਰ ਪਿਕਚਰ ਬਣੀ ਆ ਪੈਨ ਨੂੰ ਲੈ ਕੇ, ਪੈਨਸਲ ਨੂੰ ਲੈ ਕੇ, ਹੁਣ ਆਪਾਂ ਇਹਨੂੰ ਡਿਫਰੈਂਸ਼ੀਏਟ ਕਰਾਂਗੇ, ਨਵੀਂ ਕੰਡੀਸ਼ਨ ਉਹਦੇ ਅੱਗੇ ਲੈ ਕੇ ਆਵਾਂਗੇ। ਕਿਵੇਂ? ਬੱਚੇ ਨੂੰ ਕਹਾਂਗੇ ਤੂੰ ਪੈਨ ਚਲਾ ਕੇ ਦੇਖ। ਜਦੋਂ ਬੱਚਾ ਕਾਪੀ ਦੇ ਉੱਤੇ, ਆਪਣੀ ਕਾਪੀ ਦੇ ਉੱਤੇ, ਠੀਕ ਆ, ਪੈਨ ਚਲਾਏਗਾ ਤਾਂ ਉਹ ਚੱਲ ਜਾਏਗਾ, ਪਰ ਉਹ ਕੋਸ਼ਿਸ਼ ਕਰੇਗਾ ਮਟੇਨ ਦੀ, ਕਿਉਂਕਿ ਛੋਟਾ ਬੱਚਾ ਜਦੋਂ ਹੁੰਦਾ ਉਹ ਪੈਨਸਲ ਦਾ ਯੂਜ਼ ਕਰਦਾ, ਤੇ ਪੈਨਸਲ ਜਦੋਂ ਗਲਤ ਲਿਖ ਦਿੰਦਾ ਤਾਂ ਯੂਜ਼ ਕਰਦੇ ਹੋਏ ਉਹ ਕੀ ਕਰਦਾ, ਮਟੇਨ ਦਾ। ਕਿਸ ਨਾਲ? ਰਬੜ ਨਾਲ। ਰਬੜ ਨਾਲ ਉਹ ਜਿਹੜੇ ਅੱਖਰ ਲਿਖਦਾ ਕਾਪੀ ਦੇ ਉੱਤੇ ਉਹ ਮਿਟ ਜਾਂਦੇ ਨੇ, ਠੀਕ ਆ, ਮਿਟ ਜਾਂਦੇ ਨੇ। ਪਰ ਆਪਾਂ ਪੈਨ ਵਾਲੀ ਐਗਜ਼ਾਮਪਲ ਦੇਖ ਲਈਏ, ਜਦੋਂ ਬੱਚਾ ਲਿਖੇਗਾ ਤਾਂ ਲਿਖਣ ਦੇ ਵਿੱਚ ਜਿਹੜੇ ਅੱਖਰ ਲਿਖੇਗਾ ਉਹ ਮਿਟ ਨਹੀਂ ਨਾ ਸਕਦੇ ਪੈਨ ਨਾਲ, ਤਾਂ ਉਹਦੀ ਅੱਗੇ ਨਵੀਂ ਕੰਡੀਸ਼ਨ ਇੱਕ ਆ ਗਈ। ਉਸੇ ਤਰ੍ਹਾਂ ਹੀ ਡੌਗ ਤੇ ਆਪਾਂ ਕਾਊ ਦੀ ਗੱਲ ਕੀਤੀ ਸੀ, ਤੇ ਇਹਦੇ ਵਿੱਚ ਕੀ ਹੈ, ਇਹ ਛੋਟੀ ਹੈ ਤੇ ਵੱਡੀ ਹੈ। ਹੁਣ ਇਹਦੇ ਵਿੱਚ ਡਿਫਰੈਂਸ਼ੀਏਟ ਪਤਾ ਲੱਗ ਜਾਏਗਾ, ਜਿੱਥੇ ਕਿ ਉਹ ਇਕੁਇਲਿਬਰੀਅਮ ਦੇ ਵਿੱਚ ਜਾਏਗਾ। ਹੁਣ ਆਪਾਂ ਉਸ ਨੂੰ ਦੇਖਾਂਗੇ, ਨਿਊ ਕੰਡੀਸ਼ਨ ਉਹਦੇ ਸਾਹਮਣੇ ਆ ਗਈ। ਆਪਾਂ ਦੱਸਤਾ ਵੀ ਬੱਚਾ ਇਹਦੇ ਨਾਲ ਤੂੰ ਲਿਖ ਤਾਂ ਸਕਦਾ ਆ, ਪੈਨ ਤੇ ਪੈਨਸਲ ਨਾਲ ਲਿਖ ਤਾਂ ਸਕਦਾ ਦੋਨਾਂ ਨਾਲ, ਪਰ ਪੈਨ ਦਾ ਲਿਖਿਆ ਹੋਇਆ ਕਦੇ ਮਿਟਦਾ ਨਹੀਂ, ਪਰ ਤੂੰ ਪੈਨਸਲ ਦਾ ਲਿਖਿਆ ਹੋਇਆ ਮਿਟੇ ਸਕਦਾ। ਪੈਨ ਨੂੰ ਮਤਲਬ ਛਿੱਲਣ ਦੀ ਲੋੜ ਨਹੀਂ, ਘੜਨ ਦੀ ਲੋੜ ਨਹੀਂ ਪੈਨ ਨੂੰ, ਪਰ ਤੈਨੂੰ ਪੈਨਸਲ ਟਾਈਮ ਟੂ ਟਾਈਮ ਘੜਨੀ ਪਊਗੀ। ਹੁਣ ਬੱਚੇ ਦੇ ਅੰਦਰ ਦਿਮਾਗ ਦੇ ਵਿੱਚ ਨਵੀਂ ਕੰਡੀਸ਼ਨ ਪੈਦਾ ਹੋ ਜਾਏਗੀ, ਯਾਰ ਇਹ ਕਿਸ ਤਰ੍ਹਾਂ, ਦੇਖਣ ਨੂੰ ਤਾਂ ਦੋਨੇ ਇੱਕੋ ਜਿਹੇ ਨੇ, ਕੰਮ ਵੀ ਇੱਕੋ ਜਿਹਾ ਕਰ ਰਿਹਾ ਲਿਖਣ ਵਾਲਾ, ਪਰ ਇਹਦੇ ਵਿੱਚ ਇੰਨਾ ਡਿਫਰੈਂਸ ਕਿਉਂ? ਇਹਨੂੰ ਘੜਨ ਦੀ ਲੋੜ ਨਹੀਂ ਪੈਂਦੀ, ਜਾਂ ਇਹਨੂੰ ਘੜਨ ਦੀ ਲੋੜ ਪੈਂਦੀ ਹੈ। ਇਸ ਨੂੰ ਅਗਰ ਆਪਾਂ ਪੈਨਸਲ ਨਾਲ ਲਿਖਦੇ ਹਾਂ ਤਾਂ ਮਿਟ ਜਾਂਦਾ, ਪਰ ਪੈਨ ਨਾਲ ਲਿਖਿਆ ਹੋਇਆ ਮਿਟਦਾ ਨਹੀਂ ਹੈ। ਕਿਉਂ? ਉਹਦੇ ਵਿੱਚ ਕੀ ਆ, ਇੱਕ ਡਿਸਟਰਬੈਂਸ ਕ੍ਰੀਏਟ ਹੋ ਜਾਏਗੀ। ਇੱਕ ਕੀ ਆ, ਉਹਦੇ ਅੰਦਰ ਇੱਕ ਅੰਤਰ ਜਿਹਾ ਆਉਣ ਲੱਗ ਜਾਂਦਾ ਬੱਚੇ ਦੇ ਅੰਦਰ, ਫਿਰ ਉਹ ਅੰਤਰ ਪਤਾ ਕਰਨ ਲੱਗ ਜਾਂਦਾ, ਰਿਲੇਸ਼ਨ ਪਤਾ ਕਰਨ ਲੱਗ ਜਾਂਦਾ ਨਾਲ ਨਾਲ, ਤੇ ਨਾਲ ਅੰਤਰ ਵੀ ਉਸਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਅੰਤਰ ਕੀ ਹੈ। ਫਿਰ ਹੌਲੀ ਹੌਲੀ ਉਸ ਚੀਜ਼ ਨੂੰ ਸਮਝਦਾ ਬੱਚਾ। ਜਦੋਂ ਉਹ ਚੀਜ਼ ਨੂੰ ਸਮਝੇਗਾ, ਉਹਦਾ ਜਿਹੜਾ ਡਿਸਟਰਬੈਂਸ ਉਹਦੇ ਦਿਮਾਗ ਦੇ ਅੰਦਰ, ਉਹਦੇ ਅੰਦਰ ਜੋ ਪਿਕਚਰ ਬਣੀਆਂ ਸੀ ਪਹਿਲਾਂ, ਜੋ ਤਸਵੀਰਾਂ ਉਹਦੇ ਅੰਦਰ ਬਣੀਆਂ ਸੀ ਕਿਸੇ ਵੀ ਚੀਜ਼ ਨੂੰ ਲੈ ਕੇ, ਆਬਜੈਕਟ ਨੂੰ ਲੈ ਕੇ, ਉਹਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ, ਠੀਕ ਆ। ਉਹ ਤਬਦੀਲੀ ਜਦੋਂ ਆਏਗੀ, ਉਹਦੇ ਵਿੱਚ ਡਿਸਟਰਬੈਂਸ ਆਏਗੀ, ਜਦੋਂ ਵੀ ਉਹ ਡਿਸਟਰਬ ਹੋਇਆ ਤੇ ਉਹਦੇ ਵਿੱਚ ਇਕੁਇਲਿਬਰੀਅਮ ਦੇ ਵਿੱਚ ਆ ਗਿਆ। ਦੇਖੋ ਹੁਣ ਇਕੁਇਲਿਬਰੀਅਮ ਦਾ ਮਤਲਬ ਹੈ, ਇੱਕ ਆਪਣੇ ਕੋਲੇ ਚੀਜ਼ ਹੈ, ਮੰਨ ਲਓ ਕਿ 1 kg ਦਾ ਕੀ ਹੈ, ਕੋਈ ਵੀ ਚੀਜ਼ ਹੈ 1 kg ਦਾ, 1 kg ਦੀ ਕੋਈ ਹੋਰ ਚੀਜ਼ ਹੈ ਆਪਣੇ ਕੋਲੇ, 1 ਕਿਲੋ ਦਾ, 1 ਕਿਲੋ ਦਾ ਆਪਣੇ ਕੋਲੇ ਤੱਕੜੀ ਹੈ, ਤੱਕੜੀ ਹੈ ਮੰਨ ਲਓ, ਠੀਕ ਹੈ, ਇਸ ਤਰ੍ਹਾਂ ਦਾ। ਉਹਦੇ ਉੱਤੇ 1 ਕਿਲੋ ਦਾ ਰੱਖਤਾ, 1 ਕਿਲੋ ਦਾ ਬਰਾਬਰ ਜਾਣਗੇ ਨਾ, ਇਹਨੂੰ ਕੀ ਕਹਾਂਗੇ, ਇਕੁਇਲਿਬਰੀਅਮ ਬਰਾਬਰ ਜਾ ਰਿਹਾ। ਉਸ ਤੋਂ ਬਾਅਦ ਜਦੋਂ ਕਿ ਹੁਣ ਇੱਕ ਸਾਈਡ ਭਾਰ ਹੋ ਗਿਆ ਬੱਚੇ ਦੇ, 2 ਕਿਲੋ ਆ ਗਿਆ, ਇੱਕ ਸਾਈਡ 1 ਕਿਲੋ ਆ, ਤੇ ਇਹਦਾ ਜਿਹੜਾ ਸਟਰਕਚਰ ਇਸ ਤਰ੍ਹਾਂ ਆ ਜਾਏਗਾ, ਠੀਕ ਹੈ, ਇਸ ਤਰ੍ਹਾਂ ਦੋ ਚੀਜ਼ਾਂ ਇਹਦੇ ਇੱਕ ਆ, ਤਾਂ ਕੀ ਆ, ਉਹ ਡਿਸਟਰਬੈਂਸ ਦੇ ਵਿੱਚ ਆ ਜਾਏਗਾ ਬੱਚਾ, ਕਿ ਉਹਦੇ ਅੰਦਰ ਨਵੀਆਂ ਚੀਜ਼ਾਂ ਪੈਦਾ ਹੋ ਜਾਣਗੀਆਂ। ਨਵੀਆਂ ਚੀਜ਼ਾਂ ਜੋ ਆਈਆਂ ਨੇ ਉਹ ਸਕੀਮਾਂ ਉਸ ਦੇ ਅੰਡਰ ਆਈਆਂ ਨੇ। ਸਕੀਮਾਂ ਕਿਸ ਨੇ ਦਿੱਤੀਆਂ? ਪਿਆਜੇ ਨੇ ਦਿੱਤੀ ਆ। ਪਿਆਜੇ ਉਸ ਦੀ ਕੀ ਗੱਲ ਕਰਦਾ, ਨੈਕਸਟ ਕੀ ਆ, ਅਕੋਮੋਡੇਸ਼ਨ। ਉਸ ਨੂੰ ਫਿਰ ਬੱਚਾ ਕੀ ਕਰੇਗਾ, ਇਹ ਚੀਜ਼ ਨੂੰ ਸਮਝੇਗਾ, ਪੈਨ ਤੇ ਪੈਨਸਲ ਵਿੱਚ ਜੋ ਅੰਤਰ ਹੈ ਫਿਰ ਉਹ ਸਮਝੇਗਾ, ਡੌਗ ਤੇ ਕਾਊ ਦੇ ਵਿੱਚ ਜੋ ਅੰਤਰ ਆ ਬੱਚਾ ਸਮਝਣ ਦੀ ਕੋਸ਼ਿਸ਼ ਕਰੇਗਾ। ਮੈਨੂੰ ਨਹੀਂ ਲੱਗਦਾ ਹੁਣ ਤੁਹਾਡੇ 'ਚ ਕੋਈ ਡਾਊਟ ਰਹਿੰਦਾ ਹੋਵੇ, ਕਿਉਂਕਿ ਕਰੇਗਾ ਇਹ ਕੀ ਆ, ਸਟੇਟ, ਜਿਹੜੀ ਸਟੇਟ ਆ ਬੈਲੈਂਸ ਕਰਨ ਦੀ ਬਿਟਵੀਨ ਦਾ ਐਸਿਮੀਲੇਸ਼ਨ ਇਨਫੋਰਮੇਸ਼ਨ, ਜਿਹੜੀ ਨਵੀਂ ਇਨਫੋਰਮੇਸ਼ਨ ਐਡ ਕੀਤੀ ਆ। ਅਸਿਮੀਲੇਸ਼ਨ ਦੇ ਵਿੱਚ ਨਵੀਂ ਇਨਫੋਰਮੇਸ਼ਨ ਜਦੋਂ ਐਡ ਹੁੰਦੀ ਆ ਤਾਂ ਉਹਦੇ ਵਿੱਚ ਕੀ ਇਕੁਇਲਿਬਰੀਅਮ ਦੇ ਵਿੱਚ ਜਾਂਦਾ ਹੈ ਬੱਚਾ, ਕਿਉਂਕਿ ਉਹ ਸਮਝਦਾ ਇਹ ਦੋਨੇ ਇੱਕੋ ਨੇ, ਪਰ ਜਦੋਂ ਉਹਦੇ ਅੱਗੇ ਆਪਾਂ ਨਵੀਂ ਕੰਡੀਸ਼ਨ ਰੱਖ ਦਿੰਦੇ ਆ, ਨਿਊ ਕੰਡੀਸ਼ਨ ਉਹਦੇ ਸਾਹਮਣੇ ਆ ਗਈ, ਤਾਂ ਉਹਦੇ ਤੋਂ ਪਰੇਸ਼ਾਨ ਹੋ ਜਾਂਦਾ, ਡਿਸਟਰਬੈਂਸ ਦੇਖਣ ਨੂੰ ਮਿਲਦੀ ਹੈ। ਡਿਸਟਰਬੈਂਸ ਹੋ ਕੇ ਬੱਚਾ ਫਿਰ ਉਹ ਚੀਜ਼ ਦੇ ਅੰਦਰ ਜੋ ਵੀ ਅੰਤਰ ਉਸ ਤੋਂ ਪਤਾ ਕਰਦਾ, ਉਸ ਤੋਂ ਬਾਅਦ ਉਹਦੇ ਅੰਦਰ ਜਿਹੜੀਆਂ ਵੱਖ-ਵੱਖ ਚੀਜ਼ਾਂ ਦੇ ਪਿਕਚਰ ਬਣਦੀ ਨੇ, ਫਿਰ ਉਹਨੂੰ ਕਹਾਂਗੇ ਅਕੋਮੋਡੇਸ਼ਨ। ਹੁਣ ਇਹਦੇ ਵਿੱਚ ਕੀ ਆ ਕਿ ਅਸਿਮੀਲੇਸ਼ਨ ਇਨਫੋਰਮੇਸ਼ਨ ਜਿਹੜੀ ਉਹਦੇ ਅੰਦਰ ਐਡ ਹੋਈ ਆ, ਤਾਂ ਉਹਦੇ ਵਿੱਚ ਕੀ ਆਊਟਰ ਸਾਈਡ ਵਰਲਡ ਦੀ ਗੱਲ ਕਰਾਂਗੇ। ਇਹਦੇ ਵਿੱਚ ਕਿ ਬਾਹਰੀ ਸੰਸਾਰ ਦੇ ਦੁਆਰਾ ਜੋ ਨਵੀਆਂ ਚੀਜ਼ਾਂ ਉਹ ਸਿੱਖੀਆਂ ਨੇ, ਉਹਦੇ ਵਿੱਚ ਫਿਰ ਅੰਤਰ ਪਤਾ ਲੱਗਣ ਲੱਗ ਜਾਂਦਾ ਹੈ, ਤੇ ਇਕੁਇਲਿਬਰੀਅਮ ਦੇ ਵਿੱਚ ਚਲਾ ਜਾਂਦਾ। ਡਿਸਇਕੁਇਲਿਬਰੀਅਮ ਦੱਸਤਾ ਤੁਹਾਨੂੰ ਕਿ ਇਹਦੇ ਵਿੱਚ ਕੀ ਆ, ਨਿਊ ਕੰਡੀਸ਼ਨ ਜਦੋਂ ਐਡ ਹੋਗੀ ਤਾਂ ਉਹਦੇ ਵਿੱਚ ਡਿਸਟਰਬੈਂਸ ਦੇਖਣ ਨੂੰ ਮਿਲੇਗੀ, ਜਿੱਥੇ ਕਿ ਬੱਚਾ ਨਵੀਆਂ ਚੀਜ਼ਾਂ ਫਿਰ ਐਡ ਕਰੇਗਾ। ਉਹਦੇ ਵਿੱਚ ਕੀ ਆ, ਅੰਤਰ ਡਿਫਰੈਂਸ ਜਿਹੜਾ ਰਹਿੰਦਾ ਹੈ, ਡਿਫਰੈਂਸ ਨੂੰ ਸਮਝੇਗਾ। ਇੱਥੇ ਕਿ ਜਦੋਂ ਡਿਫਰੈਂਸ ਸਮਝੇਗਾ, ਕੋਈ ਚੀਜ਼ ਐਡ ਹੋਈ ਆ, ਉਸ ਐਡ ਦੇ ਅੰਦਰ ਜੋ ਨਵੀਆਂ ਚੀਜ਼ਾਂ ਐਡ ਹੋਈਆਂ ਉਹਨੂੰ ਆਪਾਂ ਕੁਝ ਨਵੀਂ ਕੰਡੀਸ਼ਨ ਦਿੱਤੀ ਆ, ਤੇ ਉਹ ਸਮਝੇਗਾ ਉਸ ਚੀਜ਼ ਨੂੰ। ਉਹਦੇ ਅੰਦਰ ਡਿਸਟਰਬੈਂਸ ਤੇ ਹੋਏਗੀ, ਡਿਸਟਰਬੈਂਸ ਤੋਂ ਫਿਰ ਉਹ ਚੀਜ਼ ਦੇ ਅੰਦਰ ਜੋ ਵੀ ਅੰਤਰ ਆ ਉਹ ਦੋਨੇ ਚੀਜ਼ਾਂ ਨੂੰ, ਪੈਨ ਤੇ ਪੈਨਸਲ ਨੂੰ ਸਮਝੇਗਾ, ਇਹ ਚੀਜ਼ ਏਦਾਂ ਕਿਉਂ। ਫਿਰ ਕੀ ਆਇਆ, ਅਕੋਮੋਡੇਸ਼ਨ, ਜਿਹੜੀ ਕਿ ਮੋਸਟ ਇੰਪੋਰਟੈਂਟ ਆਪਣੇ ਕੋਲੇ ਹਮੇਸ਼ਾ ਹੀ ਇਸ ਤੋਂ ਕੁਐਸਚਨ ਦੇਖਣ ਨੂੰ ਮਿਲਦਾ ਹੈ, ਪੀਐਸ ਟੈਟ ਜਾਂ ਸੀ ਟੈਟ ਨੂੰ ਲੈ ਕੇ। ਅਕੋਮੋਡੇਸ਼ਨ ਦਾ ਕੀ ਮਤਲਬ ਆ? ਅਕੋਮੋਡੇਸ਼ਨ ਦਾ ਕੀ ਮਤਲਬ ਆ
ਕਿ ਐਡਜਸਟ ਕਰ ਲੈਂਦਾ ਹੈ ਸਾਰੀ ਨੌਲੇਜ, ਜੋ ਕਿ ਨਿਊ ਕੰਡੀਸ਼ਨ ਉਹਦੇ ਸਾਹਮਣੇ ਆਈ ਸੀਗੀ, ਉਸ ਦੇ ਵਿੱਚ ਡਿਸਇਕਵਿਲਿਬਰੀਅਮ ਆਇਆ ਹੈ, ਉਹਦੇ ਵਿੱਚ ਕੀ ਆ, ਅਨਸੰਤੁਲਨ ਆਇਆ ਹੈ, ਤੇ ਉਹਦੇ ਵਿੱਚੋਂ ਜੋ ਐਡਜਸਟ ਕਰ ਲਏਗਾ ਉਸ ਨੌਲੇਜ ਨੂੰ, ਐਡਜਸਟ ਕਰ ਲਏਗਾ, ਫਿਰ ਉਹਦੇ ਅੰਦਰ ਅਲੱਗ-ਅਲੱਗ ਪਿਕਚਰ ਬਣ ਜਾਏਗੀ, ਪੈਨਸਲ ਨੂੰ ਲੈ ਕੇ, ਪੈਨ ਨੂੰ ਲੈ ਕੇ, ਕਾਊ ਨੂੰ ਲੈ ਕੇ, ਡੌਗ ਨੂੰ ਲੈ ਕੇ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ ਅੰਦਰ ਪਿਕਚਰ ਬਣ ਜਾਣੀਆਂ, ਫਿਰ ਉਹ ਡਿਫਰੈਂਸ਼ੀਏਟ ਈਜ਼ੀਲੀ ਕਰ ਸਕਦਾ। ਨਵੀਂ ਜਦੋਂ ਇਨਫੋਰਮੇਸ਼ਨ ਐਡ ਹੋ ਗਈ, ਐਡਜਸਟ ਹੋ ਗਈ, ਐਡ ਹੋਈ ਆ, ਐਡਜਸਟ ਵੀ ਹੋ ਗਈ, ਉਹਨੇ ਆਪਣੇ ਅੰਦਰ ਵੱਖ-ਵੱਖ ਚੀਜ਼ਾਂ ਨੂੰ ਐਡਜਸਟ ਕਰ ਲਿਆ, ਮੈਨੀਪੂਲੇਟਿੰਗ ਕਰ ਲਿਆ ਦੋਨੇ ਚੀਜ਼ਾਂ ਨੂੰ, ਉਹ ਸਕੀਮਾ। ਤੇ ਉਹਦਾ ਜਿਹੜਾ ਲਾਸਟ ਸਕੀਮਾ ਆ ਪਿਆਜੇ ਦਾ, ਉਹ ਹੈ ਅਕਾਮੋਡੇਸ਼ਨ। ਦੇ ਵਿੱਚ ਕੀ ਆ ਕਿ ਇਹਦੇ ਵਿੱਚ ਸਕੀਮਾ ਅਨੁਕੂਲਿਤ ਹੇਰਾਫੇਰੀਆਂ ਦੇ ਵਿੱਚ ਜੋ ਵੀ ਅੰਤਰ ਹੈ ਉਸਦੇ ਬਾਰੇ ਪਤਾ ਲੱਗ ਜਾਏਗਾ। ਦੇਖੋ ਇਹਦੇ ਵਿੱਚ ਕੀ ਹੈ, ਫਿਰ ਦੱਸ ਦਿੰਦਾ, ਅਸਿਮੀਲੇਸ਼ਨ ਦੇ ਵਿੱਚ ਕੋਈ ਚੀਜ਼ ਐਡ ਹੋਈ ਆ, ਮੰਨ ਲਓ ਨਵੀਂ ਚੀਜ਼ ਉਹਨੇ ਦੇਖੀ ਹੈ, ਪੈਨ ਤੇ ਪੈਨਸਲ, ਦੇਖੋ ਇੱਕ ਕੀ ਹੈ, ਪੈਨ ਹੈ, ਇੱਕ ਪੈਨਸਲ ਹੈ, ਇਹਨਾਂ ਵਿੱਚ ਬੱਚੇ ਨੂੰ ਅੰਤਰ ਨਹੀਂ ਪਤਾ ਲੱਗਿਆ ਸਟਾਰਟਿੰਗ 'ਚ, ਉਹਨੂੰ ਆਪਾਂ ਦੋਨੇ ਚੀਜ਼ਾਂ ਦਿਖਾਤੀਆਂ ਵੀ ਇਹ ਤੈਨੂੰ ਲਿਖਣ ਦੇ ਲਈ ਦਿੱਤੀਆਂ, ਬੱਚਾ ਲਿਖਣ ਦੀ ਕੋਸ਼ਿਸ਼ ਕਰੇਗਾ, ਠੀਕ ਆ, ਤੇ ਉਹ ਕੀ ਆ, ਲਿਖਣ ਦੀ ਕੋਸ਼ਿਸ਼ ਕਰੇਗਾ, ਉਹਦੇ ਅੰਦਰ ਪਹਿਲੇ ਹੀ ਬਣਿਆ ਹੋਇਆ ਵੀ ਪੈਨਸਲ ਨਾਲ ਲਿਖ ਸਕਦੇ, ਪੈਨ ਨਾਲ ਵੀ ਲਿਖ ਸਕਾਂਗੇ, ਇਕੁਇਲਿਬਰੀਅਮ ਦੇ ਵਿੱਚ ਆਏਗਾ। ਫਿਰ ਉਹਨੂੰ ਕਹਾਂਗੇ ਬੱਚੇ ਤੂੰ ਲਿਖ ਤਾਂ ਸਕਦਾ ਆ, ਪਰ ਪੈਨ ਦਾ ਲਿਖਿਆ ਹੋਇਆ ਮਿਟਦਾ ਨਹੀਂ ਹੈ, ਠੀਕ ਹੈ, ਪੈਨ ਦਾ ਲਿਖਿਆ ਮਿਟ ਨਹੀਂ ਸਕਦਾ, ਪਰ ਪੈਨਸਲ ਦਾ ਲਿਖਿਆ ਮਿਟ ਸਕਦਾ ਹੈ, ਤੂੰ ਮਿਟਾ ਸਕਦਾ, ਠੀਕ ਹੈ, ਇੱਥੇ ਤੱਕ ਪਤਾ ਲੱਗ ਗਿਆ। ਹੁਣ ਬੱਚਾ ਕਹੇਗਾ ਇਹਨੂੰ ਲਿਖੇਗਾ, ਲਿਖ ਕੇ ਮਿਟ ਜਾਏਗਾ, ਫਿਰ ਇਹਦੇ ਨਾਲ ਵਧੀਆ ਲਿਖ ਸਕਦਾ ਹੈ, ਫਿਰ ਕੀ ਹੈ, ਪੈਨਸਲ ਦੀ ਕੋਸ਼ਿਸ਼ ਕਰੇਗਾ ਵੀ ਪੈਨਸਲ ਇਹ ਖਤਮ ਹੋ ਜਾਂਦੀ ਹੈ, ਫਿਰ ਇਹਨੂੰ ਘੜਨ ਦੀ ਲੋੜ ਪੈਂਦੀ ਹੈ, ਛਿੱਲਣ ਦੀ ਲੋੜ ਪੈਂਦੀ ਹੈ, ਪੈਨ ਨੂੰ ਨਹੀਂ ਪੈਂਦੀ, ਫਿਰ ਇਹਦੇ ਅੰਦਰ ਆਪਾਂ ਨਈ ਕੰਡੀਸ਼ਨ ਉਹਦੇ ਅੰਦਰ ਕਰਤੀ, ਜਿੱਥੇ ਕਿ ਡਿਸਟਰਬੈਂਸ ਦੇਖਣ ਨੂੰ ਮਿਲਦੀ ਹੈ, ਜਿੱਥੇ ਕਿ ਬੱਚਾ ਪਰੇਸ਼ਾਨ ਹੋਏਗਾ ਦੋਨੇ ਚੀਜ਼ਾਂ ਨੂੰ ਲੈ ਕੇ, ਪੈਨ ਤੇ ਪੈਨਸਲ ਨੂੰ, ਤੇ ਫਿਰ ਕੀ ਆਏਗਾ, ਉਹ ਚੀਜ਼ ਨੂੰ ਐਡਜਸਟ ਕਰ ਲਏਗਾ, ਫਿਰ ਉਹ ਅੰਤਰ ਪਤਾ ਕਰ ਲਏਗਾ ਈਜ਼ੀਲੀ ਵੀ ਪੈਨ ਤੇ ਪੈਨਸਲ ਵਿੱਚ ਕੀ ਅੰਤਰ ਹੈ। ਫਿਰ ਉਹ ਜਦੋਂ ਇਹੋ ਜਿਹਾ ਕੰਮ ਕਰਨਾ ਹੋਇਆ ਨਾ ਜਿਹੜਾ ਮਿਟੇਜ ਸਕਦਾ ਹੋਵੇ, ਜਿਵੇਂ ਕਿ ਆਰਟ ਦਾ ਕੰਮ ਹੋਇਆ, ਡਰਾਇੰਗ ਦਾ ਕੰਮ ਹੋਇਆ, ਫਿਰ ਪੈਨਸਲ ਨਾਲ ਕਰੇਗਾ, ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ, ਪਰ ਜੇ ਉਹਨੇ ਲਿਖਣਾ ਹੋਇਆ ਫਿਰ ਪੈਨ ਨਾਲ ਲਿਖ ਸਕਦਾ ਈਜ਼ੀਲੀ। ਆਪਾਂ ਦੇਖਦੇ ਹਾਂ ਨਾ, ਪੈਨ ਜਿਹੜੇ ਸਟਾਰਟ ਹੁੰਦੇ ਨੇ 5ਵੀਂ ਕਲਾਸ ਜਾਂ 6ਵੀਂ ਕਲਾਸ ਤੋਂ ਬਾਅਦ ਸਟਾਰਟ ਹੁੰਦੇ ਨੇ, ਕਿਉਂ, ਕਿਉਂਕਿ ਇਹ ਥਿਊਰੀ ਇਹਨਾਂ ਦੀ ਢੁਕਦੀ ਹੈ, ਜਿਹੜੀ ਕਿ ਸਭ ਤੋਂ ਪਹਿਲਾਂ ਅਮਰੀਕਾ ਨੇ ਅਪਣਾਈ ਹੈ। ਅਮਰੀਕਾ ਅੱਜ ਵੀ ਇਸ ਥਿਊਰੀ ਦੇ ਉੱਤੇ ਵਰਕ ਕਰ ਰਹੀ ਹੈ। ਕਿਵੇਂ ਵਰਕ ਕਰ ਰਹੀ ਆ, ਅਗਰ ਜੋ ਵੀ ਬੱਚੇ ਦੇ ਪਹਿਲਾਂ ਸੈੱਲ ਚੈੱਕ ਕਰਦੇ ਨੇ, ਉਹਦੀ ਸਟਰਕਚਰ ਦੇਖੀ ਜਾਂਦੀ ਆ, ਉਹਦੇ ਜੀਨਸ ਦੇਖੇ ਜਾਂਦੇ ਨੇ, ਫਿਰ ਉਸਦੇ ਅਕੋਰਡਿੰਗ ਬੱਚੇ ਨੂੰ ਉਹਦੇ ਏਮਸ ਦੱਸੇ ਜਾਂਦੇ ਆ, ਗੋਲ ਦੱਸੇ ਜਾਂਦੇ ਆ, ਫਿਰ ਉਹ ਬੱਚਾ ਅਚੀਵ ਕਰੇਗਾ। ਉਸਨੂੰ ਪਹਿਲਾਂ ਹੀ ਸਟਾਰਟਿੰਗ 'ਚੋਂ ਹੀ ਬੱਚੇ ਨੂੰ ਕੀ ਕਰ ਦਿੰਦੇ ਆ, ਮੋਟੀਵੇਟ ਕਰ ਦਿੰਦੇ ਕਿਸੇ ਚੀਜ਼ ਨੂੰ। ਅਗਰ ਪਲੇਅਰ ਬਣਨਾ ਤਾਂ ਪਲੇਅਰ ਦੇ ਪਹਿਲਾਂ ਸੈੱਲ ਦੇਖੇ ਜਾਣਗੇ, ਫਿਰ ਦੇਖਣਗੇ ਕਿਸ ਤਰ੍ਹਾਂ ਦੇ ਸੈੱਲ ਆਏ, ਫਿਰ ਉਸਦੇ ਅਕੋਰਡਿੰਗ ਹੀ ਉਹਨੂੰ ਗੇਮ ਦੇ ਵਿੱਚ ਪਾਇਆ ਜਾਏਗਾ। ਅਗਰ ਉਹਦੀ ਹਾਈਟ ਇੰਕਰੀਜ਼ ਹੋਏਗੀ ਤਾਂ ਉਹਨੂੰ ਬਾਸਕਟਬਾਲ ਖਿਲਾਈ ਜਾਏਗੀ, ਅਗਰ ਛੋਟਾ ਹੈ ਉਹਨੂੰ ਐਥਲੀਟ ਬਣਾਇਆ ਜਾਏਗਾ, ਅਗਰ ਕਾਫੀ ਉਹਦੇ ਪੈਰ ਅੱਛੇ ਨੇ, ਮਤਲਬ ਕਿ ਸਟਰੋਂਗ ਨੇ, ਉਹਨੂੰ ਵਾਲੀਬਾਲ ਜਾਂ ਉਸਦੇ ਨਾਲ ਫੁੱਟਬਾਲ ਖਿਡਾਈ ਜਾਏਗੀ। ਇਸ ਤਰ੍ਹਾਂ ਵੱਖ-ਵੱਖ ਚੀਜ਼ਾਂ ਇਹ ਦੇਖਣ ਨੂੰ ਮਿਲਦੀਆਂ ਨੇ। ਹੁਣ ਗੱਲ ਕਰਦੇ ਹਾਂ ਮੋਸਟ ਇੰਪੋਰਟੈਂਟ, ਅਡੈਪਟੇਸ਼ਨ। ਜਦੋਂ ਕਿ ਇਹ ਸਾਰੇ ਪ੍ਰੋਸੈਸ ਹੋ ਗਿਆ, ਅਸਿਮੀਲੇਸ਼ਨ ਤੋਂ ਜੋ ਨਵੀਂ ਚੀਜ਼ ਐਡ ਹੋਈ ਆ, ਤੇ ਜਦੋਂ ਉਹਨੇ ਐਡਜਸਟ ਕਰ ਲਿਆ ਉਹ ਨਵੀਂ ਚੀਜ਼ ਨੂੰ ਆਪਣੀ ਨੌਲੇਜ ਦੇ ਵਿੱਚ, ਨਵੀਆਂ ਪਿਕਚਰ ਬਣਾ ਲਈ ਪੈਨ ਨੂੰ ਲੈ ਕੇ, ਪੈਨਸਲ ਨੂੰ ਲੈ ਕੇ, ਤਾਂ ਉਸ ਪ੍ਰੋਸੈਸ ਨੂੰ ਕੀ ਕਹਾਂਗੇ, ਅਡੈਪਟੇਸ਼ਨ। ਵੀ ਉਹ ਚੀਜ਼ ਉਸਨੇ ਅਪਣਾ ਲਈ, ਅਧੀਨ ਕਰ ਲਈ ਆਪਣੇ ਅੰਦਰ। ਹੁਣ ਅਗਰ ਪੈਨ ਤੇ ਪੈਨਸਲ ਉਹਨੂੰ ਕਦੇ ਵੀ ਉਹਦੇ ਸਾਹਮਣੇ ਰੱਖੀ, ਤਾਂ ਅਗਰ ਕੋਈ ਡਰਾਇੰਗ ਵਾਲਾ ਕੰਮ ਕਰਨਾ ਤਾਂ ਪੈਨਸਲ ਉਠਾਏਗਾ, ਕਦੇ ਪੈਨ ਨਹੀਂ ਉਠਾਏਗਾ। ਅਗਰ ਲਿਖਣ ਵਾਲਾ ਕੰਮ ਹੈ ਤਾਂ ਉਹ ਪੈਨ ਉਠਾਏਗਾ ਬੱਚਾ, ਪੈਨਸਲ ਨਹੀਂ ਉਠਾਏਗਾ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਡਿਫਰੈਂਸ਼ੀਏਟ ਕਰਕੇ ਅਡੈਪਟੇਸ਼ਨ ਕਰ ਲਏਗਾ, ਨਵੀਆਂ ਚੀਜ਼ਾਂ ਆਪਣੇ ਅੰਦਰ ਐਡ ਕਰ ਲਏਗਾ, ਪਿਕਚਰ ਬਣਾ ਲਏਗਾ, ਉਸਦੀ ਤਸਵੀਰ ਬਣਾ ਲਏਗਾ, ਇਸ ਤਰ੍ਹਾਂ ਇਹ ਕੰਮ ਇੱਥੇ ਆ ਰਹੀ ਹੈ, ਇੱਥੇ ਇਹ ਕੰਮ ਆ ਰਹੀ ਹੈ। ਇੱਥੋਂ ਤੱਕ ਆਈ ਹੋਪ ਕਿ ਤੁਹਾਨੂੰ ਸਮਝ ਲੱਗਿਆ ਹੋਣਾ, ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਡਿਸਕਸ ਕਰ ਚੁੱਕੇ ਹਾਂ। ਹਾਂਜੀ, ਨੈਕਸਟ ਆਪਣੇ ਜਿਹੜੀ ਕਿ 4 ਸਟੇਜਸ ਦਿੱਤੀਆਂ ਨੇ, 4 ਪੜਾਅ ਦਿੱਤੇ ਨੇ ਪਿਆਜੇ ਨੇ। ਸਭ ਤੋਂ ਕਿਹੜਾ ਹੈ, ਸੈਂਸਰੀ ਮੋਟਰ ਸਟੇਜ। ਤਾਂ ਇਹ ਕੀ ਆ, ਵਰਤੋਂ 2 ਸਾਲ ਤੱਕ, ਜਨਮ ਤੋਂ ਲੈ ਕੇ 2 ਸਾਲ ਦੀ ਉਮਰ ਤੱਕ ਇਹ ਕੀ ਆ, ਸੈਂਸਰੀ ਮੋਟਰ ਸਟੇਜ ਰਹੇਗੀ, ਜਿਹੜੀ ਕਿ ਆਪਾਂ ਨੂੰ ਜੀਨ ਪਿਆਜੇ ਦੀ ਹੈ। ਸੈਕੰਡ ਸਟੇਜ ਕਿਹੜੀ ਹੈ, ਪ੍ਰੀ ਆਪਰੇਸ਼ਨਲ ਸਟੇਜ, ਜਿਹੜੀ ਕਿ 2 ਤੋਂ 6 ਸਾਲ ਦੀ ਉਮਰ ਤੱਕ ਰਹਿੰਦੀ ਹੈ, ਜਿਹੜੀ ਕਿ 2 ਤੋਂ 6 ਸਾਲ ਦੀ ਉਮਰ ਤੱਕ ਪ੍ਰੀ ਆਪਰੇਸ਼ਨ ਸਟੇਜ ਰਹਿੰਦੀ ਹੈ। ਉਸ ਤੋਂ ਬਾਅਦ ਕੀ ਆ, ਕੰਕਰੀਟ ਆਪਰੇਸ਼ਨ ਸਟੇਜ, ਜਿਹੜੀ ਕਿ 7 ਤੋਂ 11 ਸਾਲ ਦੀ ਉਮਰ ਤੱਕ ਰਹਿੰਦੀ ਹੈ। ਉਸ ਤੋਂ ਬਾਅਦ ਫਾਰਮਲ ਆਪਰੇਸ਼ਨ ਸਟੇਜ, ਜਿਹੜੀ ਕਿ 11 ਤੋਂ 15 ਵੀ ਮੰਨ ਸਕਦੇ ਆ, ਜਾਂ ਫਿਰ 12 ਤੋਂ ਅਬਵ ਮੰਨ ਸਕਦੇ ਆ, ਠੀਕ ਹੈ, 12 ਤੋਂ ਅਬਵ ਏਜ ਫਾਰਮਲ ਆਪਰੇਸ਼ਨ ਜਿਹੜੀ ਕਿ ਸਟੇਜ ਰਹੇਗੀ, ਜਿਹੜੀ ਕਿ ਜੀਨ ਪਿਆਜੇ ਨੇ। ਇਹ ਪੁੱਛਿਆ ਜਾ ਸਕਦਾ ਹੈ, ਇਹਨਾਂ ਵਿੱਚੋਂ ਕੋਈ ਲੈਵਾਗੋਸਕੀ ਦੀ ਅਲੱਗ ਤੋਂ ਇਹਨਾਂ ਨੇ ਸਟੇਜ ਨਹੀਂ ਦਿੱਤੀਆਂ। ਅਗਰ ਇਹਦੇ ਵਿੱਚੋਂ ਲੈਵਾਗੋਸਕੀ ਦੇ ਵਿੱਚ ਆਇਆ, ਇਸ ਤਰ੍ਹਾਂ ਇਹ 4 ਆਪਸ਼ਨ ਨੇ, 3 ਆਪਸ਼ਨ ਨੇ, ਇਹਨਾਂ ਵਿੱਚੋਂ ਨਨ ਆਫ ਦਾ ਅਬਵ ਆਇਆ ਤਾਂ ਤੁਹਾਡਾ ਨਨ ਆਫ ਦਾ ਅਬਵ ਆਏਗਾ। ਅਗਰ ਲੈਵਾਗੋਸਕੀ ਦੇ ਕੋਈ 4-5 ਤੁੱਕਾਂ ਦਿੱਤੀਆਂ ਨੇ, ਉਹਦੇ ਵਿੱਚੋਂ ਇੱਕ ਤੁੱਕ ਇਹਨੂੰ ਐਡ ਕਰਤੀ, ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਐਡ ਕਰਤੀ ਐਮਸੀਕਿਊ ਦੇ ਵਿੱਚ, ਮੰਨ ਲਓ ਕਿ ਕੋਈ ਵੀ ਹੈ, ਕੰਕਰੀਟ ਆਪਰੇਸ਼ਨ ਪਿਆਜੇ ਦੀ ਕੋਈ
ਜਿਹੜੀ ਕਿ ਸਟੇਜਸ ਆ ਉਹ ਚੁਣੋ, ਤਾਂ ਉਹਦੇ ਵਿੱਚ ਕੰਕਰੀਟ ਹੋਈ ਜਾਂ ਪ੍ਰੀ ਆਪਰੇਸ਼ਨ ਹੋਇਆ, ਸੈਂਸਰੀ ਹੋਇਆ, ਫਾਰਮਲ ਹੋਇਆ, ਤਾਂ ਫਿਰ ਤੁਸੀਂ ਉਹਨਾਂ ਵਿੱਚੋਂ ਕੋਈ ਇੱਕ ਹੋਈ ਤਾਂ ਟਿਕ ਕਰ ਦੇਣਾ, ਉਹ ਸਹੀ ਉੱਤਰ ਹੋਏਗਾ। ਇਸ ਤਰ੍ਹਾਂ ਦੇ MCQ ਦੇਖਣ ਨੂੰ ਮਿਲਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੈਂਸਰੀ ਮੋਟਰ ਸਕਿੱਲ ਦੀ। ਤਾਂ ਸੈਂਸਰੀ ਮੋਟਰ ਸਕਿੱਲ ਜਿਹੜੀ ਸਟੇਜ ਹੈ, ਸੌਰੀ ਸੈਂਸਰੀ ਮੋਟਰ ਸਕਿੱਲ ਨਹੀਂ ਹੈ, ਸੈਂਸਰੀ ਮੋਟਰ ਸਟੇਜ ਹੈ, ਜਿਹੜੀ ਕਿ 0 ਤੋਂ ਲੈ ਕੇ 2 ਸਾਲ ਦੀ ਉਮਰ ਰਹਿੰਦੀ ਹੈ, ਜਿੱਥੇ ਕਿ ਛੋਟਾ ਬੱਚਾ ਹੁੰਦਾ। ਤਾਂ ਇਹਦਾ ਮਤਲਬ ਕੀ ਆ ਕਿ ਬੱਚਾ ਸੈਂਸ ਮੋਟਰ ਦੀ ਗੱਲ ਕਰਾਂਗੇ, ਸੈਂਸ ਦੇ ਦੁਆਰਾ ਸਿੱਖਦਾ ਹੈ। ਬੱਚਾ ਕੀ ਆ, ਆਪਣੀ ਗਿਆਨ ਇੰਦਰੀਆਂ ਦੇ ਦੁਆਰਾ ਸਿੱਖਦਾ ਹੈ। ਸਭ ਨੂੰ ਪਤਾ ਜੋ ਛੋਟਾ ਬੱਚਾ ਹੁੰਦਾ ਆਪਣੀਆਂ ਗਿਆਨ ਇੰਦਰੀਆਂ ਦੇ ਦੁਆਰਾ, ਜਿਵੇਂ ਕੰਨ, ਨੱਕ, ਮੂੰਹ, ਜੀਭ, ਇਸ ਤਰ੍ਹਾਂ ਦੇ ਜਿਹੜੇ ਆ ਅੱਖਾਂ ਆ, ਉਸ ਤੋਂ ਬਹੁਤ ਸਾਰਾ ਕੁਝ ਸਿੱਖਣ ਨੂੰ ਬੱਚੇ ਨੂੰ ਮਿਲਦਾ ਹੈ। ਇਹ ਵੀ ਕਿਹਾ ਜਾਂਦਾ ਕਿ ਸੈਂਸਸ ਆਰ ਦਾ ਟੀਚਰ, ਕਿ ਉਹਦੀਆਂ ਜਿਹੜੀਆਂ ਗਿਆਨ ਇੰਦਰੀਆਂ ਤੇ ਬੱਚੇ ਦੇ ਕੀ ਆ, ਅਧਿਆਪਕ ਨੇ। ਅਗਰ ਆਪਾਂ ਫਸਟ ਗੱਲ ਕਰੀਏ ਫਸਟ ਟੀਚਰ ਦੀ, ਤਾਂ ਫਸਟ ਟੀਚਰ ਆਪਾਂ ਕਹਿੰਦੇ ਆ ਨਾ ਮਦਰ ਹੁੰਦੀ ਆ, ਪਰ ਅਗਰ ਪਿਆਜੇ ਦੇ ਅਕੋਰਡਿੰਗ ਪੁੱਛਿਆ ਨਾ ਕੁਐਸਚਨ, ਤਾਂ ਫਿਰ ਤੁਸੀਂ ਕਹੋਗੇ ਗਿਆਨ ਇੰਦਰੀਆਂ। ਸਭ ਤੋਂ ਪਹਿਲਾ ਟੀਚਰ ਕੌਣ ਹੈ, ਗਿਆਨ ਇੰਦਰੀਆਂ, ਠੀਕ ਹੈ, ਜਦ ਸੈਂਸਸ ਨੇ ਕਹਾਂਗੇ, ਜੇਕਰ ਪਿਆਜੇ ਦੇ ਅਕੋਰਡਿੰਗ ਪੁੱਛਿਆ ਗਿਆ। ਹਾਂਜੀ, ਉਸ ਤੋਂ ਬਾਅਦ ਕੀ ਆ, ਜਦੋਂ ਬੱਚਾ ਗਿਆਨ ਇੰਦਰੀਆਂ ਤੋਂ ਸਿੱਖੇਗਾ, ਬਹੁਤ ਸਾਰੀਆਂ ਚੀਜ਼ਾਂ ਉਹ ਫਿਰ ਕੀ ਕਰੇਗਾ, ਫੀਲ ਕਰਕੇ ਸਿੱਖੇਗਾ, ਉਹਨੂੰ ਛੂ ਕੇ ਸਿੱਖੇਗਾ, ਫਿਰ ਉਹਨੂੰ ਕੀ ਹੋਵੇ, ਰਿਫਲੈਕਸ਼ਨ ਦੇ ਦੁਆਰਾ ਸਿੱਖੇਗਾ, ਕਿ ਪ੍ਰਤੀਬਿੰਬ ਦੇ ਦੁਆਰਾ ਦੇਖੇਗਾ ਬੱਚਾ, ਫਿਰ ਉਹਨੂੰ ਛੂਹਣ ਦੀ ਕੋਸ਼ਿਸ਼ ਕਰੇਗਾ। ਜੇਕਰ ਬੱਚੇ ਨੂੰ ਇਸ ਤਰ੍ਹਾਂ ਪਤਾ ਲੱਗ ਗਿਆ ਵੀ ਕੋਈ ਚੀਜ਼, ਚਾਹ ਮੰਨ ਲਓ ਗਰਮ ਹੁੰਦੀ ਹੈ, ਫਿਰ ਉਹ ਬੱਚਾ ਜਦੋਂ ਚਾਹ ਕਿਸੇ ਨੂੰ ਦੇਵਾਂਗੇ ਉਹ ਗਰਮ ਆ, ਉਹਨੂੰ ਪਤਾ ਲੱਗ ਗਈ, ਉਹ ਕੋਸ਼ਿਸ਼ ਕਰੇਗਾ ਉਸ ਨੂੰ ਹਟ ਕੇ ਪਾਸੇ ਹੋਣ ਦੀ। ਅਗਰ ਬੱਚੇ ਨੂੰ ਪਤਾ ਲੱਗ ਗਿਆ ਵੀ ਇਸ ਤੋਂ ਆਪਾਂ ਨੂੰ ਪੀੜ ਲੱਗਦੀ ਆ ਜਾਂ ਦਰਦ ਹੁੰਦਾ, ਤਾਂ ਬੱਚਾ ਉਸਦੇ ਕੋਲੇ ਨਹੀਂ ਜਾਏਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ। ਇਸ ਤਰ੍ਹਾਂ ਦੇ ਰਿਫਲੈਕਸ਼ਨਸ ਦੇਖਣ ਨੂੰ ਆਪਾਂ ਨੂੰ ਮਿਲਦੀਆਂ ਨੇ, ਜਿੱਥੇ ਕਿ ਬੱਚਾ ਛੂ ਕੇ ਫੀਲ ਕਰਕੇ ਉਹ ਚੀਜ਼ ਦੇ ਬਾਰੇ ਸਿੱਖਦਾ ਹੈ। ਸਭ ਤੋਂ ਵੱਡਾ ਰਿਫਲੈਕਸ਼ਨ ਪੁੱਛਿਆ ਜਾ ਸਕਦਾ ਹੈ ਸੈਂਸਰੀ ਮੋਟਰ ਸਟੇਜ ਦੇ ਵਿੱਚ। ਤੀਸਰਾ ਜਿਹੜਾ ਆਪਣੇ ਕੋਲ ਹੈ ਡੈਫਰ ਐਮੀਟੇਟਿਵ ਜਾਂ ਬਿਹੇਵੀਅਰ। ਬੱਚਾ ਕੀ ਆ, ਬੱਚਾ ਮੈਂ ਅਨੁਕਰਨ ਦੇ ਦੁਆਰਾ ਸਿੱਖਦਾ ਹੈ, ਇਹ ਸਭ ਨੂੰ ਪਤਾ ਹੈ। ਅਨੁਕਰਨ ਕੀ ਹੈ, ਨਕਲ ਕਰਨਾ। ਜੇ ਕੋਈ ਛੋਟਾ ਬੱਚਾ ਕੀ ਸਿੱਖੇਗਾ, ਅਨੁਕਰਨ ਦੇ ਦੁਆਰਾ ਸਿੱਖੇਗਾ, ਨਕਲ ਕਰਕੇ ਸਿੱਖੇਗਾ, ਅਨੁਕਰਨ। ਦੇਖੋ ਘਰ ਦੇ ਵਿੱਚ ਮੰਨ ਲਓ ਛੋਟਾ ਬੱਚਾ ਹੈ, ਉਹ ਕੋਲ ਕੋਈ ਬੈਠਾ ਹੈ ਤੇ ਨਾਲ ਕੋਈ ਮੰਨ ਲਓ ਕਿ ਸਟੱਡੀ ਕਰ ਰਿਹਾ, ਪੜ੍ਹ ਰਿਹਾ ਜਾਂ ਲਿਖ ਰਿਹਾ ਹੈ, ਤਾਂ ਬੱਚਾ ਛੋਟਾ ਨਾ ਕੀ ਕਰੇਗਾ, ਕੋਸ਼ਿਸ਼ ਕਰੇਗਾ ਕਿ ਉਹਦਾ ਪੈਨ ਹੱਥ 'ਚ ਹੋਵੇ ਤੇ ਕਾਪੀ ਹੱਥ 'ਚ ਹੋਵੇ, ਤਾਂ ਲਿਖਣ ਦੀ ਕੋਸ਼ਿਸ਼ ਕਰੇਗਾ ਉੱਥੋਂ, ਚਾਹੇ ਉਹ ਲਾਈਨ ਹੀ ਮਾਰਦਾ ਹੋਵੇ, ਇਕੱਲੇ ਇਸ ਤਰ੍ਹਾਂ ਲਾਈਨਾਂ ਮਾਰਦਾ ਹੋਵੇ ਇਸ ਤਰ੍ਹਾਂ, ਪਰ ਉਹ ਲਿਖਣ ਦੀ ਕੋਸ਼ਿਸ਼ ਤਾਂ ਕਰ ਰਿਹਾ, ਕਾਪੀ ਤਾਂ ਕਰ ਰਿਹਾ। ਮਤਲਬ ਘਰ ਦੇ ਵਿੱਚ ਕੋਈ ਬਾਈਕ ਤੇ ਬੈਠ ਕੇ ਕਿਤੇ ਜਾ ਰਿਹਾ, ਮਤਲਬ ਕਿ ਕਿਤੇ ਬਾਹਰ ਜਾ ਰਿਹਾ, ਕੰਮ ਤੇ ਜਾ ਰਿਹਾ, ਤਾਂ ਬੱਚਾ ਕੀ ਆ, ਕਦੇ ਨਾ ਕਦੇ ਬਾਈਕ ਦੇਖ ਕੇ, ਕੰਮ ਤੇ ਜਾਣ ਵਾਲਾ ਜਿਹੜਾ ਪ੍ਰੋਸੈਸ ਹੈ ਉਸਨੂੰ ਦੇਖ ਕੇ ਬੱਚਾ ਕਦੇ ਨਾ ਕਦੇ ਬਾਈਕ ਉੱਤੇ ਬੈਠਣ ਦੀ ਕੋਸ਼ਿਸ਼ ਕਰੇਗਾ, ਖੁਸ਼ ਹੋਏਗਾ ਵੀ ਮੈਂ ਵੀ ਬਾਈਕ ਦੇ ਉੱਤੇ ਬੈਠਾਂ, ਚਾਹੇ ਉਹ ਤੋਂ ਚੱਲੇ ਨਾ ਚੱਲੇ, ਪਰ ਉਹ ਕੋਸ਼ਿਸ਼ ਕਰੇਗਾ। ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਇਸ ਸੈਂਸਰੀ ਮੋਟਰ ਸਟੇਜ ਦਾ ਹੈ, ਉਹ ਹੈ ਆਬਜੈਕਟ ਪਰਮਾਨੈਂਸ, ਇਹਦੀ ਵਸਤੂ ਸਥਾਈਤਾ। ਮਤਲਬ ਕਿ ਇੱਥੇ ਕੀ ਆ, ਬੱਚਾ ਆਬਜੈਕਟ ਪਰਮਾਨੈਂਸ ਹੋ ਜਾਂਦੀ ਹੈ। ਕੋਈ ਵੀ ਚੀਜ਼ ਬੱਚੇ ਦੇ ਅੱਗੇ ਰੱਖੀ ਹੋਈ ਹੈ, ਕੋਈ ਵੀ ਆਬਜੈਕਟ ਰੱਖਿਆ ਹੋਇਆ, ਤਾਂ ਉਸ ਆਬਜੈਕਟ ਦੇ ਅਕੋਰਡਿੰਗ ਬੱਚੇ ਦੇ ਅੰਦਰ ਇੱਕ ਪਿਕਚਰ ਬਣ ਜਾਏਗੀ, ਤਸਵੀਰ ਬਣ ਜਾਏਗੀ, ਪਿਕਚਰ। ਤਾਂ ਉਹ ਫਿਰ ਬਾਰ-ਬਾਰ ਉਹ ਚੀਜ਼ ਮੰਗੇਗਾ। ਮੰਨ ਲਓ ਕਿ ਖਿਡੌਣਾ ਬੱਚੇ ਕੋਲ ਇੱਕ ਟੈਡੀ ਬੀਅਰ ਆ, ਟੈਡੀ ਬੀਅਰ ਹੈ ਉਹਦੇ ਕੋਲ, ਬੱਚੇ ਕੋਲ, ਤਾਂ ਉਹ ਡੇਲੀ ਬੱਚਾ ਉਸ ਨਾਲ ਖੇਡਦਾ ਹੈ। ਮੰਨ ਲਓ ਇਹ ਟੈਡੀ ਬੀਅਰ ਹੈ, ਇਹਦੀ ਕੋਈ ਆਰਟ ਚੰਗੀ ਨਹੀਂ ਹੈ, ਚਲੋ ਫਿਰ ਵੀ ਹਨਾ, ਟੈਡੀ ਬੀਅਰ ਨਾਲ ਖੇਡਦਾ ਹੈ। ਮੰਨ ਲਓ ਇੱਕ ਦਿਨ ਆਪਾਂ ਟੈਡੀ ਬੀਅਰ ਉਸਨੂੰ ਨਹੀਂ ਦਿੱਤਾ, ਤਾਂ ਬੱਚਾ ਕੋਸ਼ਿਸ਼ ਕਰੇਗਾ, ਉਹ ਟੈਡੀ ਬੀਅਰ ਉਸਨੂੰ ਮੰਗੇਗਾ ਵੀ ਮੈਨੂੰ ਟੈਡੀ ਬੀਅਰ ਦਿਓ। ਉਹਦੇ ਕੋਲ ਕੋਈ ਟੈਡੀ ਬੀਅਰ ਹੈ ਤਾਂ ਉਹ ਮੰਗੇਗਾ ਟੈਡੀ ਬੀਅਰ। ਆਪਾਂ ਡੇਲੀ ਬੱਚੇ ਨੂੰ ਕੁਛ ਖੇਡਣ ਲਈ ਦੇ ਰਹੇ ਹਾਂ, ਮੰਨ ਲਓ ਕਿ ਪੈਨ ਦੇ ਰਹੇ ਹਾਂ, ਠੀਕ ਹੈ ਜੀ, ਪੈਨ ਦੇ ਰਹੇ ਹਾਂ, ਤਾਂ ਬੱਚਾ ਕੀ ਕਰੇਗਾ, ਕੋਸ਼ਿਸ਼ ਕਰੇਗਾ ਉਹ ਪੈਨ ਦੂਸਰੇ ਦਿਨ ਵੀ ਮੰਗਣ ਦੀ। ਦੂਸਰੇ ਦਿਨ ਵੀ, ਇੱਕ ਦਿਨ ਤਾਂ ਆਪਾਂ ਦੇਤਾ, ਫਿਰ ਦੂਸਰੇ ਦਿਨ ਵੀ ਉੱਥੇ ਹੀ ਆ ਕੇ, ਉਹੀ ਸਟੇਜ ਤੇ ਆ ਕੇ, ਉਹੀ ਦਿਨ ਆ ਕੇ ਬੱਚਾ ਪੈਨ ਮੰਗਣ ਦੀ ਕੋਸ਼ਿਸ਼ ਕਰੇਗਾ, ਚਾਹੇ ਆਪਾਂ ਪੈਨ ਦਈਏ ਨਾ ਦਈਏ, ਪਰ ਡਿਮਾਂਡ ਕਰੇਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇਹ ਪੈਨ ਆ, ਇਹ ਮੇਰੇ ਕੋਲੇ ਸੀ, ਮੈਂ ਕੱਲ ਇਹਨੂੰ ਵਰਤਿਆ ਸੀ, ਜਾਂ ਇਹਨੂੰ, ਇਹਦੇ ਨਾਲ ਮੈਂ ਇਹ ਖਿਡੌਣਾ ਆ, ਇਹ ਟੈਡੀ ਬੀਅਰ ਆ ਜਿਸ ਨਾਲ ਮੈਂ ਕੱਲ ਖੇਡਿਆ ਸੀ। ਇੱਥੋਂ ਕਈ ਚੀਜ਼ਾਂ ਪਤਾ ਲੱਗ ਸਕਦੀ ਹੈ ਕਿ ਉਹਦੇ ਅੰਦਰ ਇੱਕ ਤਸਵੀਰ ਬਣ ਗਈ ਕਿਸੇ ਵੀ ਆਬਜੈਕਟ ਨੂੰ ਲੈ ਕੇ। ਅਗਰ ਆਪਾਂ ਬੱਚੇ ਦੇ ਅੱਗੋਂ ਕੋਈ ਦੂਰ ਕਰ ਦੇਵਾਂਗੇ ਨਾ ਉਹ ਆਬਜੈਕਟ, ਤਾਂ ਫਿਰ ਵੀ ਬੱਚਾ ਮੰਗਣ ਦੀ ਕੋਸ਼ਿਸ਼ ਕਰੇਗਾ, ਫਿਰ ਅਗਲੇ ਦਿਨ ਕਹੇਗਾ ਨਹੀਂ ਨਹੀਂ ਤੁਸੀਂ ਮੈਨੂੰ ਇਹ ਆਬਜੈਕਟ ਦਿਓ, ਕੋਸ਼ਿਸ਼ ਕਰੇਗਾ, ਜ਼ੋਰ ਦੇਗਾ ਉਸ ਦੇ ਉੱਪਰ। ਇੱਥੋਂ ਕੀ ਪਤਾ ਲੱਗਦਾ, ਸੈਂਸਰੀ ਮੋਟਰ ਸੈਂਸਰ ਦੇ ਦੁਆਰਾ ਸਿੱਖੇਗਾ, ਤੇ ਉਹਦੇ ਵਿੱਚ ਆਬਜੈਕਟ ਪਰਮਾਨੈਂਸ ਵੀ ਆ ਜਾਂਦੀ ਆ, ਕਿਸੇ ਵੀ ਚੀਜ਼ ਨੂੰ ਲੈ ਕੇ ਉਹਦੇ ਅੰਦਰ ਬੱਚੇ ਦੇ ਅੰਦਰ ਤਸਵੀਰ ਬਣ ਜਾਂਦੀ ਆ। ਅਗਰ ਆਪਾਂ ਦੂਰ ਕਰਾਂਗੇ ਤਾਂ ਉਹ ਮੰਗੇਗਾ ਜ਼ਰੂਰ, ਅੱਜ ਨਹੀਂ ਤਾਂ ਕੱਲ ਜ਼ਰੂਰ ਮੰਗੇਗਾ, ਕਿਉਂਕਿ ਉਹਦੇ ਅੰਦਰ ਤਸਵੀਰ ਬਣੀ ਹੋਈ ਆ। ਨੈਕਸਟ ਸੈਕੰਡ ਸਟੇਜ ਆਪਣੀ ਪ੍ਰੀ ਆਪਰੇਸ਼ਨ ਸਟੇਜ, ਜਿਹੜੀ ਕਿ 2 ਤੋਂ 7 ਉਮਰ ਤੱਕ, ਜਾਂ 2 ਤੋਂ 6, ਕਈ ਵਕਤ ਦੇ ਵਿੱਚ 7 ਵੀ ਲਿਖਿਆ, ਤਾਂ ਬਸ ਇੰਨਾ ਸਮਝ ਲਓ ਵੀ ਇੰਨੀ ਕੁ ਏਜ ਆ, 6 ਜਾਂ 7 ਦੇ ਵਿੱਚ। ਤਾਂ ਉਸ ਤੋਂ ਬਾਅਦ ਗੱਲ ਕਰਾਂਗੇ ਆਪਰੇਸ਼ਨ ਮੀਨਸ, ਇਹਦੀ ਪ੍ਰੀ ਆਪਰੇਸ਼ਨ ਦੀ ਗੱਲ ਕਰਦੇ ਆ। ਆਪਰੇਸ਼ਨ ਦਾ ਮਤਲਬ ਕੀ ਆ,
ਮੈਂਟਲ ਪ੍ਰੋਸੈਸ, ਆਪਾਂ ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ, ਜਿੱਥੇ ਕਿ ਬੌਧਿਕ ਵਿਕਾਸ ਦੀ ਗੱਲ ਕਰ ਰਹੇ ਹਾਂ, ਜਿਹੜੇ ਕਿ ਜੀਨ ਪਿਆਜੇ ਨੇ ਇਹ ਥਿਊਰੀ ਦਿੱਤੀ ਆ। ਤਾਂ ਉਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਮੈਂਟਲ ਪ੍ਰੋਸੈਸ, ਅਗਰ ਜੀਨ ਪਿਆਜੇ ਨੇ ਕੋਗਨੀਟਿਵ ਬੌਧਿਕ ਦੀ ਦਿੱਤੀ ਆ ਤਾਂ ਉੱਥੇ ਮੈਂਟਲ ਪ੍ਰੋਸੈਸ ਹੋਏਗਾ। ਆਪਰੇਸ਼ਨ ਦਾ ਮਤਲਬ ਕੀ ਆ, ਮੈਂਟਲ ਪ੍ਰੋਸੈਸ ਹੈ ਇਹਦੇ ਵਿੱਚ, ਤੁਸੀਂ ਸਮਝੋ ਇਹਦਾ ਮਤਲਬ ਕੀ ਮੈਂਟਲ ਪ੍ਰੋਸੈਸ। ਤਾਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ ਵਟ ਇਜ਼ ਮੀਨਿੰਗ ਆਫ ਦਾ ਆਪਰੇਸ਼ਨ, ਤੁਸੀਂ ਤੁਹਾਡੇ ਆਪਸ਼ਨ ਦੇ ਵਿੱਚ ਹੋਇਆ ਮੈਂਟਲ ਪ੍ਰੋਸੈਸ, ਤਾਂ ਤੁਹਾਡਾ ਇਹ ਐਮਸੀਕਿਊ ਸਹੀ ਹੋ ਜਾਏਗਾ। ਇੱਥੇ ਇਦਾਂ ਦੇ ਐਮਸੀਕਿਊ ਦੇਖਣ ਨੂੰ ਮਿਲਦੇ ਨੇ। ਹੁਣ ਨੈਕਸਟ ਪੁਆਇੰਟ ਚੱਲੋ, ਬਹੁਤ ਜ਼ਰੂਰੀ ਆ, ਟਰਾਂਸ ਹਾਂਜੀ ਟਰਾਂਸਡੈਕਟਿਵ ਰੀਜ਼ਨਿੰਗ ਉਹਦੇ ਅੰਦਰ ਪੈਦਾ ਹੋ ਜਾਂਦੀ ਆ, ਪਰ ਇਹ ਨਹੀਂ ਕਹਿ ਸਕਦੇ ਪ੍ਰੋਪਰ ਵੇ ਦੇ ਨਾਲ ਉਹਦੇ ਅੰਦਰ ਹੋਏਗੀ ਕਿ ਨਹੀਂ, ਕਿ ਤਰਕਪੂਰਨ ਦੇ ਨਾਲ ਗੱਲ ਕਰੇਗਾ ਨਹੀਂ, ਪਰ ਉਹ ਕਰੇਗਾ ਜ਼ਰੂਰ। ਟੁੱਟੇ ਵੱਜੇ ਮਤਲਬ ਕਿ ਗਲਤ ਆਪਣੇ ਤਰਕ ਦੇਗਾ, ਕਿ ਕੋਈ ਉਹਦੇ ਅੱਗੇ ਪੈਨ ਰੱਖਤਾ ਤਾਂ ਬੱਚੇ ਨੂੰ ਕਹਾਂਗੇ ਇਹ ਪੈਨ ਹੈ, ਇਹਦੇ ਨਾਲ ਲਿਖਿਆ ਜਾਂਦਾ, ਨਹੀਂ ਕਹੂਗਾ ਨਹੀਂ ਇਹ ਲਿਖਿਆ ਨਹੀਂ ਜਾਂਦਾ, ਇਸ ਨਾਲ ਖੇਡਿਆ ਜਾਂਦਾ, ਇਸ ਨੂੰ ਮਾਰੇਗਾ, ਮਤਲਬ ਕਿ ਕਿਤੇ ਫੇਕੇਗਾ, ਸਿੱਟਣ ਦੀ ਕੋਸ਼ਿਸ਼ ਕਰੇਗਾ। ਬੱਚੇ ਦੇ ਆਪਾਂ ਛੋਟੇ ਬੱਚੇ ਨੂੰ 2 ਤੋਂ 7 ਉਮਰ ਦੇ ਬੱਚੇ ਨੂੰ ਆਪਾਂ ਮੋਬਾਈਲ ਦੇਵਾਂਗੇ, ਤਾਂ ਮੋਬਾਈਲ ਕਾਫੀ ਟਾਈਮ ਦੇਖਦਾ ਮਤਲਬ ਕਿ ਵੀਡੀਓਜ਼ ਦੇਖਦਾ, ਉਹ ਇੰਟਰਸਟਡ ਹੋ ਜਾਏਗਾ। ਜਦੋਂ ਉਹਨੂੰ ਕੋਈ ਗੁੱਸਾ ਆਏਗਾ ਤਾਂ ਉਹ ਫੇਕਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਉਹ ਸੋਚਦਾ ਵੀ ਇਹ ਚੀਜ਼ ਏਦਾਂ ਚੱਲ ਰਹੀ ਆ, ਇਹ ਕੋਈ ਰੀਅਲ ਹੈ, ਤਾਂ ਉਸਨੂੰ ਫੇਕਣ ਦੀ, ਗੁੱਸਾ ਲਾਉਣ ਦੀ ਕੋਸ਼ਿਸ਼ ਕਰੇਗਾ। ਇਹ ਕੀ ਹੈ, ਉਹ ਲੌਜੀਕਲ ਤਾਂ ਸੋਚ ਰਿਹਾ, ਪਰ ਜੇ ਗੱਲ ਕਰੀਏ ਰੀਅਲ ਲੌਜੀਕਲ ਸੋਚਣ ਦੀ, ਤਾਂ ਉਹ ਨਹੀਂ ਸੋਚ ਰਿਹਾ। ਉਹ ਜਿਹੜੇ ਕਿ ਆਪਣੇ ਰੀਜ਼ਨ ਦੇਗਾ, ਕੋਈ ਵੀ ਉਸਦੇ ਕੋਈ ਉੱਤਰ ਦੇਗਾ, ਉਹਦੇ ਜਿਹੜੇ ਉਸ ਤੇ ਪ੍ਰੋਪਰ ਲੌਜਿਕ ਦੀ ਗੱਲ ਨਹੀਂ ਕਰੇਗਾ। ਲੌਜਿਕ ਕਰੇਗਾ ਜ਼ਰੂਰ, ਪਰ ਆਪਣੇ ਅਕੋਰਡਿੰਗ ਗੱਲ ਕਰੇਗਾ ਵੀ ਇਹ ਲੌਜਿਕ ਆ, ਜਾਂ ਇਹ ਆ, ਮੈਨੂੰ ਇਹ ਚੀਜ਼ ਲੈਣੀ ਆ, ਮੈਂ ਖੇਡਣਾ। ਕੋਈ ਬੱਚੇ ਨੇ ਮੰਨ ਲਓ ਖਾਣ ਵਾਲੀ ਚੀਜ਼ ਲੈਣੀ ਆ, ਉਹ ਪੁੱਛੇ ਕਿਉਂ ਲੈਣੀ ਆ, ਉਹ ਕਹੇਗਾ ਬਸ ਲੈਣੀ ਆ, ਮੈਨੂੰ ਵਧੀਆ ਲੱਗਦੀ ਹੈ। ਉਹਨੂੰ ਇਹ ਨਹੀਂ ਨਾ ਪਤਾ ਸਹੀ ਗਲਤ ਦੇ ਬਾਰੇ, ਨਹੀਂ ਪਤਾ ਵੀ ਇਹ ਖਾਵਾਂਗੇ ਤਾਂ ਆਪਣਾ ਪੇਟ ਦੁਖੇਗਾ, ਜਾਂ ਇਹ ਕੌੜੀ ਹੈ, ਚੰਗਾ ਮਤਲਬ ਮਿੱਠੀ ਹੈ, ਉਸ ਦੇ ਬਾਰੇ ਨਹੀਂ ਪਤਾ ਲੱਗ ਸਕਦਾ ਬੱਚੇ। ਉਸ ਤੋਂ ਬਾਅਦ ਕੀ ਹੈ, ਇਹ ਨੈਕਸਟ ਪੁਆਇੰਟ ਆ, ਕ੍ਰੂਸ਼ੀਅਲ ਸਟੇਜ ਹੈ, ਜਿੱਥੇ ਕਿ ਬੱਚਾ ਬਹੁਤ ਤੇਜ਼ੀ ਦੇ ਨਾਲ ਭਾਸ਼ਾ ਸਿੱਖਦਾ ਹੈ। ਭਾਸ਼ਾ ਦਾ ਵਿਕਾਸ ਕਿੱਥੇ ਹੁੰਦਾ, ਉਹ ਹੈ ਪ੍ਰੀ ਆਪਰੇਸ਼ਨ ਸਟੇਜ ਦੇ ਵਿੱਚ, 2 ਤੋਂ 7 ਉਮਰ ਦੇ ਵਿੱਚ। ਜਦੋਂ ਆਪਾਂ ਸੋਸ਼ਲਾਈਜੇਸ਼ਨ ਦੀ ਗੱਲ ਕੀਤੀ ਸੀ, ਉੱਥੇ ਵੀ ਇਹ ਸਟੇਜ ਆਈ ਸੀ, ਜਿੱਥੇ ਕਿ ਲੇਟਰ ਚਾਈਲਡਹੁੱਡ ਦੀ ਗੱਲ ਕੀਤੀ ਆ, ਉੱਥੇ ਬੱਚਾ ਬਹੁਤ ਤੇਜ਼ੀ ਦੇ ਨਾਲ ਸਿੱਖਦਾ ਹੈ, ਆਪਣੀ ਭਾਸ਼ਾ ਸਿੱਖਦਾ। ਤੇ ਮੈਂ ਹਮੇਸ਼ਾ ਹੀ ਬੋਲਦਾ, ਟੀਚਰ ਲੱਗਣਗੇ ਚਾਹੇ ਮਾਪਿਓ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ, ਇੱਥੇ ਤੁਸੀਂ ਆਪਣੇ ਬੱਚੇ ਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਦੇ ਨਾਲ ਕਰਿਓ। ਵਧੀਆ ਤਰੀਕੇ ਦੇ ਨਾਲ ਉਹਨੂੰ ਜਿਹੜੇ ਉਹਦੇ ਅੱਗੇ ਜਿਹੜੇ ਸ਼ਬਦ ਬੋਲੋਗੇ ਜਾਂ ਵਰਡਸ ਬੋਲੋਗੇ, ਸ਼ਬਦਾਵਲੀ ਯੂਜ਼ ਕਰੋਗੇ, ਬਹੁਤ ਵਧੀਆ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਸ਼ਬਦਾਵਲੀ ਵਧੀਆ ਹੋ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਖਤਮ ਹੋ ਰਹੀ ਹੈ, ਸੁਣਨ ਨੂੰ ਮਿਲ ਰਿਹਾ, ਪਰ ਮੈਂ ਰਿਕੁਐਸਟ ਕਰਾਂਗਾ ਪੰਜਾਬੀ ਨੂੰ ਖਤਮ ਨਾ ਹੋਣ ਦਿਓ। ਸਹੀ ਸ਼ਬਦ ਮੈਂ ਪੜ੍ਹਾਉਂਦੇ ਸਮੇਂ ਵੀ ਇੰਗਲਿਸ਼ ਦੇ ਸ਼ਬਦ ਬਹੁਤ ਯੂਜ਼ ਕਰ ਰਹੇ ਹਾਂ, ਪਰ ਆਪਾਂ ਨੂੰ ਚਾਹੀਦਾ ਹੈ ਕਿ ਪ੍ਰੋਪਰ ਪੰਜਾਬੀ ਦੇ ਸ਼ਬਦ ਆਪਾਂ ਨੂੰ ਪਤਾ ਹੋਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਨੂੰ ਹੱਲ ਨਹੀਂ ਪਤਾ ਹੋਣਾ, ਹੱਲ ਕੀ ਹੁੰਦਾ, ਹੱਲ ਤਾਂ ਪਤਾ ਹੋਏਗਾ, ਹੱਲ ਨਹੀਂ ਪਤਾ ਹੋਏਗਾ। ਉਸ ਤੋਂ ਬਾਅਦ ਬਹੁਤ ਸਾਰੇ ਜਾਨਵਰਾਂ ਦਾ ਨਾਮ ਨਹੀਂ ਪਤਾ ਹੋਏਗਾ। ਇਸ ਤਰ੍ਹਾਂ ਦੇ ਸ਼ਬਦ ਅਲੋਪ ਹੋ ਰਹੇ ਨੇ। ਨੈਕਸਟ ਪੁਆਇੰਟ ਆ ਕਿ ਅਕੋਰਡਿੰਗ ਟੂ ਪਿਆਜੇ, ਹਾਂਜੀ ਜੀਨ ਪਿਆਜੇ ਨੇ ਇੱਕ ਮੋਸਟ ਇੰਪੋਰਟੈਂਟ MCQ ਅਕਸਰ ਪੁੱਛਿਆ ਜਾਂਦਾ ਇਸ ਪੁਆਇੰਟ ਦੇ ਉੱਤੋਂ। ਸਭ ਤੋਂ ਪਹਿਲਾਂ ਬੱਚਾ ਕੀ ਸਿੱਖਦਾ ਹੈ, ਸਭ ਤੋਂ ਪਹਿਲਾਂ ਬੱਚਾ ਜੀਨ ਪਿਆਜੇ ਦੇ ਅਕੋਰਡਿੰਗ ਥਿੰਕ ਕਰਨਾ ਸਿੱਖਦਾ ਹੈ, ਸੋਚਣ ਸਿੱਖਦਾ ਹੈ। ਉਸ ਤੋਂ ਬਾਅਦ ਬੱਚੇ ਦੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਬੱਚਾ ਕੀ ਆ, ਸੋਚਣ ਸਿੱਖਦਾ ਹੈ, ਸੋਚਣਾ ਸਿੱਖਦਾ ਹੈ। ਫਿਰ ਕੀ ਹੋਏਗਾ, ਭਾਸ਼ਾ ਦਾ ਵਿਕਾਸ। ਅਗਰ ਸੋਚੇਗਾ ਫਿਰ ਹੀ ਸਮਝੇਗਾ, ਫਿਰ ਸਮਝੇਗਾ ਤਾਂ ਭਾਸ਼ਾ ਫਿਰ ਹੀ ਸਮਝੀ ਜਾਏਗੀ। ਅਗਰ ਸੋਚਣੀ ਨਾ ਲੱਗਿਆ ਬੱਚਾ ਭਾਸ਼ਾ ਦੇ ਅਕੋਰਡਿੰਗ ਸੋਚੇਗਾ ਨਾ, ਤੇ ਫਿਰ ਸਮਝੇਗਾ ਕੀ, ਅਗਰ ਸੋਚੇਗਾ ਫਿਰ ਸਮਝੇਗਾ ਤੇ ਫਿਰ ਹੀ ਭਾਸ਼ਾ ਸਿੱਖ ਸਕਦਾ, ਫਿਰ ਭਾਸ਼ਾ ਦਾ ਵਿਕਾਸ ਹੋਏਗਾ। ਇਹ ਇੱਥੇ ਕੁਐਸਚਨ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਇਰੀਵਰਸੀਬਿਲਟੀ। ਹਾਂਜੀ, ਇੱਥੇ ਕਿ ਬੱਚੇ ਦੀ ਇਰੀਵਰਸੀਬਿਲਟੀ ਰਹਿੰਦੀ ਆ, ਮਤਲਬ ਕਿ ਰਿਵਰਸ ਨਹੀਂ ਹੋ ਸਕਦਾ, ਕਿਉਂਕਿ ਜੋ ਐਕਸ਼ਨ ਕਰ ਰਿਹਾ ਉਹ ਸਟੇਟ ਵਾਈਜ਼ ਹੀ ਕਰੇਗਾ, ਸਟੇਟ ਫਾਰਵਰਡ ਹੀ ਹੋਏਗਾ, ਮਤਲਬ ਕਿ ਸੌਰੀ ਸਟੇਟ ਫਾਰਵਰਡ ਨਹੀਂ ਹੈ, ਮਤਲਬ ਕਿ ਸਟੇਟ ਹੀ ਜਾਏਗਾ, ਉਹ ਬੈਕ ਨਹੀਂ ਆ ਸਕਦਾ। ਜਿਸ ਤਰ੍ਹਾਂ ਬਾਈਕ ਦਾ ਬੈਕ ਗੇਅਰ ਨਹੀਂ ਨਾ ਹੁੰਦਾ, ਬਾਈਕ ਆਪਾਂ ਸਮਝ ਲਈਏ ਬਾਈਕ ਹੈ ਆਪਣੇ ਕੋਲੇ, ਤਾਂ ਉਹਦੇ ਬੈਕ ਗੇਅਰ ਨਹੀਂ ਹੁੰਦਾ। ਇਸ ਕਰਕੇ ਤੁਸੀਂ ਸਮਝੋ ਕਿ ਬਾਈਕ ਦਾ ਇੱਥੇ ਕੀ ਮਤਲਬ ਹੈ, ਇੱਥੇ ਪ੍ਰੀ ਆਪਰੇਸ਼ਨ ਸਟੇਜ ਆ ਬੱਚੇ ਦੀ, ਜਿੱਥੇ ਕਿ ਬਾਈਕ ਵਾਲਾ ਕੰਮ ਆ ਕਿ ਬੱਚਾ ਬੈਕ ਨਹੀਂ ਆ ਸਕਦਾ, ਫਰੰਟ ਜਾ। ਜਿਵੇਂ ਬੱਚੇ ਦੇ ਹੱਥ ਦੇ ਉੱਤੇ ਆਈਸ ਰੱਖਤੀ, ਮੰਨ ਲਓ ਕਿ ਆਪਣੇ ਕੋਲੇ ਆਈਸ ਰੱਖਤੀ, ਉਹ ਖੁੜ ਕੇ ਪਾਣੀ ਬਣ ਜਾਏਗੀ। ਹੁਣ ਬੱਚੇ ਨੂੰ ਇਹ ਨਹੀਂ ਪਤਾ ਵੀ ਇਹ ਪਾਣੀ ਵੀ ਬਰਫ਼ ਬਣ ਸਕਦਾ, ਬੱਚੇ ਨੂੰ ਇਹ ਪਤਾ ਵੀ ਇਹ ਬਰਫ਼ ਪਿਘਲ ਕੇ ਪਾਣੀ ਬਣ ਰਿਹਾ, ਪਰ ਬੱਚੇ ਨੂੰ ਇਹ ਨਹੀਂ ਨਾ ਪਤਾ ਲੱਗਿਆ ਜਿਹੜੀ ਮੇਰੇ ਹੱਥ ਤੇ ਬਰਫ਼ ਪਿਘਲੀ ਹੈ, ਪਾਣੀ ਬਣਿਆ, ਉਹ ਪਾਣੀ ਤੋਂ ਵੀ ਇਹ ਬਰਫ਼ ਬਣ ਸਕਦੀ ਹੈ। ਏਦਾਂ ਨਹੀਂ ਸੋਚ ਸਕਦਾ। ਇੱਥੇ ਸਮਝੋ ਕਿ ਰਿਵਰਸੀਬਿਲਟੀ ਕਿਹੜੀ ਸਟੇਜ ਦੇ ਵਿੱਚ ਰਹੇਗੀ, ਪ੍ਰੀ ਆਪਰੇਸ਼ਨ ਸਟੇਜ ਦੇ ਵਿੱਚ ਰਹੇਗੀ। MCQ ਇਸ ਦੇ ਉੱਤੇ ਵੀ ਪੁੱਛਿਆ ਜਾਂਦਾ, CTET ਜਾਂ PS TET ਦੀ ਗੱਲ ਕਰੀਏ ਤਾਂ ਇਹ ਕੁਐਸਚਨ ਬਹੁਤ ਜ਼ਰੂਰੀ ਨੇ। ਜੀਨ ਪਿਆਜੇ ਦੇ ਉੱਪਰ ਬਹੁਤ ਸੇ ਕੁਐਸਚਨ ਦੇਖਣ ਨੂੰ ਮਿਲਦੇ ਨੇ, ਆਪਾਂ ਕੁਐਸਚਨ ਵੀ ਡਿਸਕਸ ਕਰਾਂਗੇ। ਨੈਕਸਟ ਕੁਐਸਚਨ ਆਪਾਂ ਗੱਲ ਕਰਦੇ ਹਾਂ ਈਗੋਸੈਂਟਰਿਜ਼ਮ, ਸੈਲਫ ਸੈਂਟਰਿਕ ਸਪੀਚ। ਇਹ ਤਿੰਨੋਂ ਸ਼ਬਦ ਨੂੰ ਤੁਸੀਂ ਸਕਿਪ ਨਾ ਕਰਿਓ, ਕਿਉਂਕਿ ਇਹ ਤਿੰਨੋਂ ਸ਼ਬਦ ਕੁਐਸਚਨ ਬਣਦੇ ਨੇ।
ਇਗੋਸੈਂਟਰਿਕ ਸਪੀਚ ਕਿਸ ਨੇ ਦਿੱਤੀ ਹੈ? ਜੀਨ ਪਿਆਜੇ ਨੇ। ਕੁਐਸਚਨ ਆ ਸਕਦਾ ਹੈ। ਚਾਈਲਡ ਸੈਲਫ ਸੈਂਟਰ ਰਹੇਗਾ, ਇਸ ਦੀ ਗੱਲ ਜੀਨ ਪਿਆਜੇ ਨੇ ਕੀਤੀ ਹੈ। ਇਗੋਸੈਂਟਰਿਜ਼ਮ ਰਹੇਗਾ, ਇਹ ਵੀ ਜੀਨ ਪਿਆਜੇ ਨੇ ਗੱਲ ਕੀਤੀ ਆ। ਹੁਣ ਇਸ ਨੂੰ ਜਾਣਦੇ ਆ, ਇਗੋਸੈਂਟਰਿਜ਼ਮ ਜਾਂ ਸੈਲਫ ਸੈਂਟਰਿਕ ਜਾਂ ਇਗੋਸੈਂਟਰਿਕ ਸਪੀਚ ਕੀ ਹੁੰਦੀ ਆ? ਜਦੋਂ ਬੱਚਾ ਆਪਣੇ ਆਪ ਦੇ ਅੰਦਰ ਕੀ ਹੋਵੇ, ਬਿਜ਼ੀ ਹੋਵੇ, ਘੁੰਮਦਾ ਫਿਰਦਾ ਹੋਵੇ, ਉਹ ਸੋਚਦਾ ਹੋਵੇ ਕਿ ਸਾਰਾ ਸੰਸਾਰ ਹੈ ਮੇਰੇ ਆਸੇ ਪਾਸੇ, ਜੋ ਵੀ ਮੇਰੀ ਫੈਮਿਲੀ ਨੇ, ਮੇਰੇ ਮਾਤਾ ਪਿਤਾ ਨੇ, ਜਿਸ ਤਰ੍ਹਾਂ ਮੈਂ ਕੰਮ ਕਰਦਾ ਤਾਂ ਉਸ ਤਰ੍ਹਾਂ ਉਹ ਕਰੇਗਾ। ਦੇਖੋ ਬੱਚਾ ਖੇਡ ਰਿਹਾ ਆ ਤਾਂ ਉਹ ਕਿਸੇ ਵੱਲ ਬਾਲ ਫੇਕੇਗਾ, ਮਤਲਬ ਬਾਲ ਸਿੱਟੇਗਾ ਉਹਦੇ ਵੱਲ, ਤੇ ਕੀ ਆ ਫਿਰ ਉਹ ਕੋਸ਼ਿਸ਼ ਕਰੇਗਾ ਕੋਈ ਬੈਠਾ ਹੋਇਆ ਉਹਦੇ ਆਸ-ਪਾਸ ਤਾਂ ਉਹ ਮੇਰੇ ਕੰਨੀ ਸਿੱਟੇ ਤੇ ਫਿਰ ਮੈਂ ਉਹਦੇ ਕੰਨੀ ਸਿੱਟਾਂ, ਤੇ ਇੱਕ ਦੂਜੇ ਵੱਲ ਇਸ ਤਰ੍ਹਾਂ ਫੇਕਣ ਦਾ ਕੰਮ ਹੈ ਕਿ ਖੇਡ ਲਏਗਾ। ਜਾਂ ਉਸਦੇ ਹੱਥ ਕੋਈ ਬੈਟ ਹੈ ਤਾਂ ਬੈਟ ਫੜੇਗਾ ਤੇ ਬਾਲ ਕਿਸੇ ਨੂੰ ਫੜਾਉਣ ਦੀ ਕੋਸ਼ਿਸ਼ ਕਰੇਗਾ, ਸੋਚੇਗਾ ਸ਼ਾਇਦ ਇਹ ਵੀ ਖੇਡਦਾ ਹੋਵੇ ਜਾਂ ਇਹਨੂੰ ਖੇਡ ਪਸੰਦ ਹੋਵੇ। ਪਰ ਬੱਚੇ ਨੂੰ ਇਹ ਨਹੀਂ ਨਾ ਪਤਾ ਅਲੱਗ-ਅਲੱਗ ਥਿੰਕਿੰਗਾਂ ਦੇ ਬਾਰੇ ਕੀ ਸੋਚਦਾ, ਉਹਦੀ ਅਲੱਗ-ਅਲੱਗ ਸੋਚ ਹੋ ਸਕਦੀ ਆ, ਪਰ ਬੱਚਾ ਇੱਥੇ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਸੋਚ ਨੂੰ ਲੈ ਕੇ। ਉਹ ਕੀ ਆਪਣੇ ਆਪ 'ਚ ਹੀ ਕੀ ਰਹਿੰਦਾ, ਵਿਅਸਤ ਰਹਿੰਦਾ। ਕੋਈ ਵੀ ਕੰਮ ਕਰੇਗਾ ਆਪਣੇ ਆਪ 'ਚ। ਬੱਚਾ ਕੀ ਹੈ, ਕੋਈ ਚੀਜ਼ ਬਣਾਉਣ ਦੀ ਕੋਸ਼ਿਸ਼ ਕਰੇਗਾ, ਪਰ ਬਣੀ ਨਾ ਬਣੀ ਉਹਦੀ ਮਰਜ਼ੀ ਹੈ। ਜਿਵੇਂ ਪਹਿਲਾਂ ਘਰ ਬਣਾ ਕੇ ਖੇਡਦੇ ਸੀ, ਜਿਸ ਨੂੰ ਘਰ ਕਿਹਾ ਜਾਂਦਾ ਸੀ, ਤੇ ਆਪਾਂ ਛੋਟੀ ਉਮਰ ਦੇ ਵਿੱਚ ਅੱਜ ਕੱਲ੍ਹ ਨਹੀਂ ਹੈ। ਅੱਜ ਕੱਲ੍ਹ ਤਾਂ ਮੋਬਾਇਲਾਂ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਤੇ ਇੱਥੇ ਕੀ ਹੈ, ਬੱਚਾ ਸੋਚਦਾ ਜੋ ਮੈਂ ਕਰ ਰਿਹਾ ਸਾਰਿਆਂ ਨੂੰ ਉਹੀ ਪਸੰਦ ਹੈ, ਪਰ ਬੱਚੇ ਨੂੰ ਇਹ ਨਹੀਂ ਪਤਾ, ਡਿਫਰੈਂਸ਼ੀਏਟ ਨਹੀਂ ਕਰ ਸਕਦਾ ਵੀ ਵੱਖ-ਵੱਖ ਲੈਵਲ ਤੇ ਜਾ ਕੇ ਵੱਖ-ਵੱਖ ਥਿੰਕਿੰਗ ਹੋ ਜਾਂਦੀ ਹੈ, ਵੱਖ-ਵੱਖ ਕੰਮ ਹੋ ਜਾਂਦੇ ਆ। ਮੋਸਟ ਇੰਪੋਰਟੈਂਟ ਇੱਥੋਂ MCQ ਦੇਖਣ ਨੂੰ ਮਿਲਦਾ ਹੈ। ਹਾਂਜੀ, ਨੈਕਸਟ ਆਪਣਾ ਹੈ ਐਨੀ ਹਾਂਜੀ ਐਨੀਮਿਜ਼ਮ ਦਾ ਕੀ ਮਤਲਬ ਹੈ? ਇੱਥੇ ਬੱਚਾ ਡਿਫਰੈਂਸ਼ੀਏਟ ਨਹੀਂ ਕਰ ਪਾਉਂਦਾ ਕਿ ਲਿਵਿੰਗ ਥਿੰਗ ਕੀ ਹੁੰਦੇ ਆ ਤੇ ਨॉन ਲਿਵਿੰਗ ਥਿੰਗ ਕੀ ਹੁੰਦੇ ਆ। ਇਹ ਲਿਵਿੰਗ ਥਿੰਗ ਤੇ ਨॉन ਲਿਵਿੰਗ ਥਿੰਗ ਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਪਤਾ ਲੱਗਦਾ, ਪਰ ਉਹ ਇਹ ਸੋਚਦਾ ਇਹਦੇ ਅੰਦਰ ਫੀਲਿੰਗਸ ਹੈ, ਇਹ ਜਿਉਂਦੇ ਨੇ। ਅਗਰ ਬੱਚਾ ਮੰਨ ਲਓ ਕਿ ਇਹ ਬੱਚਾ ਹੈ, ਭੱਜ ਰਿਹਾ ਹੈ ਇਸ ਤਰ੍ਹਾਂ, ਉਹਦੇ ਅੱਗੇ ਕੋਈ ਚੀਜ਼ ਹੈ, ਮੰਨ ਲਓ ਇਸ ਤਰ੍ਹਾਂ ਬਾਕਸ ਹੈ ਕੋਈ, ਤਾਂ ਬਾਕਸ ਦੇ ਅਟਕ ਕੇ ਡਿੱਗ ਗਿਆ, ਤਾਂ ਕੁਛ ਇਹ ਬੱਚਾ ਕੀ ਇਹਦੇ ਮਾਰਨ ਦੀ ਕੋਸ਼ਿਸ਼ ਕਰੇਗਾ ਇਸ ਬਾਕਸ ਤੇ। ਤਾਂ ਉਹ ਕੀ ਸੋਚੇਗਾ ਵੀ ਇਹ ਤੇ ਮਾਰਾਂਗੇ, ਜਿਸ ਤਰ੍ਹਾਂ ਮੈਨੂੰ ਦਰਦ ਹੋਇਆ ਤੇ ਇਸ ਬਾਕਸ ਦੇ ਵੀ ਦਰਦ ਹੋਏਗਾ। ਇਹ ਵੀ ਆਪਾਂ ਅਕਸਰ ਦੇਖਦੇ ਹਾਂ। ਦੇਖੋ ਬੱਚਾ ਜਦ ਭੱਜਦਾ ਹੁੰਦਾ ਨਾ, ਕਈ ਵਾਰ ਡਿੱਗ ਜਾਂਦਾ ਤਾਂ ਆਪਾਂ ਕਹਿੰਦੇ ਉਹ ਨਹੀਂ, ਉਹ ਕੀੜੀ ਮਾਰਤੀ, ਨਹੀਂ ਉਹ ਕੁਛ ਜਾਨਵਰ ਮਾਰਤਾ, ਉਹ ਆਈਆਂ ਕੀੜੀਆਂ, ਹੁਣ ਭੱਜ ਲੈ। ਬੱਚਾ ਸੋਚਦਾ, ਡਰ ਜਾਂਦਾ, ਫਿਰ ਰੋਂਦਾ ਨਹੀਂ ਬੱਚਾ, ਕਈ ਵਾਰ ਰੋਣ ਲੱਗ ਜਾਂਦਾ, ਕਈ ਵਾਰ ਡਿੱਗ ਕੇ ਆਪਾਂ ਕਹਾਂਗੇ ਨਹੀਂ ਨਹੀਂ ਤੂੰ ਕੀੜੀ ਮਾਰਤੀ, ਹੁਣ ਕੀੜੀਆਂ ਆਉਣਗੀਆਂ ਤੈਨੂੰ ਕੁੱਟਣ। ਕਿ ਬੱਚਾ ਕਿਤੇ ਨਾ ਕਿਤੇ ਨॉन ਲਿਵਿੰਗ ਥਿੰਗ ਡਿਫਰੈਂਸ਼ੀਏਟ ਨਹੀਂ ਕਰ ਪਾਉਂਦਾ। ਉਹ ਸੋਚਦਾ ਸਾਰੇ ਇੱਕੋ ਨੇ, ਉਹ ਸੋਚਦਾ ਕੀੜੀਆਂ ਮੇਰੇ ਵੱਲ ਆ ਰਹੀਆਂ। ਉਸੇ ਤਰ੍ਹਾਂ ਬਾਕਸ ਦੇ ਅੰਦਰ ਅਟਕ ਕੇ ਡਿੱਗ ਗਿਆ, ਸੋਚੇਗਾ ਇਸਨੇ ਮੇਰਾ ਮਾੜਾ ਕੀਤਾ ਆ, ਇਸਨੇ ਮੈਨੂੰ ਡਿੱਗ ਗਿਆ, ਤੇ ਉਹ ਉਹਨੂੰ ਕੁੱਟਣ ਦੀ ਕੋਸ਼ਿਸ਼ ਕਰੇਗਾ, ਉਹਦੇ ਮਾਰਨ ਦੀ ਕੋਸ਼ਿਸ਼ ਕਰੇਗਾ। ਇੱਥੇ ਕੀ ਆ, ਬੱਚਾ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਲਿਵਿੰਗ ਨॉन ਲਿਵਿੰਗ ਚੀਜ਼ਾਂ ਦੇ ਅੰਦਰ। ਆਪਾਂ ਕੋਈ ਚੀਜ਼ ਦਿੱਤੀ ਆ, ਉਸਦੇ ਅੰਦਰ ਕੋਈ ਹੈ ਇਸ ਤਰ੍ਹਾਂ ਦੀ ਫੀਲਿੰਗ ਹੈ, ਤਾਂ ਉਹ ਚੀਜ਼ ਅੱਗੇ ਫੇਕਣ ਦੀ ਕੋਸ਼ਿਸ਼ ਕਰੇਗਾ, ਸਿੱਟਣ ਦੀ ਕੋਸ਼ਿਸ਼ ਕਰੇਗਾ, ਉਹਨੂੰ ਐ ਹੋਗਾ ਵੀ ਇਹਦੇ ਵੀ ਦਰਦ ਹੋਏਗਾ। ਇੱਥੋਂ ਕੋਈ ਕਲੀਅਰ ਹੋ ਗਿਆ ਚਾਰ ਜਿਹੜੇ ਆਪਣੇ ਕੋਲੇ ਮੇਨਲੀ ਇਰਵਰਸੀਬਿਲਿਟੀ ਜਿਹੜੀ ਆਉਂਦਾ ਆਪਣੇ ਕੋਲੇ, ਇਹ ਵਰਡ ਆ, ਠੀਕ ਹੈ, ਇਹ ਸ਼ਬਦ ਆ, ਇਹ ਪ੍ਰੀ ਆਪਰੇਸ਼ਨਲ ਸਟੇਜ ਆ, ਇਹ ਵੀ ਪੁੱਛਿਆ ਜਾਂਦਾ। ਇਗੋਸੈਂਟਰਿਕ, ਇਹ ਵੀ ਇੰਪੋਰਟੈਂਟ ਆ, ਬਹੁਤ ਇੰਪੋਰਟੈਂਟ ਹੈ। ਇਹ ਜਿਹੜੇ 3 ਸ਼ਬਦ ਲਿਖੇ ਨੇ ਇਹ ਵੀ ਇੰਪੋਰਟੈਂਟ ਨੇ। ਉਸ ਤੋਂ ਬਾਅਦ ਕੀ ਹੈ, ਐਨਿਜ਼ਮ ਕਿਹੜੀ ਸਟੇਜ ਦੇ ਵਿੱਚ ਬੱਚੇ ਦੇ ਵਿੱਚ ਰਹਿੰਦਾ ਆ, ਤੇ ਇਹ ਕਹੋਗੇ ਪ੍ਰੀ ਆਪਰੇਸ਼ਨਲ ਸਟੇਜ। ਕਿਸਨੇ ਐਨਿਜ਼ਮ ਦੀ ਗੱਲ ਕੀਤੀ ਹੈ? ਜੀਨ ਪਿਆਜੇ ਨੇ ਗੱਲ ਕੀਤੀ ਹੈ। ਇੱਥੋਂ ਕੁਐਸਚਨ ਦੇਖਣ ਨੂੰ ਮਿਲਦੇ ਨੇ ਅਕਸਰ। ਹਾਂਜੀ, ਜਿਹੜਾ ਤੀਸਰਾ ਕੰਕਰੀਟ ਆਪਰੇਸ਼ਨ ਥੋੜਾ ਲੌਂਗ ਜ਼ਰੂਰ ਹੋ ਸਕਦਾ, ਪਰ ਆਪਾਂ ਵਧੀਆ ਤਰੀਕੇ ਦੇ ਨਾਲ ਡਿਸਕਸ ਕਰਾਂਗੇ। ਇਹ ਸਟੇਜ ਕੀ ਰਹਿੰਦੀ ਹੈ? ਇਹ 7 ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਰਹਿੰਦੀ ਹੈ। ਇਸ ਨੂੰ ਕਹਾਂਗੇ ਕੰਕਰੀਟ ਆਪਰੇਸ਼ਨ ਸਟੇਜ। ਇੱਥੇ ਕਿ ਬਹੁਤ ਸਾਰੀਆਂ ਚੀਜ਼ਾਂ ਉਹ ਲੌਜੀਕਲ ਤੌਰ ਤੇ ਸੋਚਣ ਲੱਗ ਜਾਂਦਾ। ਅਬਸਟਰੈਕਟ ਅਬਸਟਰੈਕਟ ਨਹੀਂ, ਕੰਕਰੀਟ ਆਬਜੈਕਟ ਦੀ ਗੱਲ ਕਰਾਂਗੇ ਕਿ ਠੋਸ ਵਸਤੂਆਂ ਦੇ ਬਾਰੇ ਤਰਕ ਦੇ ਨਾਲ ਸੋਚਣ ਲੱਗ ਜਾਂਦਾ ਹੈ। ਇੰਡਕਟਿਵ ਥਾਟ ਆ ਜਾਂਦਾ ਕਿ ਆਗਮਨ ਵਿਧੀ ਉਹਦੇ ਵਿੱਚ ਦੇਖਣ ਨੂੰ ਮਿਲਦੀ ਆ, ਉਦਾਹਰਨਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਿੱਖ ਲੈਂਦਾ ਹੈ। ਡਿਟੈਕਟਿਵ ਥਾਟਸ ਉਹਦੇ ਅੰਦਰ ਪੈਦਾ ਹੋ ਜਾਂਦੇ ਨੇ। ਪ੍ਰੇਰਿਕ ਵਿਚਾਰ ਉਹਦੇ ਅੰਦਰ ਦੇਖਣ ਨੂੰ ਮਿਲਦੇ ਨੇ ਕੰਕਰੀਟ ਆਪਰੇਸ਼ਨ ਦੇ ਵਿੱਚ। ਐਂਡ ਲੌਜਿਕ, ਜਿਹੜੀ ਕਿ ਆਪਾਂ ਲੌਜਿਕ ਸਟਾਰਟ ਹੋ ਜਾਂਦੀ ਹੈ ਕੰਕਰੀਟ ਆਬਜੈਕਟ ਦੇ ਅਕੋਰਡਿੰਗ, ਕਿ ਠੋਸ ਵਸਤੂਆਂ ਦੇ ਬਾਰੇ ਤਰਕ ਦੇ ਨਾਲ ਸੋਚਣਾ ਸਟਾਰਟ ਕਰ ਦਿੰਦਾ, ਡਿਫਰੈਂਸ਼ੀਏਟ ਕਰਨ ਲੱਗ ਜਾਂਦਾ। ਉਸ ਤੋਂ ਬਾਅਦ ਰਿਵਰਸੀਬਿਲਿਟੀ ਦੀ ਗੱਲ ਕਰਦੇ ਆ। ਰਿਵਰਸੀਬਿਲਿਟੀ ਦੀ ਜਿਹੜੀ ਡਿਵੈਲਪਮੈਂਟ ਆ ਜਾਂ ਵਿਕਾਸ ਹੈ, ਉਹ ਕਿੱਥੋਂ ਸਟਾਰਟ ਹੋ ਜਾਂਦਾ? ਉਹ ਕੰਕਰੀਟ ਆਪਰੇਸ਼ਨ ਤੋਂ। ਕੀ ਹੈ, 7 ਤੋਂ ਲੈ ਕੇ 11 ਸਾਲਾਂ ਦੀ ਉਮਰ ਤੋਂ। ਹੁਣ ਮੰਨ ਲਓ ਤੁਹਾਨੂੰ ਉਦਾਹਰਨ ਦਿੱਤੀ ਸੀ, ਇੱਕ ਆਈਸ ਆ ਬੱਚੇ ਦੇ ਹੱਥ ਤੇ, ਉਹ ਪਿਘਲ ਗਈ, ਤਾਂ ਉਹ ਕੀ ਬਣ ਗਿਆ? ਵਾਟਰ ਬਣ ਗਿਆ, ਪਾਣੀ ਬਣ ਗਿਆ। ਹੁਣ ਕੀ ਕਰੇਗਾ ਇੱਥੇ? ਕੀ ਕਰ ਸਕਦਾ ਬੱਚਾ? ਉਸ ਪਾਣੀ ਨੂੰ ਇਕੱਠਾ ਕਰਕੇ ਫਿਰ ਫਰਿੱਜ 'ਚ ਰੱਖ ਕੇ ਉਹਦੀ ਆਈਸ ਬਣਾ ਸਕਦਾ, ਬਰਫ਼ ਬਣਾ ਸਕਦਾ। ਇੱਥੇ ਕੀ ਰਿਵਰਸੀਬਿਲਿਟੀ ਆ ਗਈ। ਇੱਥੇ ਕੀ ਸਮਝ ਲਓ ਵੀ ਸੀ ਦਾ ਮਤਲਬ ਇੱਥੇ ਕਾਰ ਹੈ, ਠੀਕ ਹੈ, ਸੀ ਦਾ ਮਤਲਬ ਕਾਰ ਹੈ। ਕੰਕਰੀਟ ਆਪਰੇਸ਼ਨ ਦੇ ਵਿੱਚ ਕਾਰ ਹੈ, ਕਾਰ ਤੇ ਕੀ ਆ? ਬੈਕ ਗੇਅਰ ਹੁੰਦਾ ਨਾ, ਗੇਅਰ ਹੁੰਦਾ ਬੈਕ ਗੇਅਰ, ਬਸ ਸਮਝ ਲਿਓ ਇੱਥੇ। ਉਹ ਬਾਈਕ ਸਮਝਿਓ, ਦੂਸਰੀ ਸਟੇਜ ਬਾਈਕ ਆ। ਪਹਿਲਾਂ ਸਾਈਕਲ ਆਇਆ, ਪਹਿਲੀ ਸਟੇਜ ਸਾਈਕਲ ਦੀ ਸੀ, ਦੂਸਰੀ ਬਾਈਕ ਦੀ ਸੀ, ਤੀਸਰੀ ਕਾਰ ਦੀ ਆ ਗਈ, ਠੀਕ ਹੈ। ਉਸ ਤੋਂ ਬਾਅਦ ਹੀ ਸਭ ਕੁਝ ਸਿੱਖਿਆ ਨਾ।
ਰਿਵਰਸੀਬਿਲਟੀ ਕਿੱਥੇ ਆ ਗਈ? ਸੀ ਮਤਲਬ ਕਾਰ ਤੇ ਬੈਕ ਗੇਅਰ ਹੁੰਦਾ। ਇੱਥੇ ਯਾਦ ਰੱਖਣ ਦੀ ਬਹੁਤ ਵਧੀਆ ਉਦਾਹਰਨ ਆ, ਮੈਨੂੰ ਨਹੀਂ ਲੱਗਦਾ ਕਿਸੇ ਨੇ ਦਿੱਤੀ ਹੋਈ ਇਸ ਤਰ੍ਹਾਂ ਦੀ। ਬੈਕ ਗੇਅਰ ਕਹਿੰਦੇ ਆ ਵੀ ਆਪਾਂ ਰਿਵਰਸ ਤੇ ਜਾ ਸਕਦੇ ਆ, ਬੈਕ ਜਾ ਸਕਦੇ ਆ, ਇਹ ਚੀਜ਼ਾਂ ਦੇ ਬਾਰੇ। ਹੁਣ ਮੰਨ ਲਓ ਬੱਚੇ ਨੂੰ ਆਪਾਂ ਮੈਥ ਪੜ੍ਹਾ ਰਹੇ ਆ, ਇੱਥੇ ਕੀ ਆ 2+2, ਉਹਨੂੰ ਪਤਾ ਲੱਗਿਆ 4। ਹੁਣ ਇਹਨੂੰ ਇਹ ਨਹੀਂ ਪਤਾ ਲੱਗਣਾ ਵੀ ਇੱਕੋ ਦਮ ਇਹਨੂੰ ਆਏ ਪੁੱਛ ਲਿਆ ਵੀ 4 - 2 ਕਿੰਨੇ ਹੋਏਗਾ 2। ਇਹ ਨਹੀਂ ਕਰ ਸਕਦਾ ਬੱਚਾ, ਇਹ ਕਰ ਸਕਦਾ। ਪਰ ਕੰਕਰੀਟ ਆਪਰੇਸ਼ਨ ਦੇ ਵਿੱਚ ਕੀ ਆ, ਉਸਨੂੰ ਕਵਾਂਗੇ 2+2 = 4, 4 - 2 = ਬੱਚਾ ਫਿਰ ਆਨਸਰ ਕਰੇਗਾ 2। ਇੱਥੇ ਕੀ ਰਿਵਰਸੀਬਿਲਟੀ ਆ ਉਹਦੇ ਵਿੱਚ ਦੇਖਣ ਨੂੰ ਮਿਲਦੀ ਹੈ। ਰਿਵਰਸੀਬਿਲਟੀ ਦੀ ਇੱਥੇ ਜੀਨ ਪਿਆਜੇ ਨੇ ਗੱਲ ਕੀਤੀ ਹੈ, ਮੋਸਟ ਇੰਪੋਰਟੈਂਟ ਹੈ ਇਹ ਵੀ, ਇੱਥੇ ਇੰਪੋਰਟੈਂਟ ਲਿਖ ਦਿੰਦਾ। ਹਾਂਜੀ, ਉਸ ਤੋਂ ਬਾਅਦ ਬਿਟੀ ਜਿਹੜੀ ਕਿ ਡਿਵੈਲਪਮੈਂਟ ਗੱਲ ਕਰਦੇ, ਇੱਥੇ ਪਰਿਵਰਤਨਸ਼ੀਲਤਾ ਦੇਖਣ ਨੂੰ ਮਿਲਦੀ ਹੈ, ਵਿਕਸਿਤ ਕੀਤਾ ਟ੍ਰਾਂਸਟੀਵਿਟੀ ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਰਿਲੇਸ਼ਨ ਆ, ਉਹਦੀਆਂ ਵੱਖ ਜਿਹੜਾ ਉਸਨੂੰ ਵੱਖ ਕੀਤਾ ਜਾ ਸਕਦਾ। ਐਬਿਲਿਟੀ ਇੱਥੇ ਪੈਦਾ ਹੋ ਜਾਂਦੀ ਹੈ ਕਿ ਰਿਲੇਸ਼ਨਸ ਜਿਹੜੇ ਨੇ ਵੇਰੀਅਸ ਥਿੰਗ ਦੇ ਵਿੱਚ ਉਹਨੂੰ ਵੱਖ ਕਰ ਸਕਦਾ। ਹੁਣ ਉਹਨੂੰ ਆਪਾਂ ਡਿਟੇਲ ਦੇ ਨਾਲ ਪੜਾਂਗੇ ਇਹ ਕਿਵੇਂ ਆ। ਇਸ ਸਟੇਜ ਨੂੰ ਚਾਈਲਡਹੁੱਡ ਦੇ ਨਾਮ ਨਾਲ ਜਾਣਿਆ ਜਾਂਦਾ ਜਾਂ ਗੈਂਗ ਏਜ ਦੇ ਨਾਲ ਵੀ ਜਾਣਿਆ ਜਾਂਦਾ। ਬਸ ਇੰਨਾ ਕੁ ਯਾਦ ਰੱਖੋ, ਕਿਉਂਕਿ ਆਪਾਂ ਇਹ ਜਦੋਂ ਸਟੇਜਸ ਕੀਤੇ ਨੇ ਤਾਂ ਪਰ ਜੀਨ ਪਿਆਜੇ ਦੀ ਜਿਹੜੀ ਸਟੇਜਸ ਕੀਤੀਆਂ ਉਹਦੇ ਨਾਲ ਕਿਤੇ ਨਾ ਕਿਤੇ ਮੈਚ ਹੁੰਦੀ ਆ, ਮਤਲਬ ਸੇਮ ਨੇ। ਤਾਂ ਬਸ ਇੱਥੇ ਇੱਕ ਯਾਦ ਰੱਖਿਓ, ਗੈਂਗ ਏਜ ਵੀ ਕਿਹਾ ਜਾਂਦਾ ਹੈ ਤੇ ਲਿਟਲ ਚਾਈਲਡਹੁੱਡ ਵੀ ਇਸਨੂੰ ਕਿਹਾ ਜਾਂਦਾ ਹੈ। ਬਸ ਇੱਥੇ ਇੱਕ ਯਾਦ ਰੱਖਿਓ। ਹੁਣ ਆਪਾਂ ਜਿਹੜਾ ਇਹ ਸ਼ਬਦ ਆ, ਇਸ ਸ਼ਬਦ ਨੂੰ ਆਪਾਂ ਡਿਟੇਲ ਦੇ ਨਾਲ ਜਾਣਾਂਗੇ। ਇਸ ਸ਼ਬਦ ਦਾ ਕੀ ਹੈ? CCS ਹੈ, ਮਤਲਬ ਕਿ ਕਨਵਰਜ ਹੈ, ਉਸਨੂੰ ਪੜਾਂਗੇ। ਉਸ ਤੋਂ ਬਾਅਦ ਕੀ ਆ, ਇਹ ਚੀਜ਼ਾਂ ਨੂੰ ਆਪਾਂ CCS ਨੂੰ ਡਿਟੇਲ ਦੇ ਨਾਲ ਪੜਾਂਗੇ, ਕਿਉਂਕਿ ਰਿਲੇਸ਼ਨ ਦੀ ਗੱਲ ਕੀਤੀ ਹੈ ਨਾ। ਰਿਲੇਸ਼ਨ ਕਿਸ ਤਰ੍ਹਾਂ ਦੇ ਹੋ ਸਕਦੇ ਆ? ਸਭ ਤੋਂ ਪਹਿਲਾਂ ਆਪਣੇ ਕੋਲ ਸਭ ਤੋਂ ਪਹਿਲਾ ਰਿਲੇਸ਼ਨ ਆ ਜਿਹੜਾ ਕੰਕਰੀਟ ਆਪਰੇਸ਼ਨ ਦਾ, ਉਹ ਕੰਜ਼ਰਵੇਸ਼ਨ ਆ। ਕੰਜ਼ਰਵੇਸ਼ਨ ਦਾ ਮਤਲਬ ਕੀ ਹੈ? ਇੱਥੇ ਐਬਿਲਿਟੀ ਹੋ ਜਾਂਦੀ ਹੈ ਬੱਚੇ ਦੇ ਅੰਦਰ ਕਿ ਬੱਚਾ ਕੀ ਆ, ਕੁਆਂਟੀਟੀ, ਏਰੀਆ, ਵੋਲਿਊਮ ਡਜ਼ ਨਾਟ ਚੇਂਜ। ਅਗਰ ਚੇਂਜ ਨਹੀਂ ਹੁੰਦਾ, ਮਤਲਬ ਕਿ ਕੋਈ ਵੀ ਇਸ ਤਰ੍ਹਾਂ ਦਾ ਆਬਜੈਕਟ ਆ, ਅਗਰ ਉਹਦੇ ਵਿੱਚੋਂ ਕੋਈ ਚੇਂਜ ਕਰਦੇ ਆ, ਉਹਦੀ ਸ਼ੇਪ ਚੇਂਜ ਕਰਦੇ ਆ, ਉਹਦਾ ਸਾਈਜ਼ ਚੇਂਜ ਕਰਦੇ ਆ, ਉਹਦੇ ਵਿੱਚ ਚੇਂਜ ਨਹੀਂ ਹੁੰਦਾ। ਇਸ ਤਰ੍ਹਾਂ ਹੀ ਕਿਹਾ ਗਿਆ ਕਿ ਬੱਚੇ ਦੀ ਏਦਾਂ ਸਮਤਾ ਬਣ ਜਾਂਦੀ ਹੈ ਸਟੇਜ ਤੇ ਆ ਕੇ ਕੰਕਰੀਟ ਆਪਰੇਸ਼ਨ ਦੇ ਵਿੱਚ। ਬੱਚਾ ਕੁਆਂਟੀਟੀ, ਏਰੀਆ ਤੇ ਵੋਲਿਊਮ ਚੇਂਜ ਨਹੀਂ ਹੁੰਦਾ ਅਗਰ ਉਹਦੇ ਵਿੱਚ ਸ਼ੇਪ ਚੇਂਜ ਕਰੀਏ। ਹੁਣ ਇਹਦੀ ਉਦਾਹਰਨ ਦੇਖੋ, ਇੱਕ ਬੱਚਾ ਹੈ, ਉਹਦੇ ਅੱਗੇ ਜੇਕਰ ਇਹ ਪ੍ਰੋਸੈਸ ਉਹਦੇ ਸਾਹਮਣੇ ਕਰਾਂਗੇ ਨਾ, ਫਿਰ ਸਾਹਮਣੇ ਪਤਾ ਲੱਗੇਗਾ। ਜੇਕਰ ਮੈਂ 2 ਇਸ ਤਰ੍ਹਾਂ ਦੇ ਕੱਪ ਦਿਖਾਤੇ, ਠੀਕ ਹੈ, ਕੱਪ ਦਿਖਾਤੇ ਉਹਨੂੰ, ਜਿਸ ਤਰ੍ਹਾਂ 2 ਗਲਾਸ ਦਿਖਾਤੇ, ਉਸ ਗਲਾਸ ਨੂੰ ਮੈਂ ਦਿਖਾ ਕੇ ਪਹਿਲਾ ਪ੍ਰੋਸੈਸ ਕਰ ਲਿਆ, ਦਿਖਾਤਾ, ਉਸ ਤੋਂ ਬਾਅਦ ਦੂਸਰਾ ਦਿਖਾਤਾ। ਤਾਂ ਫਿਰ ਅਗਰ ਮੈਂ ਵੀ ਕਵਾਂਗਾ ਨਾ, ਅਗਰ ਮੈਂ ਵੀ ਤਾਂ ਕਵਾਂਗਾ ਇਹ ਵੱਡਾ, ਪਰ ਹੁਣ ਇਹਦੇ ਅਕੋਰਡਿੰਗ ਸਮਝੋ ਇਹਦੇ ਵਿੱਚ ਕੀ ਕਿਹਾ ਗਿਆ। ਠੀਕ ਹੈ ਜੀ, ਡਿਟੇਲ ਦੇ ਨਾਲ ਦੇਖਣ ਵਾਲੇ ਆ ਇਸ ਦੇ ਵਿੱਚ ਕੀ ਕਿਹਾ ਗਿਆ। ਦੇਖੋ, ਜੀਨ ਪਿਆਜੇ ਕੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਇਹ ਪ੍ਰੋਸੈਸ ਹੈ, ਇਹਦੇ ਵਿੱਚ ਇਹ ਹੈ ਕਿ ਬੱਚੇ ਦੇ ਅੱਗੇ 2 ਗਲਾਸ ਰੱਖਦੇ, ਠੀਕ ਹੈ, ਉਹਦੇ ਵਿੱਚ ਬਰਾਬਰ ਪਾਣੀ, ਇਕੁਅਲ ਵਾਟਰ ਹੈ, ਠੀਕ ਹੈ, ਇਕੁਅਲ ਵਾਟਰ ਹੈ। ਉਸ ਤੋਂ ਬਾਅਦ ਇੱਕ ਜੱਗ ਦਾ, ਮਤਲਬ ਕਿ ਇਹ ਫਸਟ ਹੈ, ਦੂਸਰਾ ਹੈ, ਤੇ ਪਹਿਲੇ ਦਾ ਜਿਹੜਾ ਪਾਣੀ ਆ ਉਹ ਇੱਕ ਲੰਮੀ ਟਿਊਬ ਦੇ ਵਿੱਚ ਪਾ ਦਿੱਤਾ। ਇਸ ਤਰ੍ਹਾਂ ਲੰਮੀ ਟਿਊਬ ਆ, ਇਹਦੇ ਵਿੱਚ ਪਾਣੀ ਪਾ ਦਿੱਤਾ, ਤੇ ਉਹ ਲੰਮੀ ਟਿਊਬ ਇੰਨੀ ਸ਼ੋ ਹੋਣ ਲੱਗ ਗਈ। ਪਾਣੀ ਤਾਂ ਉਨਾ ਹੀ ਆ, ਪਰ ਉਹਦੇ ਵਿੱਚ ਇੰਨਾ ਸ਼ੋ ਹੋਣ ਲੱਗ ਗਿਆ। ਬਟ ਜੇ ਆਪਾਂ ਗੱਲ ਕਰੀਏ ਦੂਸਰੇ ਗਲਾਸ ਦੀ, ਦੂਸਰੇ ਗਲਾਸ ਵਿੱਚ ਕੋਈ ਵੀ ਚੇਂਜ ਨਹੀਂ ਆ, ਉਹਦਾ ਬਸ ਪਾਣੀ ਇੰਨਾ ਦਿਸ ਰਿਹਾ। ਹੁਣ ਧਿਆਨ ਨਾਲ ਦੇਖੋ, ਹੁਣ ਬੱਚੇ ਨੂੰ ਪੁੱਛਿਆ ਜਾਵੇ ਕਿ ਇਹਦੇ ਵਿੱਚ ਤੂੰ ਇਹ ਦੱਸ ਵੀ ਵੱਡਾ ਕਿਹੜਾ, ਸਭ ਤੋਂ ਜ਼ਿਆਦਾ ਪਾਣੀ ਕਿਹੜਾ, ਤਾਂ ਬੱਚਾ ਫਿਰ ਆਨਸਰ ਕੀ ਕਰੇਗਾ? ਅਗਰ ਇਹ ਆਨਸਰ ਕਰੇਗਾ ਤਾਂ ਇਹਦਾ ਸਮਝ ਲਿਓ ਕੰਕਰੀਟ ਆਪਰੇਸ਼ਨ ਦੇ ਵਿੱਚ ਨਹੀਂ ਹੈ, ਰਿਵਰਸੀਬਲ ਨਹੀਂ ਸੋਚ ਸਕਦਾ, ਲੌਜੀਕਲ ਨਹੀਂ ਸੋਚ ਸਕਦਾ, ਜਿਹੜਾ ਅਬਸਟਰੈਕਟ ਕੰਕਰੀਟ ਆਪਰੇਸ਼ਨ ਦੇ ਵਿੱਚ ਹੈ। ਜੇ ਨਹੀਂ ਹੈ, ਜੇਕਰ ਇਹਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਅਗਰ ਬੱਚੇ ਨੂੰ ਆਪਾਂ ਦਿਖਾਤਾ ਇਹ ਦੋਨੇ ਸਾਹਮਣੇ ਕਰ ਰਹੇ ਆ ਕੰਮ, ਉਸ ਤੋਂ ਬਾਅਦ ਇਹਦੇ ਵਿੱਚ ਉਹਦੇ ਸਾਹਮਣੇ ਕੀਤਾ ਇਹ ਵੀ ਕੰਮ, ਵੀ ਉਹ ਅਲੱਗ ਇਹਦੇ ਵਿੱਚ ਪਾਤਾ, ਜੇ ਉਹ ਕਹੇਗਾ ਹਾਂਜੀ ਇਹ ਬਰਾਬਰ ਨੇ, ਉੱਥੋਂ ਸਮਝ ਲਿਓ ਵੀ ਉਹ ਬੱਚਾ ਕੀ ਹੈ, ਕੰਕਰੀਟ ਆਪਰੇਸ਼ਨ ਦੇ ਵਿੱਚ ਹੈ। ਫਿਰ ਕੀ ਕਹੋਗੇ? ਕੰਕਰੀਟ। ਹੁਣ ਇੱਥੇ ਬੱਚੇ ਨੂੰ ਪਤਾ ਲੱਗ ਗਿਆ, ਅਗਰ ਵੋਲਿਊਮ, ਕੁਆਂਟੀਟੀ, ਏਰੀਆ ਸੇਮ ਰਹੇਗਾ, ਅਗਰ ਉਹਦੇ ਵਿੱਚ ਸ਼ੇਪ ਚੇਂਜ ਕਰਤੀ, ਉਹਦਾ ਜਿਹੜਾ ਸਾਈਜ਼ ਚੇਂਜ ਕਰਤਾ, ਉਹਦਾ ਰੂਪ ਆਕਾਰ ਜਿਹੜਾ ਚੇਂਜ ਕਰਤਾ, ਉਹ ਆਕਾਰ ਚੇਂਜ ਹੋਣ ਦੇ ਨਾਲ ਉਹਦੀ ਕੁਆਂਟੀਟੀ, ਉਹਦੀ ਮਾਤਰਾ, ਖੇਤਰ, ਆਇਤਨ ਚੇਂਜ ਨਹੀਂ ਹੁੰਦਾ। ਇੱਥੇ ਤੁਸੀਂ ਹਿਸਾਬ ਲਗਾ ਲਓ, ਕੰਜ਼ਰਵੇਸ਼ਨ ਆ ਕਿ ਉਹ ਇੱਕ ਬਾਲ ਹੈ, ਮਤਲਬ 4 ਬਾਲਾਂ ਇਸ ਤਰ੍ਹਾਂ ਰੱਖੀ ਹੋਈ ਹੈ, ਇੱਕ ਉਹ ਲਾਈਨ ਦੇ ਵਿੱਚ ਰੱਖਤੀ ਇਸ ਤਰ੍ਹਾਂ। ਇੱਥੋਂ ਕੀ ਸਮਝ ਸਕਦੇ ਹੋ? ਜਿੱਥੇ ਸਮਝਣ ਲੱਗ ਗਿਆ ਵੀ ਹਾਂ ਇਹ ਤੇ ਇਹ ਦੋਨੇ ਬਰਾਬਰ ਨੇ ਤੇ ਇੱਕੋ ਜਿਹੀ ਗਿਣਤੀ ਆ, ਉੱਥੇ ਕੀ ਸਮਝੋ? ਕੰਜ਼ਰਵੇਸ਼ਨ, ਮਤਲਬ ਕਿ ਉਹ ਕੰਜ਼ਰਵੇਸ਼ਨ ਕਰ ਸਕਦਾ ਹੈ। ਕੰਕਰੀਟ ਆਪਰੇਸ਼ਨ ਦਾ ਸੀ ਸਭ ਤੋਂ ਪਹਿਲੀ ਹੈ, ਨੈਕਸਟ ਸੀ ਪੜਾਂਗੇ, ਉਸ ਤੋਂ ਬਾਅਦ ਐਸ ਪੜਾਂਗੇ। ਇਹਦਾ ਸਹੀ ਮਤਲਬ ਕੀ ਹੈ। ਨੈਕਸਟ ਆਪਣੇ ਕੋਲ ਹੈ ਕਲਾਸੀਫਿਕੇਸ਼ਨ। ਹਾਂਜੀ, ਕੰਕਰੀਟ ਆਪਰੇਸ਼ਨ ਦੇ ਵਿੱਚ ਦੇਖੋ ਡਿਫਰੈਂਸ਼ੀਏਟ ਕਰ ਸਕਦਾ, ਰਿਲੇਸ਼ਨ ਪਤਾ ਕਰ ਸਕਦਾ। ਹੁਣ ਇੱਥੇ ਕੀ ਕਲਾਸੀਫਿਕੇਸ਼ਨ ਕਰ ਸਕਦਾ ਹੈ ਬੱਚਾ, ਵਰਗੀਕਰਨ ਕਰ ਸਕਦਾ। ਕਿਵੇਂ ਵਰਗੀਕਰਨ ਕਰ ਸਕਦਾ ਹੈ? ਦੇਖੋ, ਇਹਦੇ ਵਿੱਚ ਇੱਕ ਬੱਚਾ ਹੈ, ਉਹਦੇ ਅੱਗੇ 4 ਇਸ ਤਰ੍ਹਾਂ ਦੇ ਕੱਪ ਰੱਖੇ ਹੋਏ ਆ, ਗਲਾਸ ਰੱਖੇ ਹੋਏ ਆ, ਤੇ ਉਹਦੇ ਵਿੱਚ ਵੱਖ-ਵੱਖ ਰੰਗ ਦੇ ਇਹ ਸਿੱਕੇ ਪਏ ਹੋਏ ਆ ਉਹਦੇ ਸਾਹਮਣੇ।
ਫਿਰ ਕੀ ਕਰੇਗਾ ਬੱਚਾ, ਇਹ ਕੋਸ਼ਿਸ਼ ਕਰੇਗਾ ਜਿਹੜੇ ਵੱਖ-ਵੱਖ ਰੰਗ ਨੇ ਉਹਨੂੰ ਰੰਗ ਦੇ ਅਕੋਰਡਿੰਗ ਪਾਇਆ ਜਾਵੇ। ਜਿਵੇਂ ਇਹਦੇ ਕੋਲੇ ਰੈੱਡ ਕਲਰ ਦਾ ਹੈ ਤੇ ਰੈੱਡ ਕਲਰ ਰੈੱਡ 'ਚ ਪਾ ਰਿਹਾ, ਔਰ ਜਿਹੜਾ ਕਿ ਇਹ ਯੈਲੋ ਕਲਰ ਦੇ ਵਿੱਚ ਯੈਲੋ ਦਾ ਪਾਏਗਾ ਸਿੱਕਾ, ਉਸ ਤੋਂ ਬਾਅਦ ਗ੍ਰੀਨ ਦੇ ਵਿੱਚ ਗ੍ਰੀਨ ਦਾ ਪਾਏਗਾ, ਔਰੇਂਜ ਦੇ ਵਿੱਚ ਔਰੇਂਜ ਦਾ ਐਂਡ ਬਲੂ ਦੇ ਵਿੱਚ ਬਲੂ ਸਿੱਕਾ ਪਾਏਗਾ। ਫਿਰ ਕੀ ਆ, ਜਿਹੜਾ ਤੀਸਰਾ ਸਟੈਪ ਕੀ ਕਰੇਗਾ, ਫਿਰ ਇਸ ਤਰ੍ਹਾਂ ਕਰ ਦੇਗਾ ਬੱਚਾ ਕਿ ਕੀ ਕਰੇਗਾ, ਇਹ ਕੀ ਆ, ਪਿੰਕ ਹੈ, ਬਲੂ ਹੈ, ਔਰੇਂਜ ਹੈ ਐਂਡ ਗ੍ਰੀਨ ਹੈ ਐਂਡ ਯੈਲੋ ਹੈ। ਇਹਦੇ ਅਕੋਰਡਿੰਗ ਉਹਨੇ ਸਿੱਕੇ ਐ ਰੱਖਤੇ ਵੀ ਉਹਨੇ ਡਿਫਰੈਂਸ਼ੀਏਟ ਕਰਤਾ, ਕਲਾਸੀਫਾਈ ਕਰਤਾ ਰੰਗਾਂ ਨੂੰ, ਕਲਰ ਨੂੰ ਕਲਾਸੀਫਾਈ, ਇਹ ਪ੍ਰੋਸੈਸ ਨੂੰ ਕੀ ਕਹਾਂਗੇ, ਕਲਾਸੀਫਾਈ। ਇੱਥੇ ਕੀ ਆ, ਜੇ ਬੱਚਾ ਕਲਾਸੀਫਾਈ ਕਰ ਸਕਦਾ ਹੈ, ਵੱਖ-ਵੱਖ ਕਰ ਸਕਦਾ ਹੈ ਕਿਸੇ ਵੀ ਚੀਜ਼ ਨੂੰ, ਕਲਰ ਦੇ ਅਕੋਰਡਿੰਗ ਅਰੇਂਜ ਕਰ ਸਕਦਾ ਹੈ, ਉਸ ਨੂੰ ਕੀ ਕਹਾਂਗੇ ਆਪਾਂ, ਕੰਕਰੀਟ ਆਪਰੇਸ਼ਨ ਦੇ ਵਿੱਚ ਆ। ਕਿ ਬੱਚਾ ਹੁਣ ਕੰਕਰੀਟ ਆਪਰੇਸ਼ਨ ਦੇ ਵਿੱਚ 7 ਤੋਂ 11 ਸਾਲ ਦੀ ਉਮਰ ਵਿੱਚ ਆ। ਅਗਰ ਤੁਹਾਡੇ ਤੋਂ ਪੁੱਛਿਆ ਗਿਆ ਕਲਾਸੀਫਿਕੇਸ਼ਨ ਕਿਸ ਏਜ ਦੇ ਵਿੱਚ ਕਰਦਾ ਹੈ ਬੱਚਾ, ਕਿਸ ਸਟੇਜ ਦੇ ਵਿੱਚ ਕਰਦਾ ਹੈ, ਤੁਸੀਂ ਐਮਸੀਕਿਊ ਦੇ ਵਿੱਚ ਆਨਸਰ ਕਰੋਗੇ ਕੰਕਰੀਟ ਆਪਰੇਸ਼ਨ। ਤੇ ਕਲਾਸੀਫਿਕੇਸ਼ਨ ਕੰਕਰੀਟ ਆਪਰੇਸ਼ਨ ਜਿਹੜਾ ਦਿੱਤਾ ਹੈ ਕਿਸੇ ਨੇ ਦਿੱਤਾ, ਜੀਨ ਪਿਆਜੇ ਨੇ। ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਨੈਕਸਟ ਆਪਣੇ ਕੋਲ ਹੈ ਕੰਕਰੀਟ ਆਪਰੇਸ਼ਨ ਦਾ ਤੀਸਰਾ ਸਟੈਪ ਹੈ ਸੀਸੀ, ਆਪਾਂ ਕਰ ਲਿਆ, ਕੰਜ਼ਰਵੇਸ਼ਨ, ਕਲਾਸੀਫਿਕੇਸ਼ਨ ਐਂਡ ਐਸਐਸ ਸੀਰੀਏਸ਼ਨ, ਜਾਂ ਇਹਨੂੰ ਕ੍ਰਮਵਾਰ ਕਹਾਂਗੇ, ਪੰਜਾਬੀ ਵਿੱਚ ਇਹਨੂੰ ਕ੍ਰਮਵਾਰ ਕਹਾਂਗੇ। ਹੁਣ ਦੇਖੋ ਕੀ ਆ, ਆਪਣੇ ਕੋਲੇ ਕੋਈ ਆਬਜੈਕਟ ਆ, ਮੰਨ ਲਓ ਕੋਈ ਇਦਾਂ ਦੇ ਵੀ ਆਬਜੈਕਟ ਆ, ਮੰਨ ਲਓ ਇਸ ਤਰ੍ਹਾਂ ਦੇ ਬੱਚੇ ਕੋਲੇ ਇੱਕ ਆਬਜੈਕਟ ਸੀਗੇ, ਉਹਨੂੰ ਅਰੇਂਜ ਕਰਤਾ, ਉਹਨੇ ਅਰੇਂਜ ਕਰਤਾ, ਮਤਲਬ ਕਿ ਸਹੀ ਕਰਤਾ, ਅਰੇਂਜ ਕਰਤਾ, ਕੀ ਆ, ਇੰਕਰੀਜ਼ਿੰਗ ਆਰਡਰ ਦੇ ਵਿੱਚ, ਵਾਧੇ ਕ੍ਰਮ ਦੇ ਵਿੱਚ, ਵਾਧੇ ਕ੍ਰਮ ਦੇ ਵਿੱਚ ਕਰਤਾ। ਹੁਣ ਕੀ ਆ, ਇੱਕ ਡੱਬਾ ਸਭ ਤੋਂ ਛੋਟਾ ਰੱਖਿਆ, ਵੱਡਾ ਵੱਡਾ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ ਐਂਡ ਉਸ ਤੋਂ ਵੱਡਾ ਐਂਡ ਉਸ ਤੋਂ ਵੱਡਾ, ਇਸ ਤਰ੍ਹਾਂ ਕਰਤਾ ਉਹਨੇ। ਕੀ ਲਗਾ ਦਿੱਤਾ ਇਹਦੇ ਵਿੱਚ, ਵਾਧੇ ਕ੍ਰਮ ਦੇ ਵਿੱਚ ਬੱਚੇ ਨੇ ਲਗਾ ਦਿੱਤਾ। ਹੁਣ ਇੱਕ ਬੱਚੇ ਨੇ ਫਿਰ ਉਸੇ ਨੂੰ ਹੀ ਉਠਾ ਕੇ ਪਹਿਲਾਂ ਵੱਡਾ ਰੱਖਿਆ, ਫਿਰ ਛੋਟਾ, ਫਿਰ ਛੋਟਾ, ਫਿਰ ਛੋਟਾ, ਛੋਟਾ ਛੋਟਾ ਕਰਦਾ ਛੋਟਾ ਰੱਖਿਆ। ਇਹਦੇ ਵਿੱਚ ਕੀ ਆ, ਡਿਕਰੀਜ਼ਿੰਗ ਆਰਡਰ। ਇਹਦੇ ਵਿੱਚ ਕੀ ਕਵਾਂਗੇ, ਘਟਦੇ ਕ੍ਰਮ ਦੇ ਵਿੱਚ ਬੱਚੇ ਨੇ ਕੀ ਕਰਤਾ, ਘਟਦੇ ਕ੍ਰਮ ਦੇ ਵਿੱਚ ਡੱਬੇ ਅਰੇਂਜ ਕਰਤੇ, ਠੀਕ ਆ, ਅਰੇਂਜ ਕਰਤੇ। ਇਸ ਤਰ੍ਹਾਂ ਇਹ ਸਮਝ ਲਿਓ ਕਿ ਇਹ ਜਦੋਂ ਕਰ ਸਕਦਾ, ਉਹ ਕਿਹੜੀ ਏਜ ਦੇ ਵਿੱਚ ਕਰ ਸਕਦਾ ਹੈ, ਉਹ ਕੰਕਰੀਟ ਆਪਰੇਸ਼ਨ ਦੇ ਵਿੱਚ ਇਹ ਕੰਮ ਬੱਚਾ ਕਰ ਸਕਦਾ। ਹੁਣ ਸੀਸੀ ਦਾ ਮਤਲਬ ਸਮਝ ਗਏ, ਸੀਸੀ ਕੰਕਰੀਟ ਆਪਰੇਸ਼ਨ ਦੇ ਵਿੱਚ ਆ, ਤਿੰਨੋਂ ਸ਼ਬਦ ਨੇ, ਇਹ ਪੁੱਛੇ ਜਾਂਦੇ ਨੇ ਐਮਸੀਕਿਊ ਦੇ ਵਿੱਚ, ਠੀਕ ਹੈ। ਐਮਸੀਕਿਊ ਤੁਹਾਨੂੰ ਦੱਸਦੇ ਸੀਰੀਏਸ਼ਨ ਕਿਹੜੇ ਸਟੇਜ ਦੇ ਵਿੱਚ ਕਰਦਾ, ਕਿਸੇ ਨੇ ਦਿੱਤਾ ਜੀਨ ਪਿਆਜੇ ਨੇ, ਕੰਕਰੀਟ ਆਪਰੇਸ਼ਨ ਦੇ ਵਿੱਚ ਆ, 7 ਤੋਂ 11 ਸਾਲ ਦੀ ਉਮਰ ਵਿੱਚ ਬੱਚਾ ਡਿਫਰੈਂਸ਼ੀਏਟ ਕਰ ਸਕਦਾ। ਹੁਣ ਜਿਹੜਾ ਲਾਸਟ ਆਪਣੇ ਕੋਲ ਸਟੈਪ ਆ, ਸੌਰੀ ਲਾਸਟ ਸਟੇਜ ਬਚਦੀ ਆ, ਉਹ ਫਾਰਮਲ ਆਪਰੇਸ਼ਨ ਸਟੇਜ ਬਚਦੀ ਆ, ਜਿੱਥੇ ਕਿ ਆਪਾਂ ਗੱਲ ਕਰਾਂਗੇ। ਇਸ ਦੇ ਵਿੱਚ ਕੀ ਆ, ਇਹ ਸਟੇਜ ਆ ਜਿੱਥੇ ਕਿ ਬੱਚਾ ਲੌਜੀਕਲ ਸੋਚਣ ਲੱਗ ਜਾਂਦਾ, ਅਬਸਟਰੈਕਟ ਥਿੰਕਿੰਗ ਉਹਦੇ ਵਿੱਚ ਲੱਗ ਜਾਂਦੀ, ਅਮੂਰਤ ਚੀਜ਼ਾਂ ਦੇ ਬਾਰੇ ਤਰਕ ਦੇ ਨਾਲ ਸੋਚਣ ਲੱਗ ਜਾਂਦਾ। ਔਰ ਅਮੂਰਤ ਪੁੱਛੋਗੇ, ਇੱਕ ਤਾਂ ਦੇਖੋ ਅਗਰ ਇੱਥੇ ਗੱਲ ਕਰੀਏ ਪਹਿਲਾਂ ਵਾਲੇ ਸਟੇਜ ਦੀ, ਇੱਥੇ ਬੱਚਾ ਕੀ ਕਰਦਾ ਹੈ, ਇੱਥੇ ਜੋ ਚੀਜ਼ ਉਹਦੇ ਅੱਗੇ ਹੈ, ਆਬਜੈਕਟ ਉਹਦੇ ਅੱਗੇ ਹੈ, ਦੇਖ ਕੇ ਉਸਦੇ ਅਕੋਰਡਿੰਗ ਸੋਚੇਗਾ, ਇਮੇਜਿਨੇਸ਼ਨ ਕਰੇਗਾ, ਜੋ ਚੀਜ਼ ਉਹਦੇ ਅੱਗੇ ਹੈ ਇਮੇਜਿਨੇਸ਼ਨ ਕਰੇਗਾ, ਠੀਕ ਹੈ, ਪਿਕਚਰ ਬਣਾਏਗਾ ਆਪਣੇ ਦਿਮਾਗ ਦੇ ਅੰਦਰ। ਠੀਕ, ਅਗਰ ਗੱਲ ਕਰੀਏ ਨੈਕਸਟ ਆਪਣੇ ਕੋਲ ਸਟੇਜ ਹੈ ਉਹਦੇ ਫਾਰਮਲ ਦੀ, ਇੱਥੇ ਕੀ ਆ, ਅਗਰ ਉਹ ਅਮੂਰਤ ਚੀਜ਼ ਹੈ ਉਹਦੇ ਸਾਹਮਣੇ ਨਹੀਂ ਹੈ, ਫਿਰ ਵੀ ਉਹ ਉਹਦੇ ਇਮੇਜਿਨੇਸ਼ਨ ਕਰੇਗਾ, ਇਮੇਜ ਬਣਾਏਗਾ, ਇਮੇਜਿਨੇਸ਼ਨ ਉਸਦੀ ਜਿਹੜੀ ਕਿ ਤਰਕਮਈ ਸੋਚੇਗਾ, ਉਹਦੇ ਵਿੱਚ ਥਿੰਕ ਕਰੇਗਾ, ਕੋਈ ਵੀ ਚੀਜ਼ ਆ ਉਹਦੇ ਸਾਹਮਣੇ ਨਹੀਂ ਹੈ ਫਿਰ ਵੀ ਉਹ ਸੋਚੇਗਾ। ਪਰ ਇਸ ਤੋਂ ਪਹਿਲਾਂ ਵਾਲੀਆਂ ਸਟੇਜ ਦੇ ਵਿੱਚ ਨਹੀਂ ਕਰਦਾ। ਇੱਥੇ ਕੀ ਅਬਸਟਰੈਕਟ ਥਿੰਕਿੰਗ, ਅਮੂਰਤ ਚੀਜ਼ਾਂ ਦੇ ਬਾਰੇ ਉਹ ਤਰਕ ਤੌਰ ਤੇ ਵਿਕਸਿਤ ਹੋ ਜਾਂਦਾ, ਇਹ ਪੜਾਅ ਦੇ ਵਿੱਚ ਆ ਕੇ ਸੋਚਣ ਲੱਗ ਜਾਂਦਾ। ਉਸ ਤੋਂ ਬਾਅਦ ਕੀ ਹੈ, ਡਿਟੈਕਟਿਵ ਰੀਜ਼ਨਿੰਗ ਉਹਦੇ ਅੰਦਰ ਦੇਖਣ ਨੂੰ ਮਿਲਦੀ ਹੈ, ਜਿੱਥੋਂ ਕਿ ਡਿਟੈਕਟਿਵ ਤੋਂ ਕੀ ਆ, ਜਨਰਲ ਟੂ ਸਪੈਸੀਫਿਕ ਜਾਂਦਾ ਹੈ। ਮੰਨ ਲਓ ਇਹ ਸਿਧਾਂਤ ਆ, ਆਪਾਂ ਸਿਧਾਂਤ ਦੀ ਵੀ ਗੱਲ ਕੀਤੀ ਸੀ, ਜਨਰਲ ਟੂ ਸਪੈਸੀਫਿਕ ਇੱਕ ਸਿਧਾਂਤ ਹੈ ਡਿਟੈਕਟਿਵ ਤੇ ਐਂਡ ਇੰਡਕਟਿਵ। ਹੁਣ ਇੰਡਕਟਿਵ ਦਾ ਮਤਲਬ ਕੀ ਆ, ਆਗਮਨ ਵਿਧੀ, ਆਗਮਨ ਵਿਧੀ ਹੈ। ਅਗਰ ਗੱਲ ਕਰੀਏ ਡਿਟੈਕਟਿਵ ਦੀ, ਉਹ ਨਿਗਮਨ ਵਿਧੀ ਹੈ। ਨਿਗਮਨ ਦਾ ਕੀ ਮਤਲਬ ਹੈ, ਪਹਿਲਾਂ ਬੱਚੇ ਨੂੰ ਕੀ ਹੈ ਡਿਟੇਲ ਦੇ ਨਾਲ ਸਮਝਾਇਆ ਜਾਵੇ, ਪਰਿਭਾਸ਼ਾ ਦਿੱਤੀ ਜਾਵੇ, ਜੇਕਰ ਆਪਾਂ ਪੰਜਾਬੀ ਦੀ ਗੱਲ ਕਰੀਏ ਪਰਿਭਾਸ਼ਾ ਦਿੱਤੀ ਜਾਵੇ, ਠੀਕ ਹੈ, ਪਰਿਭਾਸ਼ਾ ਦਿੱਤੀ ਜਾਵੇ, ਫਿਰ ਬੱਚੇ ਨੂੰ ਐਗਜ਼ਾਮਪਲ ਦਿੱਤੀ ਜਾਵੇ, ਉਦਾਹਰਨਾਂ ਦਿੱਤੀਆਂ ਜਾਣ। ਪਰ ਆਪਾਂ ਗੱਲ ਕਰੀਏ ਨਿਗਮਨ ਵਿਧੀ, ਸੌਰੀ ਆਗਮਨ ਵਿਧੀ, ਆਗਮਨ ਚ ਪਹਿਲਾਂ ਉਦਾਹਰਨਾਂ ਦੇ ਕੇ ਬੱਚੇ ਨੂੰ ਸਮਝਾਇਆ ਜਾਵੇ। ਕਿਉਂਕਿ ਹੁਣ ਕੀ ਹੋ ਗਿਆ, ਬੱਚਾ ਜਨਰਲ ਤੋਂ ਸਪੈਸੀਫਿਕ ਜਾਣ ਦੇ ਲਈ ਹੋ ਗਿਆ, ਬੱਚਾ ਡਿਫਰੈਂਸ਼ੀਏਟ ਕਰ ਸਕਦਾ, ਪਹਿਲਾਂ ਪਰਿਭਾਸ਼ਾ ਦੱਸਾਂਗੇ ਫਿਰ ਉਹਦੀਆਂ ਉਦਾਹਰਨਾਂ ਦੱਸਾਂਗੇ। ਜਿਵੇਂ ਕਿ ਇਹ 12 ਸਾਲ ਦਾ ਬੱਚਾ ਕਿਹੜੀ ਕਲਾਸ ਦੇ ਵਿੱਚ ਹੋ ਜਾਂਦਾ, 6ਵੀਂ ਤੋਂ ਲੈ ਕੇ 8ਵੀਂ ਕਲਾਸ ਦੇ ਵਿੱਚ ਹੁੰਦਾ, ਦੇਖਦੇ ਆ, ਕਿਉਂਕਿ 5ਵੀਂ ਕਲਾਸ ਦੇ ਵਿੱਚ ਬੱਚਾ 5 ਸਾਲਾਂ ਦਾ ਲਗਾਉਂਦੇ ਆ, 5 ਸਾਲਾਂ ਦਾ 5ਵੀਂ ਕਲਾਸ ਕਰ ਲੈਂਦਾ, 5 ਸਾਲ ਲੱਗ ਕੇ 10 ਤੋਂ 11 ਸਾਲ ਦੀ ਉਮਰ ਵਿੱਚ ਬੱਚਾ 6ਵੀਂ ਕਲਾਸ ਦੇ ਵਿੱਚ ਪਹੁੰਚ ਜਾਂਦਾ, ਜਿੱਥੇ ਕਿ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਜਿੱਥੇ ਕਿ ਪਰਿਭਾਸ਼ਾ ਦੇ ਨਾਲ ਪੜ੍ਹਦੇ ਆ, ਪੰਜਾਬੀ ਪੜ੍ਹਦੇ ਆ, ਇੰਗਲਿਸ਼ ਪੜ੍ਹਦੇ ਆ, ਇਸ ਤਰ੍ਹਾਂ ਦੀ ਪਹਿਲਾਂ ਪਰਿਭਾਸ਼ਾ ਫਿਰ ਉਦਾਹਰਨਾਂ। ਸਮਝ ਲਿਓ ਹੁਣ ਕਲਾਸ ਦੇ ਅਕੋਰਡਿੰਗ ਗੱਲ ਕਰਾਂਗੇ, ਜਿਹੜੀ ਕਿ ਜੀਨ ਪਿਆਜੇ ਨੇ ਦਿੱਤੀ, ਅੱਜ ਉਸ ਨੂੰ ਕੌਣ ਫੋਲੋ ਕਰ ਰਿਹਾ, ਅਮਰੀਕਾ ਸਭ ਤੋਂ ਪਹਿਲਾਂ ਫੋਲੋ ਕਰਨ ਲੱਗਿਆ ਸੀ ਇਸ ਚੀਜ਼ ਨੂੰ, ਅੱਜ ਵੀ ਫੋਲੋ ਕਰ ਰਿਹਾ ਹੈ।
ਨੈਕਸਟ ਗੱਲ ਕਰਾਂਗੇ ਹਾਈਪੋਥੈਟਿਕੋ ਜਿਹੜਾ ਇੰਡਕਟਿਵ ਰੀਜ਼ਨਿੰਗ ਦੇਖਣ ਨੂੰ ਮਿਲਦੀ ਹੈ, ਜਿੱਥੇ ਕਿ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ। ਉਹਦੇ ਵਿੱਚ ਕੀ ਆ, ਬੱਚਾ ਐਬਿਲਿਟੀ ਉਹਦੇ ਅੰਦਰ ਪੈਦਾ ਹੋ ਸਕਦੀ ਹੈ, ਸੋਚ ਸਕਦਾ ਹੈ ਸਾਇੰਟੀਫਿਕਲੀ। ਹਾਂਜੀ, ਕੀ ਆ, ਵਿਗਿਆਨਿਕ ਢੰਗ ਦੇ ਨਾਲ ਬੱਚਾ ਸਿੱਖ ਸਕਦਾ ਹੈ, ਮਤਲਬ ਸੋਚ ਸਕਦਾ ਹੈ, ਸਿੱਖ ਸਕਦਾ ਹੈ, ਉਸਦੇ ਬਾਰੇ ਸੋਚੇਗਾ, ਸਮਝੇਗਾ ਕਿ ਉਹ ਜਨਰਲ ਪ੍ਰੋਜੈਕਸ਼ਨ ਕੀ ਨੇ, ਉਹਦੇ ਜਿਹੜੇ ਕਿ ਵਿਗਿਆਨਿਕ ਢੰਗ ਤੇ ਉਹਦੇ ਅਨੁਮਾਨ ਕੀ ਨੇ, ਉਹਦੀ ਭਵਿੱਖਬਾਣੀਆਂ ਕੀ ਨੇ, ਇਸ ਦੇ ਬਾਰੇ ਉਹਦੀਆਂ ਜੋ ਪ੍ਰੋਬਲਮਸ ਨੇ, ਜਿਹੜੀਆਂ ਉਹਦੇ ਮੁਸ਼ਕਲਾਂ ਨੇ, ਉਹਦਾ ਹੱਲ ਵੀ ਉਹ ਸਾਇੰਟੀਫਿਕਲੀ ਕਰੇਗਾ। ਵਿਗਿਆਨਿਕ ਢੰਗ ਦੇ ਨਾਲ ਉਹਦਾ ਜਿਹੜਾ ਨਿਵਾਰਨ, ਦੁੱਖ ਦਾ ਨਿਵਾਰਨ ਕਰਨ ਦੀ ਕੋਸ਼ਿਸ਼ ਕਰੇਗਾ। ਇੱਥੋਂ ਇਹ ਸਮਝ ਆ ਗਿਆ ਫਾਰਮਲ ਆਪਰੇਸ਼ਨ ਇੱਥੋਂ ਕਾ। ਅਗਰ ਤੁਸੀਂ ਕੰਕਰੀਟ ਆਪਰੇਸ਼ਨ ਦੇ ਉੱਤੇ ਜ਼ਿਆਦਾ ਕੁਐਸਚਨ ਦੇਖਣ ਨੂੰ ਮਿਲਦੇ ਆ, ਫਾਰਮਲ ਦੇ ਉੱਪਰ ਚਲੋ ਮਿਲੇਗਾ ਜ਼ਰੂਰ, ਪਰ ਇੰਨੇ ਨਹੀਂ ਹੈ, ਕਿਉਂਕਿ ਇਹਦੇ ਵਿੱਚ ਇੰਡਕਟਿਵ ਵੀ ਆ ਗਿਆ, ਸਭ ਚੀਜ਼ਾਂ ਦੇ ਵਿੱਚ ਮਿਕਸ ਹੋ ਗਈਆਂ। ਹੁਣ ਜੋ ਆਪਾਂ 3 ਸਟੇਜਾਂ ਪੜ੍ਹੀਆਂ, ਤਿੰਨਾਂ ਦਾ ਨਿਚੋੜ ਆਪਾਂ 4th ਹੈ, ਫਾਰਮਲ ਸਟੇਜ ਹੈ। ਅਗਰ ਫਾਰਮਲ ਸਟੇਜ ਤੁਹਾਨੂੰ ਨਹੀਂ ਪਤਾ, ਜੋ ਤੁਹਾਨੂੰ ਤਿੰਨੇ ਚੀਜ਼ਾਂ ਪਤਾ ਹੈ, ਤਿੰਨੇ ਸਟੇਜਾਂ ਬਾਰੇ ਪਤਾ ਹੈ, ਤੁਸੀਂ ਉਸਦੇ ਅਕੋਰਡਿੰਗ ਇੱਥੇ ਲਿਖ ਸਕਦੇ ਹੋ ਅਗਰ ਕੁਐਸਚਨ ਦੇਖਣ ਨੂੰ ਮਿਲਿਆ। ਇਹਦੇ ਵਿੱਚ ਕੀ ਆ, ਇਹ ਏਜ ਹੁੰਦੀ ਹੈ ਜਿੱਥੇ ਕਿ ਡਿਵਰਜੈਂਟ ਦੇਖਣ ਨੂੰ ਮਿਲਦੀ ਹੈ, ਵਿਭਿੰਨਤਾ ਦੇਖਣ ਨੂੰ ਮਿਲਦੀ ਹੈ। ਹੁਣ ਦੇਖੋ, ਇੱਕ ਸਟੂਡੈਂਟ ਆ 6th ਕਲਾਸ ਦੇ ਵਿੱਚ ਹੋ ਗਿਆ, ਪਹਿਲਾਂ ਉਹਨੂੰ ਵਾਤਾਵਰਨ ਸੀ, ਵਾਤਾਵਰਨ ਤੋਂ ਫਿਰ ਕੀ ਆ, SST ਬਣ ਗਈ। SST ਤਿੰਨ ਭਾਗਾਂ ਦੇ ਵਿੱਚ ਵੰਡੀ ਗਈ, ਜਿਵੇਂ ਕਿ ਜਿਓਗ੍ਰਾਫੀ ਦੇ ਵਿੱਚ ਵੰਡੀ ਗਈ, ਹਿਸਟਰੀ ਦੇ ਵਿੱਚ ਵੰਡੀ ਗਈ, ਉਸ ਤੋਂ ਬਾਅਦ ਕੀ ਆ, ਹਿਸਟਰੀ ਪਲੱਸ ਪੋਲੀਟੀਕਲ ਦੇ ਵਿੱਚ ਵੰਡੀ ਗਈ। ਠੀਕ ਹੈ, ਕੀ ਆ, ਭੌਤਿਕ, ਇਸ ਤਰ੍ਹਾਂ ਦੇ ਜਿਹੜੇ ਕਿ ਵਿਗਿਆਨ ਦੇ ਵਿੱਚ ਵੰਡੀ ਗਈ। ਉਸੇ ਤਰ੍ਹਾਂ ਹੀ ਆਪਾਂ ਸਾਇੰਸ ਦੀ ਗੱਲ ਕਰੀਏ, ਬੱਚੇ ਨੂੰ 6ਵੀਂ ਕਲਾਸ ਦੇ ਵਿੱਚ ਸਾਇੰਸ ਵੀ 3 ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ। ਉਹਦਾ ਮਤਲਬ ਕੀ ਹੈ ਕਿ ਪਹਿਲਾਂ ਫਿਜ਼ਿਕਸ ਆਏਗਾ, ਕੈਮਿਸਟਰੀ ਐਂਡ ਬਾਇਓਲੋਜੀ, ਉਸ ਤਰ੍ਹਾਂ ਵੰਡੀ ਜਾਂਦੀ ਹੈ। ਇਹ ਕਿੱਥੋਂ ਤੱਕ ਚੱਲਦੀ ਹੈ, 12ਵੀਂ ਤੱਕ, ਮਤਲਬ ਕਿ 10ਵੀਂ ਤੱਕ ਚੱਲਦੀ ਹੈ। ਉਸ ਤੋਂ ਬਾਅਦ ਤਾਂ ਮੈਡੀਕਲ, ਨੋਨ ਮੈਡੀਕਲ ਬੱਚਾ ਕਰਦਾ ਹੈ। ਠੀਕ ਹੈ, ਡਿਵਰਜੈਂਟ ਮਿਲਦਾ ਹੈ ਕਿ ਬਹੁਤ ਸਾਰੀਆਂ ਦਿਸ਼ਾਵਾਂ ਦੇ ਵੱਲ, ਬਹੁਤ ਸਾਰੇ ਬੱਚੇ ਦਾ ਇਹ ਹੈ, ਮਤਲਬ ਬੱਚਾ ਹੈ ਉਹ ਕੀ ਕਰਦਾ, ਬਹੁਤ ਸਾਰੀਆਂ ਡਾਇਰੈਕਸ਼ਨ ਦੇ ਵਿੱਚ ਸੋਚਦਾ ਹੈ। ਮੈਂ ਉਦਾਹਰਨ ਦਿੱਤੀ ਹੈ ਨਾ ਤੁਹਾਨੂੰ, ਇਹ SST ਬਹੁਤ ਸਾਰੇ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ। ਇਹਦਾ ਮਤਲਬ ਕੀ ਹੈ, ਬੱਚਾ ਉੱਥੇ ਡਿਵਰਜੈਂਟ ਥਿੰਕਿੰਗ ਉਹਦੇ ਦੇਖਣ ਨੂੰ ਮਿਲਦੀ ਹੈ, ਬਹੁਤ ਸਾਰੀਆਂ ਦਿਸ਼ਾਵਾਂ ਦੇ ਵੱਲ ਸੋਚਦਾ ਹੈ, ਬਹੁਤ ਸਾਰੀ ਉਹਦੇ ਵਿੱਚ ਇਦਾਂ ਦੀ ਥਿੰਕਿੰਗ ਪੈਦਾ ਹੋ ਜਾਂਦੀ ਹੈ। ਆਪਾਂ ਕਨਵਰਜੈਂਟ ਦੀ ਗੱਲ ਕਰਦੇ ਹਾਂ, ਕਨਵਰਜੈਂਟ ਦੀ, ਤੇ ਕਨਵਰਜੈਂਟ ਦਾ ਕੀ ਆ, ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਉਹਦੇ ਵੱਲ ਆਉਂਦੀ ਹੈ, ਡਾਇਰੈਕਸ਼ਨ ਉਹਦੀ ਕੀ ਆ, ਬੱਚੇ ਵੱਲ ਰਹਿੰਦੀ ਹੈ। ਦੇਖੋ, ਬੱਚਾ ਕੋਈ ਚੀਜ਼ ਪੜ੍ਹ ਰਿਹਾ ਜਾਂ ਕੋਈ ਕੰਮ ਕਰ ਰਿਹਾ, ਉਹ ਕੀ ਆ, ਸਾਰਾ ਹੁਣ ਨਿਚੋੜ ਉਹਦੇ ਅੰਦਰ ਆ ਗਿਆ। ਅਗਰ ਕੋਈ ਕੰਮ ਕਰਨਾ ਹੈ, ਅਗਰ ਉਹ ਹੁਣ ਵੱਡਾ ਹੋ ਗਿਆ, ਉਹਨੇ ਕੋਈ SST ਦਾ ਚੈਪਟਰ ਪੜ੍ਹਨਾ ਹੈ, ਕੋਈ ਉਹਨੂੰ ਥੋੜਾ ਬਹੁਤ ਹਿਸਟਰੀ ਦੇ ਬਾਰੇ ਪਤਾ ਹੋਵੇ, ਪੋਲੀਟੀਕਲ ਪੜ੍ਹਨੀ ਹੈ, ਪੋਲੀਟੀਕਲ ਸਾਇੰਸ ਪੜ੍ਹਨੀ ਆ, ਤਾਂ ਪੋਲੀਟੀਕਲ ਸਾਇੰਸ ਪੜ੍ਹਾਂਗੇ। ਇਸ ਤੋਂ ਪਹਿਲਾਂ ਉਹਨੂੰ ਥੋੜਾ ਬਹੁਤ ਹਿਸਟਰੀ ਦੇ ਬਾਰੇ ਪਤਾ ਹੋਏਗਾ, ਜਿਓਗ੍ਰਾਫੀ ਦੇ ਬਾਰੇ ਪਤਾ ਹੋਏਗਾ। ਅਗਰ ਕਵਾਂਗੇ ਪੋਲੀਟੀਕਲ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜੀ ਕਿ ਮੀਟਿੰਗ ਕਿੱਥੇ ਹੋਈ ਆ ਸੰਸਦ ਦੀ, ਤਾਂ ਉਹ ਕਹੇਗਾ, ਅਗਰ ਜਿਓਗ੍ਰਾਫੀਕਲ ਉਹਨੂੰ ਲੋਕੇਸ਼ਨ ਪਤਾ ਹੋਏਗੀ ਦੱਸ ਦੇਗਾ। ਇਸ ਕਰਕੇ ਕਨਵਰਜੈਂਟ ਹੈ ਕਿ ਸਾਰੇ ਇਕੱਠੇ ਹੋ ਸਕਦੇ ਨੇ। ਜਿਵੇਂ ਕਿ ਬੱਚਾ ਮੈਥ ਕਰੇਗਾ, ਮੈਂ ਵੱਖ ਸਬਜੈਕਟ ਉਹਨੂੰ ਇੱਕ ਦਿਨ ਦੇ ਵਿੱਚ ਪੜ੍ਹਾਏ ਜਾਂਦੇ ਨੇ, ਮੈਥ ਪੜ੍ਹਾਇਆ ਜਾਂਦਾ, ਸਾਇੰਸ ਪੜ੍ਹਾਈ ਜਾਂਦੀ ਹੈ, ਸੋਸ਼ਲ ਸਾਇੰਸ। ਘਰੇ ਜਾ ਕੇ ਬੱਚਾ, ਫਿਰ ਘਰ ਜਾ ਕੇ ਕੀ ਕਰੇਗਾ ਬੱਚਾ, ਇੱਕੋ ਸਮੇਂ ਇੱਕੋ ਦਿਨ ਦੇ ਵਿੱਚ ਵੱਖ-ਵੱਖ ਸਬਜੈਕਟ ਪੜ੍ਹੇਗਾ। ਇਸ ਦਾ ਮਤਲਬ ਕੀ ਆ, ਸਾਰੇ ਬੱਚੇ ਤੇ ਫੋਕਸ ਕਰ ਰਹੇ ਨੇ, ਚਾਈਲਡ ਸੈਂਟਰ ਆ, ਤੇ ਕਨਵਰਜ ਹੋ ਰਹੇ ਨੇ, ਸਾਰੇ ਸਬਜੈਕਟ ਇੱਕੋ ਦਿਨ ਪੜ੍ਹ ਰਹੇ ਨੇ। ਉਸ ਤੋਂ ਬਾਅਦ ਕ੍ਰੀਏਟਿਵ ਥਿੰਕਿੰਗ ਦੀ ਗੱਲ ਕਰਾਂਗੇ। ਕ੍ਰੀਏਟਿਵ ਥਿੰਕਿੰਗ ਕੀ ਹੁੰਦਾ ਕਿ ਬੱਚੇ ਵਿੱਚ ਰਚਨਾਤਮਕ ਸੋਚ ਪੈਦਾ ਹੋ ਜਾਂਦੀ ਹੈ। ਬੱਚਾ 6th ਕਲਾਸ ਦੇ ਵਿੱਚ ਹੋ ਗਿਆ, ਉਹਨੂੰ ਚਾਰਟ ਦੇਣਗੇ, ਮਾਡਲ ਦੇਣਗੇ ਕਿਸੇ ਵੀ ਚੀਜ਼ ਦਾ, ਜਿਵੇਂ ਵਾਟਰ ਸਾਈਕਲ ਦੇ ਉੱਤੇ ਉਹਨੂੰ ਚਾਰਟ ਦਿੱਤਾ ਜਾਏਗਾ, ਤੁਸੀਂ ਇਸ ਤੇ ਚਾਰਟ ਬਣਾ। ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੀ। ਇੱਥੋਂ ਤੱਕ ਆਪਣੀ ਕੰਡੀਸ਼ਨ ਐਂਡ ਸਟੇਜਸ ਜਿਹੜੀਆਂ ਨੇ ਉਹ ਕੰਪਲੀਟ ਹੋ ਗਈਆਂ ਚੀਨ ਪਿਆਜ਼ੇ ਦੀਆਂ। ਆਈ ਥਿੰਕ ਕਿ ਤੁਹਾਨੂੰ ਬਹੁਤ ਸਾਰੇ ਡਾਊਟ ਸੀਗੇ ਇਸ ਨੂੰ ਲੈ ਕੇ, ਤੇ ਤੁਸੀਂ ਡਰਦੇ ਵੀ ਹੋਵੋਗੇ, ਤਾਂ ਹੁਣ ਤੁਹਾਡੇ ਅੰਦਰੋਂ ਡਰ ਨਿਕਲ ਗਿਆ, ਇੱਥੋਂ ਤੱਕ ਤੁਹਾਡਾ ਕਲੀਅਰ ਹੋ ਗਿਆ। ਕੁਝ ਟਰਮਾਂ ਨੂੰ ਫਿਰ ਤੋਂ ਰਿਪੀਟ ਕਰਦੇ ਆ। ਸਕੀਮਾਸ ਦੀ ਗੱਲ ਕੀਤੀ ਆ, ਸਕੀਮਾਂ ਜਿਹੜੀਆਂ ਕਿ ਆਪਾਂ ਪੜ੍ਹੀਆਂ ਨੇ, ਸਕੀਮਾਂ ਜੋ ਕਿ ਕ੍ਰਮ ਦੇ ਵਿੱਚ ਗੱਲ ਕਰਦਾ ਹੈ। ਅਸਿਮੀਲੇਸ਼ਨ ਦੀ ਗੱਲ ਕੀਤੀ ਆ, ਅਕੋਮੋਡੇਸ਼ਨ ਦੀ, ਜਿੱਥੇ ਕਿ ਅਡੈਪਟੇਸ਼ਨ ਦੀ ਗੱਲ ਕੀਤੀ ਹੈ। ਰਿਵਰਸੀਬਿਲਿਟੀ ਆ ਜਾਂਦੀ ਹੈ ਬੱਚੇ ਦੇ ਅੰਦਰ, ਕਿਹੜੀ ਸਟੇਜ ਵਿੱਚ, ਕੰਕਰੀਟ ਦੇ ਵਿੱਚ ਜਾਂ ਪ੍ਰੀ ਆਪਰੇਸ਼ਨ ਦੇ ਵਿੱਚ, ਸਟੇਜ ਦੱਸਿਓ ਕਿਉਂਕਿ ਮੈਂ ਪੜ੍ਹਾ ਚੁੱਕਿਆ। ਇਕਲਿਬਰੀਅਮ ਦੀ ਗੱਲ ਕੀਤੀ ਆ, ਉਸ ਤੋਂ ਬਾਅਦ ਆਬਜੈਕਟ ਪਰਮਾਨੈਂਸ ਜਿਹੜੀ ਕਿ ਸੈਂਸਰੀ ਮੋਟਰ ਦੀ ਸਟੇਜ ਦੇ ਵਿੱਚ ਆ ਜਾਂਦੀ ਹੈ। ਇਗੋਸੈਂਟਰਿਜ਼ਮ, ਇਹ ਕੀ ਆ, ਪ੍ਰੀ ਆਪਰੇਸ਼ਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਗੋਸੈਂਟਰਿਜ਼ਮ ਜਾਂ ਇਗੋ ਸੈਂਟਰਿਕ ਸਪੀਚ ਦੀ ਗੱਲ ਕਰਾਂਗੇ। ਐਨਿਜ਼ਮ ਜਿਹੜੀ ਕਿ ਸਟੇਜ ਦੀ ਗੱਲ ਕੀਤੀ ਜਿੱਥੇ ਕਿ ਬੱਚਾ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਲਿਵਿੰਗ ਨੋਨ ਲਿਵਿੰਗ ਦੇ ਵਿੱਚ। ਕੰਜ਼ਰਵੇਸ਼ਨ ਦੀ ਗੱਲ ਕੀਤੀ ਆ, ਹੈਪੋਥੈਟਿਕ ਡਿਟੈਕਟਿਵ ਰੀਜ਼ਨਿੰਗ ਦੀ ਗੱਲ ਕੀਤੀ ਆ, ਕੋਲੈਕਟਿਵ ਮੋਨੋਲੋਗੀ ਕਿਸ ਦੇ ਵਿੱਚ ਹੈ, ਜਿੱਥੇ ਕਿ ਸਭ ਕੁਝ ਬੱਚੇ ਦਾ ਕਲੈਕਟਿਵ ਹੋ ਜਾਂਦਾ, ਥਾਟਸ ਉਹਦੀ ਥਿੰਕਿੰਗ ਬਿਲਕੁਲ ਡਿਫਰੈਂਟ ਹੋ ਜਾਂਦੀ, ਫਿਰ ਵੀ ਕਨਵਰਜ ਹੋ ਕੇ ਗੱਲ ਕਰ ਰਿਹਾ। ਤਾਂ ਉਹਦਾ ਮਤਲਬ ਕੀ ਹੈ, ਇਹ ਲਾਸਟ ਸਟੇਜ ਆ ਜਿਹੜੀ 4th ਸਟੇਜ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਆ। ਵੈਸੇ ਆਉਂਦਾ ਨਹੀਂ ਇਹ ਟ੍ਰਾਂਸਟੀਵਿਟੀ,
ਹਾਂਜੀ, ਇਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇਹ ਟਰਮਾਂ ਨੂੰ ਇਸ ਕਰਕੇ ਰਿਪੀਟ ਕੀਤਾ ਕਿਉਂਕਿ ਤੁਸੀਂ ਹੁਣ ਸਕਿਪ ਕਰ ਦੋਗੇ ਮਾਈਂਡ ਦੇ ਵਿੱਚੋਂ, ਇੱਕ ਕੰਨ ਦੇ ਵਿੱਚੋਂ ਪਾ ਦਿੱਤਾ ਜਾਂ ਦੂਸਰੇ ਚੋਂ ਕੱਢਤਾ, ਇਹ ਨਹੀਂ ਕਰਨਾ। ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਪੜ੍ਹੇ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ। ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ, ਨਾਲ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਅਕਾਊਂਟ ਤੇ ਜੋ ਵੀ ਤੁਹਾਡੀ ਇਨਕੁਆਇਰੀ ਸ਼ੇਅਰ ਕਰ ਸਕਦੇ ਹੋ। ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਤੇ ਪਹਿਲਾਂ ਵਾਲੇ ਲੈਕਚਰ ਦੇਖ ਸਕਦੇ ਹੋ, ਜਿਹੜੀ ਕਿ ਲੈਕਚਰ ਦੀ ਪੂਰੀ ਸੀਰੀਜ਼ ਆ ਜਾਂ ਫਿਰ ਕਹਿ ਸਕਦੇ ਪਲੇਲਿਸਟ ਆ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ ਅਗੇਨ।